ਵਾਈਫ ਦਾ ਹੀ ਫੋਨ ਆ ਗਿਆ, ਦੱਸੋ। ਲੈ ਲਓ ਵਿੱਚ। ਹਾਂ ਮੈਂ ਲੈ ਲਵਾਂ। ਹੈਲੋ। ਉਹ ਮੈਂ ਨਿਕਲਾ ਉਹ ਗੱਡੀ ਲੈ ਕੇ ਰਸਤੇ ਵਿੱਚ, ਮੇਰੇ ਫੋਨ ਤੇ ਇੱਕ ਫੋਨ ਆਇਆ, ਉਹ ਮੈਂ ਗੱਡੀ ਲੰਡਨ ਛੋੜ ਆਇਆ। ਉਹ ਫੋਨ ਮੇਰੀ ਜਨਾਨੀ ਦਾ ਸੀਗਾ। ਕੁਝ ਰਸਤੇ ਸਾਨੂੰ ਮੰਜ਼ਿਲ ਵੱਲ ਲੈ ਕੇ ਜਾਂਦੇ ਐ, ਪਰ ਕੁਝ ਰਸਤੇ ਮੰਜ਼ਿਲ ਤੋਂ ਵੱਧ ਕੇ ਸਫ਼ਰ ਦੀ ਕਹਾਣੀ ਬਣ ਜਾਂਦੇ ਨੇ। ਸਭ ਤੋਂ ਪਹਿਲੀ ਚੀਜ਼ ਹੈ ਕਿ ਬੰਦਾ ਪਾਗਲ ਹੋਣਾ ਚਾਹੀਦਾ, ਮੇਰੇ ਵਰਗਾ। ਜਦੋਂ ਜ਼ਿਆਦਾਤਰ ਲੋਕ ਰਿਟਾਇਰਮੈਂਟ ਬਾਰੇ ਸੋਚਦੇ ਨੇ, ਉਹਨਾਂ ਦੇ ਜ਼ਿਹਨ 'ਚ ਹੁੰਦਾ ਹੈ ਕਿ ਸ਼ਾਂਤ ਸਵੇਰ ਦੇ ਵਾਤਾਵਰਣ 'ਚ ਸਕੂਨ ਭਰੇ ਚਾਹ ਦੇ ਕੱਪ ਦੇ ਨਾਲ ਉਹ ਆਪਣੇ ਦਿਨ ਦਾ ਆਗਾਜ਼ ਕਰਨ, ਦਿਨ ਭਰ ਪੋਤੇ ਪੋਤੀਆਂ ਨਾਲ ਖੇਡ ਕੇ ਸਮਾਂ ਬਿਤਾਉਣ। ਉੱਥੇ ਹੀ ਅਮਰਜੀਤ ਸਿੰਘ ਚਾਵਲਾ ਲਈ ਰਿਟਾਇਰਮੈਂਟ ਦਾ ਸਮਾਂ ਇੱਕ ਨਵੇਂ ਜੀਵਨ ਦਾ ਆਗਾਜ਼ ਸੀ। ਖੁੱਲੀਆਂ ਸੜਕਾਂ, ਅਧਿਆਤਮਿਕ ਖੋਜ, ਮਜ਼ੇਦਾਰ ਸਫ਼ਰ ਤੇ ਪੂਰੀ ਦੁਨੀਆ ਨੂੰ ਜੋੜਨ ਵਾਲੀਆਂ ਕਹਾਣੀਆਂ। ਮੈਂ ਕਿਹਾ ਬਾਬੂ ਜੀ ਮੇਰਾ ਨਾ ਇੱਕ ਸੁਪਨਾ ਡ੍ਰੀਮ ਹੈਗਾ। ਡ੍ਰੀਮ ਕੀ ਹੁੰਦਾ? ਮੈਂ ਕਿਹਾ ਜੀ ਮੇਰਾ ਸੁਪਨਾ ਹੈਗਾ। ਕਿ ਮੈਂ ਕਿਹਾ ਜੀ ਮੈਂ ਨਾ ਵਰਲਡ ਟੂਰ ਕਰਨਾ ਹੈ। ਵਰਲਡ ਟੂਰ ਤੱਕ ਤਾਂ ਉਹਨਾਂ ਨੇ ਸੁਣੀ ਸੀ ਕਹਾਣੀ, ਤੇ ਉਹਦੇ ਬਾਅਦ ਮੈਂ ਕਿਹਾ ਜੀ ਬਾਈਕ ਤੇ ਜਾਣਾ ਹੈ। ਬਸ ਬਾਈਕ ਦਾ ਨਾਂ ਸੁਣਨਾ ਸੀ, ਲੱਗ ਗਈ ਬੰਮ ਫਟ ਗਿਆ। ਗਾਲਾਂ ਗੁਲਾਂ ਕੱਢੀਆਂ ਮੈਨੂੰ ਹੋੜੀਆਂ ਕਿੰਨੀਆਂ ਪੁੱਛਣ। 2018-19 ਇਹ ਉਹਨਾਂ ਦੇ ਜੀਵਨ ਦਾ ਸਭ ਤੋਂ ਸਾਹਸ ਭਰਿਆ ਸਫ਼ਰ ਸੀ। ਦਿੱਲੀ ਤੋਂ ਲੰਡਨ ਤੱਕ ਆਪਣੀ ਟੋਇਟਾ ਫੋਰਚੂਨਰ SUV 'ਚ 40,000 ਕਿਲੋਮੀਟਰ ਦੀ ਯਾਤਰਾ, 33 ਦੇਸ਼ਾਂ ਦੀਆਂ ਸੜਕਾਂ ਤੇ, ਭਾਸ਼ਾ, ਸੰਸਕ੍ਰਿਤੀ ਤੇ ਧਰਮ ਦੀਆਂ ਸੀਮਾਵਾਂ ਨੂੰ ਪਾਰ ਕਰਦੇ ਹੋਏ। ਔਰ ਇਹ ਸਫ਼ਰ ਸਿਰਫ ਦੂਰੀ ਤੈਅ ਕਰਨ ਦਾ ਨਹੀਂ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਤੋਂ ਪ੍ਰਭਾਵਿਤ ਹੋ ਕੇ ਇੱਕ ਅਧਿਆਤਮਿਕ ਮਿਸ਼ਨ ਦਾ ਹਿੱਸਾ ਵੀ ਸੀ। ਦਿੱਲੀ ਦੇ ਇੱਕ ਸਫਲ ਗਾਰਮੈਂਟ ਐਕਸਪੋਰਟਰ ਅਮਰਜੀਤ ਸਿੰਘ ਚਾਵਲਾ 63 ਸਾਲ ਦੀ ਉਮਰ 'ਚ ਆਪਣਾ ਕਾਰੋਬਾਰ ਆਪਣੇ ਪੁੱਤਰ ਨੂੰ ਸੌਂਪ ਕੇ ਚੱਲ ਪਏ, ਆਪਣੇ ਉਸ ਸੁਪਨੇ ਨੂੰ ਪੂਰਾ ਕਰਨ ਜਿਹੜਾ ਸੁਪਨਾ ਉਹਨਾਂ ਨੇ 4 ਦਸ਼ਕਾਂ ਤੋਂ ਸੰਜੋ ਕੇ ਰੱਖਿਆ ਸੀ। ਦੁਨੀਆ ਦੀ ਸੈਰ ਆਪਣੀ ਕਾਰ ਤੇ ਕਰਨਾ, ਤੇ ਉਹਨਾਂ ਇਸ ਸਫ਼ਰ ਨੂੰ ਬੜਾ ਖੂਬਸੂਰਤ ਨਾਮ ਦਿੱਤਾ, ਦ ਟਰਬਨ ਟਰੈਵਲਰ। ਕਿੰਨੇ ਦੇਸ਼ਾਂ ਦੀਆਂ ਟੀ-ਸ਼ਰਟਸ ਨੇ ਤੁਹਾਡੇ ਕੋਲ? ਜਿੱਥੇ ਆਲੇ ਇੱਕ ਟੀ-ਸ਼ਰਟ ਜ਼ਰੂਰ ਲੈ ਕੇ ਆਉਂਦੇ ਮੈਂ ਗਾਰਮੈਂਟ ਮੈਨੂਫੈਕਚਰ ਐਕਸਪੋਰਟਰ ਹੈਗਾ, ਮੈਨੂਫੈਕਚਰ ਹੈਗਾ, ਤੇ ਅਸੀਂ 87 ਕੰਟਰੀਜ਼ ਕੀਤੇ ਨੇ, ਤੇ 87 ਕੰਟਰੀਜ਼ ਦੀਆਂ ਮੇਰੇ ਤੇ ਮੇਰੀ ਵਾਈਫ ਦੀਆਂ ਆਇਡੈਂਟੀਕਲ ਹੈਗੀਆਂ, ਸੇਮ ਡਿਜ਼ਾਈਨ, ਸੇਮ ਪੈਟਰਨ। ਅਸੀਂ ਦੋਨਾਂ ਨੇ ਇਕੱਠੇ ਪਾਇਆ ਹੁੰਦਾ ਜਿਸ ਕੰਟਰੀ ਅਸੀਂ ਜਾਣੇ ਹੈਗੇ। ਇਹ ਸਫ਼ਰ ਹਾਲੇ ਖਤਮ ਨਹੀਂ ਹੋਇਆ, ਸ਼ਾਇਦ ਕਦੇ ਖਤਮ ਨਹੀਂ ਹੋਏਗਾ। The Turban Traveler journey continues. ਉਹ ਮੈਂ ਨਿਕਲਾ ਗੱਡੀ ਲੈ ਕੇ ਰਸਤੇ में, ਇੱਕ ਸੜਕ पे ਇੱਕ ਮੋੜ ਆਇਆ, ਮੈਂ ਉੱਥੇ ਗੱਡੀ ਛੋੜ ਆਇਆ। ਇਹ ਤੇ ਭਾਈ ਸਾਹਿਬ ਸਨੀ ਦਿਓਲ ਦਾ ਗਾਇਆ ਵਾ, ਤੁਸੀਂ ਮੇਰਾ ਸੁਣੋ। ਹਾਂਜੀ। ਉਹ ਮੈਂ ਨਿਕਲਾ ਉਹ ਗੱਡੀ ਲੈ ਕੇ ਰਸਤੇ ਵਿੱਚ, ਮੇਰੇ ਫੋਨ ਤੇ ਇੱਕ ਫੋਨ ਆਇਆ, ਉਹ ਮੈਂ ਗੱਡੀ ਲੰਡਨ ਛੋੜ ਆਇਆ। ਕਿਉਂਕਿ ਉਹ ਫੋਨ ਮੇਰੀ ਜਨਾਨੀ ਦਾ ਸੀਗਾ। ਬਿਲਕੁਲ, ਜਨਾਨੀ ਤੋਂ ਹਰੇਕ ਬੰਦਾ ਡਰਦਾ ਹੈ ਨਾ। ਬਿਲਕੁਲ ਬਿਲਕੁਲ। ਤੇ ਹਾਲੇ ਵੀ ਇਸ ਉਮਰ ਦੇ ਵਿੱਚ ਵੀ ਉਹਨਾਂ ਹੀ ਡਰ ਹੈ ਜਨਾਨੀ ਤੋਂ? ਹੁਣ ਤਾਂ ਜ਼ਿਆਦਾ ਗਿਆ ਜੀ। ਤੇ ਹੁਣ ਤਾਂ ਵੈਸੇ ਮੈਂ ਦੇਖਿਆ ਸੀ ਤੁਹਾਡੀ ਜਿਹੜੀ ਗੱਡੀ ਆ ਉਹ ਲੰਡਨ ਤੋਂ ਵਾਪਸ ਆ ਰਹੀ ਹੈ ਨਾ, ਸ਼ਿਪ ਹੋ ਚੁੱਕੀ ਹੈ? ਹਾਂਜੀ, ਅੱਜ ਹੀ ਆਈ ਹੈ ਜੀ। ਉੱਥੇ ਲੈਂਡਡ ਮੁੰਬਈ ਸੀਪੋਰਟ ਤੇ ਅੱਜ ਹੀ ਮੈਨੂੰ ਆਇਆ ਮੈਸੇਜ ਕਿ ਆ ਗਈ, ਪਹੁੰਚ ਗਈ ਜੀ। ਤੁਹਾਡੇ ਤੱਕ ਕਦੋਂ ਪਹੁੰਚੂਗੀ? Your second wife। ਬਾਕੀ ਲੋਕੀ ਕਹਿੰਦੇ ਨੇ ਨਾ ਵੀ ਜਿਹੜਾ ਪੈਸਾ ਹੈ, ਵੀ ਪਹਿਲਾਂ ਕਹਿੰਦੇ ਸੀ ਵੀ ਦੂਜਾ ਖਸਮ ਹੈ, ਹੁਣ ਕਹਿੰਦੇ ਆ ਵੀ ਪੈਸਾ ਪਹਿਲਾ ਖਸਮ ਹੈ। ਹਾਂਜੀ। ਕਿੰਨਾ ਯਕੀਨ ਕਰਦੇ ਹੋ? ਦੇਖੋ ਜੀ, ਪੈਸੇ ਦੀ ਅਹਿਮੀਅਤ ਹੈ, ਬਿਨਾਂ ਪੈਸੇ ਦੇ, ਪਰ ਖਸਮ ਹੈ ਜਾਂ ਵੋਟੀ ਹੈ ਇਹ ਕਹਿਣਾ ਮੁਸ਼ਕਿਲ ਹੈਗਾ। ਕਿਉਂਕਿ means कि it's very important। It's very important, लेकिन इतना भी important नहीं हैगा कि ਜਿਹਦੇ ਬਿਨਾ ਚੀਜ਼ਾਂ ਰੁਕ ਜਾਣ। ਆਪਾਂ ਇਨਫਾਰਮਲ ਜੀ ਸ਼ੁਰੂਆਤ ਕੀਤੀ ਹੈ, ਪਰ ਮੈਂ ਤੁਹਾਨੂੰ ਇੱਕ ਫਾਰਮਲ ਵੈਲਕਮ ਕਰਦੇ ਹਾਂ। ਵੈਲਕਮ ਟੂ ਦ ਅਨਮਿਊਟ ਸਟੂਡੀਓਜ਼। ਥੈਂਕ ਯੂ ਜੀ, ਥੈਂਕ ਯੂ। ਇਟਸ ਮਾਈ ਪਲੇਜ਼ਰ ਟੂ ਬੀ ਹੇਅਰ। थैंक यू सो मच भी साढ़े एक बार बुलाने दे तुसी इत्थे आए। कहते आपका हुक्म था सरकार, नहीं होने दिया इस दिन को, दुनिया का तलबगार नहीं होने दिया, अरे गहरे को ठहरने की इजाज़त नहीं दी,
खुद को बीमार नहीं होने दिया। ये इश्क होता तो ये सहूलत ना होती, पागल को समझदार नहीं होने दिया। ਹੁਣ ਜਦੋਂ ਦਿੱਲੀ ਤੋਂ ਲੰਡਨ ਸਿੱਧਾ ਗੱਡੀ ਖਿੱਚ ਲਈ ਤੇ ਫਿਰ ਸਮਝਦਾਰ ਕੋਈ ਹੁੰਦਾ ਤੇ ਸ਼ਾਇਦ ਇਸ ਤਰ੍ਹਾਂ ਦੀ ਗੱਲ ਨਾ ਕਰਦਾ, ਪਰ ਇਸ ਤਰ੍ਹਾਂ ਦਾ ਪਾਗਲਪਨ, ਇਸ ਤਰ੍ਹਾਂ ਦੀ ਕ੍ਰੇਜ਼ ਜਿਹੜਾ ਉਹ ਜਨੂਨੀ ਬੰਦਾ ਹੀ ਕਰ ਸਕਦਾ। ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਵੀ ਕੋਈ ਬੰਦਾ ਕਹਿੰਦਾ ਵੀ ਮੈਂ ਆਪਣੀ ਮਦਰ ਨੂੰ ਕਹਿ ਰਿਹਾ ਸੀ, ਕਹਿੰਦਾ ਮੈਂ ਨਾ ਵੀ ਉੱਥੇ ਲੜ ਪਿਆ ਤੇ ਮੈਂ ਬੰਦੇ ਕੁੱਟਤੇ, ਤੇ ਉਹਦੇ ਮੰਮੀ ਕਹਿੰਦੇ ਵੀ ਤੂੰ ਐ ਨਾ ਲੜਿਆ ਕਰ, ਵੀ ਸੋਚੀਦਾ ਹੁੰਦਾ। ਕਹਿੰਦਾ ਜੇ ਸੋਚਣ ਲੱਗਦਾ ਫਿਰ ਬੰਦਾ ਲੜ ਹੀ ਨਹੀਂ ਸਕਦਾ। ਸੋ ਜੇ ਤੁਸੀਂ ਮੈਪ ਡਰਾ ਕਰਨ ਲੱਗ ਜਾਓ, ਹੋਮਵਰਕ ਹੀ ਕਰਦੇ ਰਹੋ, ਹੈ ਨਾ, ਬਲੂਪ੍ਰਿੰਟ ਹੀ ਤਿਆਰ ਕਰਦੇ ਰਹੋ, ਤਾਂ ਫਿਰ ਬੰਦਾ, ਕਿਉਂਕਿ ਉਹ ਸੋਚਦਾ ਵੀ ਆਹ ਹੋ ਜਾਊਗਾ ਹੈ ਨਾ, ਤੇ ਤੁਸੀਂ ਉਹ ਚੀਜ਼ ਟਰਾਈ ਨਹੀਂ ਕਰ ਪਾਉਂਦੇ। ਤੇ ਪਾਗਲਪਨ ਹੋਣਾ, ਕ੍ਰੇਜ਼ ਹੋਣਾ ਲਾਜ਼ਮੀ ਹੈ। ਨਹੀਂ, ਇਹ ਤਾਂ ਕੰਮ ਹੀ ਪਾਗਲਾਂ ਦਾ ਜੀ। ਹਾਂ, ਸੋ ਮੈਂ ਕਹਿੰਦਾ ਹਮੇਸ਼ਾ ਕਿ ਬਈ ਜਰਨੀ ਕਰਨ ਦੇ ਜਿਹੜੇ ਪੁਆਇੰਟਸ ਨੇ, ਵੀ ਬੰਦਾ ਜਰਨੀ, ਕਿਹੜਾ ਬੰਦਾ ਜਰਨੀ ਕਰ ਸਕਦਾ ਹੈ, ਉਹਦੇ ਕੀ ਚਾਹੀਦਾ ਹੈਗਾ ਜੀ, ਉਹਦੇ ਜਿਹੜੇ 4-5 ਪੁਆਇੰਟਸ ਹੈ। ਸਭ ਤੋਂ ਪਹਿਲੀ ਚੀਜ਼ ਹੈ ਕਿ ਬੰਦਾ ਪਾਗਲ ਹੋਣਾ ਚਾਹੀਦਾ ਮੇਰੇ ਵਰਗਾ। ਉਹਦੇ ਵਾਸਤੇ ਏਜ ਦਾ ਕੋਈ ਫਰਕ ਨਹੀਂ ਪੈਂਦਾ, ਚਾਹੇ ਕਿੰਨੀ ਵੀ ਏਜ ਹੋਏ, ਪਾਗਲਪਨ ਸਭ ਤੋਂ ਪਹਿਲਾਂ ਜ਼ਰੂਰੀ ਹੈ, ਨੰਬਰ 1। ਨੰਬਰ 2 ਚਾਹੀਦਾ ਖੁੱਲ੍ਹਾ ਟਾਈਮ। ਤੁਸੀਂ ਇਹ ਕਹੋ ਜੀ ਮੈਂ 10 ਦਿਨਾਂ ਲਈ ਚੱਲਿਆ, ਮੈਂ 15 ਦਿਨ ਚੱਲਿਆ, ਬਿਲਕੁਲ ਖੁੱਲ੍ਹਾ ਟਾਈਮ ਹੋਵੇ, ਤੁਹਾਨੂੰ ਪਤਾ ਨਾ ਹੋਵੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿੰਨੇ ਦਿਨਾਂ ਵਾਸਤੇ ਜਾ ਰਹੇ ਹੋ, ਦੈਟ ਇਜ਼ ਟਰੈਵਲ ਜੀ। ਤੇ ਦੂਸਰੀ ਚੀਜ਼ ਹੈਗੀ ਕਿ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ। ਪੈਸੇ ਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੇ ਪੈਸੇ ਹੋਣ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੁਗਾਲਤਾ ਹੈਗਾ ਕਿ ਬਈ ਦਿੱਲੀ ਤੋਂ ਲੰਡਨ ਮੀਨਸ ਕਿ ਬਈ ਉੱਥੇ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਲੱਗ ਜਾਣੇ। ਐਸਾ ਬਿਲਕੁਲ ਨਹੀਂ ਹੈਗਾ। ਪਰ ਵੈਸੇ ਕਿੰਨਾ ਕੁ ਖਰਚਾ ਆਇਆ ਦਿੱਲੀ ਟੂ ਲੰਡਨ ਜਿਹੜਾ ਉਹ? ਦੇਖੋ, ਉਹ ਫਸਟ ਟ੍ਰਿਪ ਸੀਗਾ, ਸੋ ਦੈਟ ਅਸੀਂ 135 ਦਿਨਾਂ ਦਾ ਟੋਟਲ ਟ੍ਰਿਪ ਸੀਗਾ, ਸੋ ਆਈ ਸਪੈਂਡਡ ਅਬਾਊਟ 35 ਲੱਖ ਓਨਲੀ। ਹਾਂ, ਪਰ ਆਮ ਬੰਦੇ ਲਈ ਇਹ ਬਹੁਤ ਔਖਾ ਹੋ ਜਾਏਗਾ ਨਾ? ਨਹੀਂ, ਆਮ ਬੰਦੇ ਲਈ ਟ੍ਰਿਪ ਕਰਨਾ ਹੀ ਔਖਾ ਹੈਗਾ। ਫਿਰ ਮੈਂ ਉਸ ਦੇ ਬਾਅਦ, ਬਿਕੋਜ਼ ਦੈਟ ਵਾਸ ਮਾਈ ਫਸਟ ਟ੍ਰਿਪ, ਤੇ ਉਹਦੇ ਨਾਲ ਮੈਂ ਬਹੁਤ ਸਾਰੀ ਚੀਜ਼ਾਂ ਸਿੱਖੀਆਂ। ਤੇ ਮੈਂ ਕਿਤਾਬ ਵੀ ਲਿਖ ਰਿਹਾ, ਤੇ ਉਹਦੇ 'ਤੇ ਮੈਂ ਸ਼ਾਇਦ ਇੱਕ ਵੈਬ ਸੀਰੀਜ਼ ਵੀ ਬਣ ਜਾਏ ਕਿ ਹਾਊ ਟੂ ਟਰੈਵਲ ਫॉर ਫ੍ਰੀ ਔਨ ਯੋਰ ਓਨ ਕਾਰ। ਅੱਛਾ, ਹਾਂਜੀ, ਓਕੇ। ਤੇ ਟਰੈਵਲ ਜਿਹੜਾ ਇਦਾਂ ਦਾ ਕੀ ਸੀ ਵੀ ਜਿਹੜਾ ਫ੍ਰੀ ਵਿੱਚ ਹੀ ਟਰੈਵਲ ਕੀਤਾ ਜਾ ਸਕਦਾ? ਬਹੁਤ ਸਾਰੀ ਚੀਜ਼ਾਂ ਨੇ। ਦੇਖੋ, ਸਾਡੇ ਟਾਈਮ ਤੇ ਜਿਸ ਵਕਤ ਅਸੀਂ ਛੋਟੇ ਸੀਗੇ, ਜਾਂ ਜਿਸ ਵਕਤ ਬਹੁਤ ਸਾਲ ਪਹਿਲੇ ਓਪਰਚੁਨਿਟੀਜ਼ ਨਹੀਂ ਸੀਗੀਆਂ। ਹੁਣ ਬਥੇਰੀ ਓਪਰਚੁਨਿਟੀਜ਼ ਹੈਗੀਆਂ। ਯੂ ਕੈਨ ਟਰੈਵਲ, ਯੂ ਕੈਨ ਬੀ ਔਨ ਦਾ ਰੋਡ ਐਂਡ ਸਟਿਲ ਵਰਕ। ਜਿੱਦਾਂ ਆਪਾਂ ਲੋਕੀ ਵਰਕ ਫਰੋਮ ਹੋਮ ਕਰਦੇ ਨੇ, ਤੁਹਾਨੂੰ ਚਾਹੀਦਾ ਕੀ ਹੈ? ਇੰਟਰਨੈਟ ਕਨੈਕਟੀਵਿਟੀ ਚਾਹੀਦੀ ਹੈ, ਠੀਕ ਹੈ ਨਾ, ਇੱਕ ਤਾਂ ਇਹ ਚੀਜ਼ ਹੈਗੀ। ਦੂਜੀ ਚੀਜ਼ ਕੀ ਹੈਗੀ? ਪੈਸਾ ਕਮਾਉਣ ਦੇ ਬਹੁਤ ਸਾਰੇ ਸਾਧਨ ਨੇ ਜਿਹੜੇ ਪਹਿਲੇ ਨਹੀਂ ਹੁੰਦੇ ਸੀ। ਹੁਣ ਤੁਸੀਂ ਨਾਲ ਦੇ ਨਾਲ ਪੈਸਾ ਕਮਾਈ ਜਾ ਸਕਦੇ ਹੋ, ਬੰਦਾ ਸਮਾਰਟ ਵਰਕ ਕਰਦਾ ਰਹਿੰਦਾ ਹੈ ਨਾ, ਆਪਣਾ ਕੰਮ, ਪੈਸੇ ਵੀ ਕਮਾਈ ਜਾਓ ਤੇ ਨਾਲ ਆਪਣਾ ਟਰੈਵਲ, ਆਪਣਾ ਸ਼ੌਕ ਵੀ ਪੂਰੀ ਕਰੀ ਜਾਓ, ਠੀਕ ਹੈ ਜੀ। ਜ਼ਰੂਰੀ ਤਾਂ ਨਹੀਂ ਤੁਸੀਂ ਗੱਡੀ ਲੈ ਕੇ ਜਾਣੀ ਹੈ, ਤੁਸੀਂ ਸਾਈਕਲ ਤੇ ਤੁਰੋ, ਤੁਸੀਂ ਦੇਰ ਸੋ ਮੈਨੀ ਥਿੰਗਸ, ਫਿਟ ਵੀ ਰਹੋਗੇ। ਹਾਂ, ਫਿਟ ਰਹੋਗੇ। ਦੂਜੀਆਂ ਤੁਹਾਡੀ ਇਲੈਕਟ੍ਰਿਕ ਬਾਈਕਸ ਆ ਗਈਆਂ ਨੇ, ਦੇ ਆਰ ਮੋਰ ਕੰਫਰਟੇਬਲ ਟੂ ਡਰਾਈਵ, ਠੀਕ ਹੈ। ਤੁਸੀਂ ਈਵੀ ਤੇ, ਦੇਰ ਸੋ ਮੈਨੀ ਥਿੰਗਸ, ਬਹੁਤ ਸਾਰੇ ਆਪਸ਼ਨ ਨੇ। ਸਾਰੇ ਦੱਸਦੇ ਤੇ ਮੇਰੇ ਕੋਲ ਕੰਸਲਟੈਂਸੀ ਕੋਈ ਨਹੀਂ ਲਏਗਾ। ਫਿਰ ਬੁੱਕ 'ਚ ਕੀ ਲਿਖੋਗੇ ਯਾਰ? ਇਸ ਕਰਕੇ ਮੈਂ ਕੰਸਲਟੈਂਟ ਵੀ ਹੈਗਾ। ਅੱਗੇ 40 ਤੋਂ ਜ਼ਿਆਦਾ ਬੰਦੇ ਮੈਂ ਆਲਰੇਡੀ ਭੇਜ ਚੁੱਕਿਆ ਹੈਗਾ। ਮਾਈ 2 ਕਲਾਇੰਟਸ ਆਰ ਸਟਿਲ ਔਨ ਦਾ ਵੇ, ਦੇ ਆਰ ਇਨ ਲੰਡਨ। ਅੱਛਾ, ਫਿਰ ਉਹ ਰਾਬਤੇ 'ਚ ਰਹਿੰਦੇ ਆ? ਹਾਂਜੀ, ਮੇਰੇ ਕੋਲ ਲੋਕੀ ਕੰਸਲਟੈਂਸੀ ਲੈਂਦੇ ਨੇ। ਉਹਦੇ ਬਾਅਦ ਆਪਣੀ ਜੋ ਮੈਂ ਉਹਨਾਂ ਨੂੰ ਇੱਕ ਬਾਈਬਲ ਬਣਾ ਕੇ ਦੇ ਦੇਣਾ, ਸੋ ਦੇ ਜਸਟ ਲੁੱਕ ਐਟ ਇਟ। ਫੀਸ ਵੀ ਚਾਰਜ ਕਰਦੇ ਹੋ? ਬਿਲਕੁਲ ਬਿਲਕੁਲ। ਕਿੰਨੀ ਕੁ? ਮੈਂ ਲੈਣਾ 1.5 ਲੱਖ ਰੁਪਏ ਪਲੱਸ GST ਫॉर one car with 2 people। ਇੰਨੇ ਆਮ ਬੰਦੇ ਦਾ ਟ੍ਰਿਪ ਹੋ ਜੇ ਜਿੰਨੀ ਤੁਹਾਡੀ ਫੀਸ ਹੈ? ਨਹੀਂ, ਕਿੱਥੇ ਟ੍ਰਿਪ ਹੁੰਦਾ? ਤੁਸੀਂ ਮੈਨੂੰ ਦੱਸੋ, ਮੈਂ ਅਗਰ ਮੈਂ ਤੁਸੀਂ ਪੁੱਛ ਰਹੇ ਸੀ ਕਿੰਨੇ ਪੈਸੇ ਲੱਗਦੇ ਨੇ? ਜੀ ਜੀ। ਨਾਰਮਲ ਮੀਨਸ ਕਿ ਵੀ ਜਿਹਦੇ ਕੋਲ ਠੀਕ ਠਾਕ ਪੈਸੇ ਹੋਣ, ਤੇ ਜਿਹੜਾ ਮਤਲਬ 3 ਸਟਾਰ ਹੋਟਲ 'ਚ ਰਹਿਣਾ ਚਾਹੁੰਦਾ ਹੋਵੇ ਜਾਂ Airbnb 'ਚ ਰਹਿਣਾ ਚਾਹੁੰਦਾ ਹੋਵੇ, ਤੇ 2 ਬੰਦੇ ਜੇ ਇੱਥੋਂ ਲੰਡਨ ਜਾਂਦੇ ਨੇ, ਤੇ ਤੁਸੀਂ ਸਮਝੋ ਕਿ ਚਲੋ ਮੈਂ ਸ਼ਾਰਟ ਟ੍ਰਿਪ ਹੀ ਲਗਾ ਲਵਾਂ, 70 ਡੇਜ਼, ਠੀਕ ਹੈ। ਮੈਨੂੰ ਇੱਕ ਐਸਾ ਹੌਲੀਡੇ ਦੱਸ ਦਿਓ ਜਿਹੜਾ 70 ਡੇਜ਼ ਦਾ ਤੁਸੀਂ ਆਪਣੀ ਗੱਡੀ ਲੈ ਕੇ ਤੁਸੀਂ ਪੂਰਾ ਇੱਥੋਂ ਲੈ ਕੇ ਲੰਡਨ ਤੱਕ ਜਾ ਰਹੇ ਹੋ, 3 ਸਟਾਰ ਹੋਟਲ 'ਚ ਰਹਿ ਰਹੇ ਹੋ, ਖਾ ਪੀ ਰਹੇ ਹੋ, ਸਾਰਾ ਕੁਝ ਤੁਹਾਡਾ ਇਨਕਲੂਡਿਡ ਹੈਗਾ, ਗੱਡੀ ਦੀ ਸ਼ਿਪਿੰਗ, ਪਰਮਿਸ਼ਨਸ, ਪੈਟਰੋਲ, ਇਹ ਉਹ ਸਭ ਕੁਝ ਮਿਲਾ ਕੇ, ਤੇ ਦਾ ਕਾਸਟ ਇਜ਼ ਓਨਲੀ 12 ਲੱਖ ਰੁਪੀਸ ਪਰ ਪਰਸਨ। ਉਹਨੂੰ ਤੁਸੀਂ 24 ਲੱਖ ਰੁਪਏ ਨੂੰ ਤੁਸੀਂ ਡਿਵਾਈਡ ਕਰ ਲਓ ਜੀ, ਠੀਕ ਹੈ ਨਾ। ਅਸੀਂ 100 ਦਿਨ ਦਾ ਟ੍ਰਿਪ ਮਤਲਬ ਲੈ ਕੇ ਚੱਲਦੇ ਹਾਂ ਮਿਨੀਮਮ, ਤੇ ਕਿੰਨਾ ਹੋ ਗਿਆ ਉਸ ਹਿਸਾਬ ਨਾਲ? ਤੇ ਉਸ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਹੈਗਾ। ਤੁਸੀਂ ਬਾਈ ਏਅਰ ਟਰੈਵਲ ਕਰਦੇ ਹੈਗੇ ਹੋ, ਤੇ ਕਿੰਨੇ ਪੈਸੇ ਲੱਗ ਜਾਂਦੇ ਨੇ ਤੁਹਾਡੇ? 5-7 ਲੱਖ ਰੁਪਏ ਤੇ ਤੁਹਾਡਾ ਵੈਸੇ ਹੀ 3 ਡੇਜ਼ 4 ਨਾਈਟਸ ਲੱਗ ਜਾਂਦੇ। ਔਰ ਤੁਸੀਂ ਐਕਸਪਲੋਰ ਕਰਦੇ ਹੋ ਚੀਜ਼ਾਂ ਨੂੰ, ਹੈ ਨਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਯੈਸ, ਸੋ ਦੈਟਸ ਵਾਈ ਆਈ ਸੇ ਦੇयर ਇਜ਼ ਅ ਬਿਗ ਡਿਫਰੈਂਸ ਬਿਟਵੀਨ ਟੂਰਿਸਟ ਐਂਡ ਅ ਟਰੈਵਲਰ। ਤੇ ਟਰੈਵਲਰ ਜਿਹੜਾ ਹੈਗਾ ਉਹ ਐਕਸਪਲੋਰਰ ਹੈਗਾ ਜੀ। ਟੂਰਿਸਟ ਨੇ ਕੀ ਕਰਨਾ? ਉਹਦੇ ਜਾ ਕੇ 3 ਨਾਈਟ 4 ਡੇਜ਼ 4 ਨਾਈਟ 5 ਡੇਜ਼ ਇਹੀ ਕਰਨਾ ਹੈਗਾ। ਪੁਆਇੰਟ ਟੂ ਪੁਆਇੰਟ ਡੈਸਟੀਨੇਸ਼ਨ ਡਿਸਾਈਡਡ ਹੁੰਦੀਆਂ, ਉਹਨੇ ਉੱਥੇ ਜਾਣਾ ਹੈ, ਘੁੰਮਣਾ, ਐਂਡ ਦੈਟਸ ਇਟ। ਯੈਸ, ਉਹ ਤੇ ਆ ਗਿਆ ਵਾਪਸ। ਐਕਸਪਲੋਰਰ, ਜੋ ਟਰੈਵਲਰ ਦਾ ਕੰਮ ਹੈ ਐਕਸਪਲੋਰ ਕਰਨਾ ਜੀ। ਮੈਂ ਸਵਿਟਜ਼ਰਲੈਂਡ ਘੱਟ ਤੋਂ ਘੱਟ 8-10 ਦਫਾ ਗਿਆ ਹੋਣਾ, ਬਿਜ਼ਨਸ ਲਈ ਵੀ, ਫੈਮਿਲੀ ਲਈ ਵੀ। ਬਟ ਵੈਨ ਫਸਟ ਟਾਈਮ ਆਈ ਵੈਂਟ ਦੇਅਰ ਵਿਦ ਔਨ ਮਾਈ ਕਾਰ, ਤੇ ਮੈਂ ਕਿਹਾ ਬਈ ਇਹ ਕਿਹੜਾ ਸਵਿਟਜ਼ਰਲੈਂਡ ਹੈ ਜਿਹੜਾ ਮੈਂ ਇੰਨੇ ਵਾਰ ਜਾ ਕੇ ਨਹੀਂ ਦੇਖ ਪਾਇਆ। ਕਿਉਂਕਿ
ਗੱਡੀ ਜਿਹੜੀ ਹੈ ਆਈ ਮੀਨ ਵਹੀਕਲ, ਕੋਈ ਵੀ ਗੱਡੀ ਹੈ, ਤੁਸੀਂ ਬਾਈਕ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਵਹੀਕਲ ਇਜ਼ ਬੇਸਿਕਲੀ ਤੁਹਾਡੀ ਟੰਗਾਂ ਨੇ ਉਹ, ਠੀਕ ਹੈ। ਤੁਸੀਂ ਇੱਥੋਂ ਵੀ ਤੁਸੀਂ ਅਸੀਂ ਐਕਸਪਲੋਰ ਕਰਦੇ ਕਿੱਥੇ, ਸਾਨੂੰ ਐਕਸਪਲੋਰੇਸ਼ਨ ਸਿਖਾਇਆ ਨਹੀਂ ਗਿਆ ਸਾਨੂੰ। ਤੁਸੀਂ ਇੱਥੋਂ ਸ਼ਿਮਲਾ ਕਿੰਨੀ ਵਾਰ ਗਏ ਹੋਗੇ? ਕਈ ਵਾਰ ਗਏ ਹੋਗੇ। ਬਿਲਕੁਲ। ਸ਼ਿਮਲਾ ਅਸੀਂ ਜਾਂਦੇ ਹਾਂ, ਰਸਤੇ ਢਾਬੇ ਆਉਂਦੇ ਨੇ, ਰੁਕਦੇ ਵੀ ਹੈਗੇ ਉੱਥੇ, ਚਾਹ ਪਾਣੀ ਵੀ ਪੀਂਦੇ ਹਾਂ। ਕਦੀ ਅਸੀਂ ਜ਼ਹਿਮਤ ਕੀਤੀ ਹੈ ਕਿ ਉਹਦੇ ਨਾਲ ਇੱਕ ਛੋਟੀ ਜਿਹੀ ਸੜਕ ਜਾ ਰਹੀ ਹੈਗੀ, ਉਹ ਥੱਲੇ ਜਾ ਕੇ ਨਿਕਲ ਜਾਈਏ ਤੇ ਇੱਕ ਛੋਟਾ ਜਿਹਾ ਪਿੰਡ ਹੈਗਾ ਸਾਡੇ ਵਾਸਤੇ ਸ਼ਿਮਲਾ ਸਿਰਫ ਮਾਲ ਰੋਡ ਹੈ, ਮਾਲ ਰੋਡ ਹੈਗੀ ਬਸ। ਉਹ ਥੱਲੇ ਜਿਹੜਾ ਪਿੰਡ ਵਸਦਾ ਹੈਗਾ ਜਿੱਥੇ ਰੀਵਰ ਦੇ ਕਿਨਾਰੇ, ਬਿਲਕੁਲ ਸਹੀ ਗੱਲ ਹੈ, ਜਾ ਕੇ ਉਹ ਵੇਖੋ, ਉਹ ਹੈਗਾ ਅਸਲ ਸ਼ਿਮਲਾ। ਅਸੀਂ ਕਦੀ ਜ਼ਹਿਮਤ ਹੀ ਨਹੀਂ ਕੀਤੀ ਜਾ ਕੇ ਦੇਖਣ ਦੀ। ਕੀ ਬਾਤ ਹੈ। ਇੰਪੋਰਟੈਂਟ ਇਜ਼ ਵੈਨ ਯੂ ਟਰੈਵਲ ਯੂ ਸ਼ੁਡ ਐਕਸਪਲੋਰ। ਜੀ 5-6 ਦਿਨਾਂ ਲਈ 10 ਦਿਨਾਂ ਲਈ ਕਿਸੇ ਜਗ੍ਹਾ ਤੇ ਜਾ ਕੇ ਉਹ ਨਹੀਂ ਹੁੰਦਾ। ਅੱਛਾ, ਇਹ ਐਦਾਂ ਹੀ ਹੈ ਨਾ ਵੀ ਜਿਹੜੇ ਆਮ ਲੋਕ ਹੁੰਦੇ ਨੇ ਉਹ ਤਾਂ ਹੀ ਮੈਨੂੰ ਲੱਗਦਾ ਵੀ ਉਮਰ ਸਕਸੈਸ ਵਾਸਤੇ ਸਟਰਗਲ ਕਰਦੇ ਰਹਿੰਦੇ ਨੇ, ਕਿਉਂਕਿ ਉਹ ਲੋਕਾਂ ਦੇ ਮਿੱਥੇ ਨਿਸ਼ਾਨਾਂ ਨੂੰ ਫੋਲੋ ਕਰੀ ਜਾਂਦੇ ਵੀ ਤੁਸੀਂ B.Com ਕਰ ਲਓ, M.Com ਕਰ ਲਓ, ਤੁਸੀਂ ਪ੍ਰੋਫੈਸਰ ਲੱਗ ਜਾਓਗੇ ਤੇ ਬਸ ਠੀਕ ਹੈ, ਤੁਹਾਨੂੰ ਇੰਨੀ ਆਮਦਨ ਆਉਣੀ ਸ਼ੁਰੂ ਹੋ ਜੂਗੀ। ਪਰ ਜ਼ਿੰਦਗੀ ਨੇ ਤੁਹਾਡੇ ਵਾਸਤੇ ਕੁਝ ਹੋਰ ਹੀ ਪਲਾਨਸ ਕੀਤੇ ਹੁੰਦੇ ਤੇ ਤੁਸੀਂ ਉਹਨਾਂ ਔਕੜਾਂ ਨੂੰ ਸਹਿਣ ਵਾਸਤੇ ਤਿਆਰ ਨਹੀਂ ਹੁੰਦੇ। ਤਾਂ ਮੈਂ ਕਿਤੇ ਪੜ੍ਹਿਆ ਵੀ ਤੁਹਾਨੂੰ 2 ਚੀਜ਼ਾਂ ਜ਼ਿੰਦਗੀ 'ਚ ਬਹੁਤ ਜ਼ਿਆਦਾ ਸਿਖਾਉਂਦੀਆਂ ਨੇ। ਪਹਿਲਾ ਕਿ ਤੁਸੀਂ ਬਹੁਤ ਜ਼ਿਆਦਾ ਟਰੈਵਲ ਕਰਦੇ ਹੋ, ਦੂਸਰਾ ਤੁਸੀਂ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਦੇ ਹੋ। ਪਰ ਇਹਦੇ ਨਾਲ ਮੈਂ ਤੀਜੀ ਚੀਜ਼ ਇੱਕ ਹੋਰ ਵੀ ਜੋੜਦੀ ਹਾਂ, ਜਦੋਂ ਤੁਸੀਂ ਵੱਖਰੀਆਂ ਕਿਊਜ਼ੀਨਸ ਟਰਾਈ ਕਰਦੇ ਹੋ ਤੇ ਉੱਥੇ ਤੁਸੀਂ, ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਤੁਹਾਨੂੰ ਸਿੱਖਣ ਦਾ ਮੌਕਾ ਮਿਲਦਾ। ਬਹੁਤ ਦੇਖੋ ਕਲਚਰ, ਅਸੀਂ ਗਏ ਸੀ, ਸਾਡਾ ਇਹ ਵੀ ਸੀਗਾ ਕਿ ਅਸੀਂ ਸਸਟੇਨੇਬਲ ਟਰੈਵਲ ਸੀਗਾ ਇੱਕ ਏਜੰਡਾ ਸਾਡਾ, ਜਿਸ ਕਰਕੇ ਅਸੀਂ ਗਏ ਟਰੈਵਲ ਕਰਨ ਵਾਸਤੇ। ਨਾਲ ਸੀਗਾ ਮਿਲੀਅਨ ਫ੍ਰੀ ਹਗਸ ਤੇ ਦੂਸਰਾ ਸੀਗਾ ਕਲਚਰ, ਠੀਕ ਹੈ ਨਾ। ਤੇ ਕਲਚਰ ਦੇ ਅੰਦਰ ਇਟਸ ਨਾਟ ਓਨਲੀ ਫੂਡ, ਦੈਟ ਇਨਵੋਲਵਸ ਸੋ ਮੈਨੀ ਥਿੰਗਸ, ਠੀਕ ਹੈ। ਤੇ ਉੱਥੇ ਦੀ ਲੈਂਗੁਏਜ, ਉੱਥੇ ਦਾ ਰਹਿਣ ਸਹਿਣ, ਉੱਥੇ ਦਾ ਖਾਣਾ, ਉੱਥੇ ਦਾ ਪਾਣਾ, ਬਹੁਤ ਕੁਛ ਇਨਵੋਲਵ ਹੈ। ਤੇ ਉਹ ਜਿਸ ਕੋ ਤੁਸੀਂ ਇੱਕ ਦਿਨ ਕਿਸੇ ਦੇ ਕਲਚਰ ਨੂੰ ਤੁਸੀਂ ਅਸੈਸ ਨਹੀਂ ਕਰ ਸਕਦੇ ਜੀ, ਉਹਦੇ ਵਾਸਤੇ ਤੁਹਾਨੂੰ ਟਾਈਮ ਚਾਹੀਦਾ ਹੈਗਾ। ਤੇ ਉਹ you need a sufficient time, that's why I say ਕਿ ਜਿਹੜਾ ਬੰਦਾ ਵੀ ਟਰੈਵਲ ਕਰਦਾ ਹੈ ਨਾ, ample time ਹੋਣਾ ਚਾਹੀਦਾ। ਉਹਨੂੰ ਟਾਈਮ ਦੀ ਤੇ ਬਾਉਂਡਿੰਗ ਹੋਣੀ ਨਹੀਂ ਚਾਹੀਦੀ। ਬਿਲਕੁਲ ਟਾਈਮ ਬਸ ਉਹਦੇ ਕੋਲ ਆਪ ਤੇ ਕ੍ਰੈਡਿਟ ਕਾਰਡ 2 ਚੀਜ਼ਾਂ ਹੋਣ ਤੇ ਉਹਦੇ ਬਾਅਦ ਸੋਚੇ ਨਾ ਵੀ ਮੈਂ ਜਿੱਥੇ ਜਾਏ, ਜਿਹਦਾ ਨੋਮੈਡਸ ਹੁੰਦੇ ਬੰਜਾਰਿਆਂ ਨੂੰ ਕੀ ਹੈ, ਜਿੱਥੇ ਬਰਾਤ ਆਈ ਉੱਥੇ ਹੋ ਗਏ। ਬਿਲਕੁਲ ਅਸਲ ਟਰੈਵਲ ਉਹ ਹੈਗਾ ਕਿ ਤੁਸੀਂ ਇਹ ਨਾ ਕਹੋ ਵੀ ਮੈਂ ਸਵੇਰੇ ਚੱਲਿਆ ਸ਼ਾਮ ਨੂੰ ਇੱਥੇ ਪਹੁੰਚਾਂਗਾ, ਇੰਨੇ ਕਿਲੋਮੀਟਰ ਕਰਾਂਗਾ ਜਾਂ ਇੱਥੇ ਇੰਨੇ ਟਾਈਮ ਤੇ ਪਹੁੰਚਣਾ ਹੈ। ਭਾਈ ਜਿੱਥੇ ਮਨ ਹੈ ਉੱਥੇ ਰੁਕ ਜਾਓ। ਗੋਰੇ ਵੀ ਪਲਾਨ ਕਰਦੇ ਨਾ ਵੀ ਆਪਾਂ ਸਾਰੀ ਜ਼ਿੰਦਗੀ ਕਮਾਈਏ ਤੇ ਇੰਨਾ ਕੁ ਕਮਾ ਲਈਏ ਵੀ ਆਪਾਂ ਐਂਡ ਆਫ ਦਾ ਲਾਈਫ ਜਿਹੜਾ ਉਹ ਵਰਲਡ ਟਰੈਵਲ ਕਰੀਏ, ਵਰਲਡ ਟ੍ਰਿਪ ਕਰੀਏ। I have seen people who are traveling from past 10 years, 10 ਸਾਲ ਤੋਂ ਲੋਕੀ ਟਰੈਵਲ ਕਰ ਰਹੇ ਨੇ। and are they still in touch with you? Yes, I have so many friends. Okay, ਕੋਈ ਖੂਬਸੂਰਤ ਕਿੱਸਾ ਸੁਣਾਓ ਵੀ ਕਿਸੇ ਨੇ ਬੜਾ ਟਰੈਵਲ ਕੀਤਾ ਹੋਵੇ ਤੇ ਉਹਨੇ ਆਪਣੀ ਜਰਨੀ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ। ਟਰੈਵਲਰ ਦੇਖੋ ਜਿਹੜੇ ਵੀ ਬੰਦੇ ਨੇ ਨਾ, their life is so private, ਕਿਉਂਕਿ ਉਹ ਜਿਹੜੇ ਟਰੈਵਲਰ ਜਿਹੜੇ 8-8 10-10 ਸਾਲ ਤੋਂ ਟਰੈਵਲ ਕਰ ਰਹੇ ਨੇ ਨਾ, ਉਹ ਕੈਰਾਵੈਨ ਤੇ ਕਰ ਰਹੇ ਨੇ। ਤੇ ਖਾਸ ਤੌਰ ਤੇ ਐਸੇ ਟਰੈਵਲਰ ਜਿਹੜੇ ਨੇ ਨਾ 3 ਜਗ੍ਹਾ ਤੇ ਹੁੰਦੇ ਨੇ, ਜਾਂ ਆਸਟ੍ਰੇਲੀਅਨਸ ਹੈਗੇ, ਜਾਂ ਅਮਰੀਕਨਸ ਹੈਗੇ, ਜਾਂ ਯੂਰੋਪੀਅਨਸ ਹੈਗੇ। ਐਸਾ ਕਿਉਂ? ਕਿਉਂਕਿ ਉੱਥੇ ਜਿਹੜਾ ਕੈਰਾਵੈਨ ਕਲਚਰ ਜਿਹੜਾ ਹੈਗਾ ਉਹ ਬਹੁਤ ਪ੍ਰਸਿੱਧ ਹੈਗਾ। ਸਾਡੇ ਇੱਥੇ ਤਾਂ ਕੈਰਾਵੈਨ ਹੁਣ ਬਣਨੀਆਂ ਸ਼ੁਰੂ ਹੋਈਆਂ ਨੇ, ਉੱਥੇ ਕੰਪਨੀਆਂ ਹੈਗੀਆਂ ਜਿਹੜੀ 100 ਸਾਲ ਤੋਂ ਕੈਰਾਵੈਨ ਹੀ ਬਣਾ ਰਹੀਆਂ ਨੇ। ਸੋ ਉਹ ਲੋਕੀ ਜਿਹੜੇ ਨੇ ਉਹ ਆਪਣਾ ਘਰ ਵੇਚ ਕੇ ਸਿੱਧੇ ਬਾਇਆ ਕੈਰਾਵੈਨ ਐਂਡ ਦੇ ਟਰੈਵਲ। I know people ਜਿਹੜੇ ਕਿ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਪੂਰਾ ਏਸ਼ੀਆ ਸਾਰਾ ਕਵਰ ਕਰਦੇ। And from where the concept of the caravan started? Caravan culture is very old. Caravan culture is ਜਿਹੜੀ ਕੰਪਨੀ ਸੋਚੋ 100 ਸਾਲ ਤੋਂ ਕੈਰਾਵਨ ਬਣਾ ਰਹੀ ਹੈ। traveling only? ਪ੍ਰੋਪਰ ਕੈਰਾਵਨ ਹੈ ਜਿਹਨੂੰ ਅਸੀਂ ਕਹਿੰਦੇ ਆ RV। ਜੀ, RV ਵੀ ਕਹਿੰਦੇ ਆ, ਮੋਟਰ ਹੋਮ ਵੀ ਕਹਿੰਦੇ ਆ, ਤੇ ਕੈਰਾਵਨ ਵੀ ਕਹਿੰਦੇ ਆ, ਠੀਕ ਹੈ ਨਾ। RV is basically recreation vehicle. You can use it at anyway. ਹੁਣ ਜਿਵੇਂ ਬੰਬੇ ਦੇ ਅੰਦਰ ਜਿਹੜੀ ਤੁਹਾਡੀ ਵੈਨਿਟੀ ਵੈਨਸ ਹੁੰਦੀਆਂ ਨੇ, ਜੀ, ਬੇਸਿਕਲੀ ਦੈਟਸ ਆਲਸੋ ਕਾਈਂਡ ਆਫ ਅ ਕੈਰਾਵਨ। ਪਰ ਉਹ ਪ੍ਰੋਪਰ ਕੈਰਾਵਨ ਨਹੀਂ ਹੈਗੀ। ਪ੍ਰੋਪਰ ਕੈਰਾਵਨ ਦਾ ਸਟਰਕਚਰ ਥੋੜਾ ਡਿਫਰੈਂਟ ਹੁੰਦਾ ਹੈਗਾ, ਠੀਕ ਹੈ ਨਾ। ਉਹਦੇ ਅੰਦਰ ਰਹਿਣ ਦਾ, ਖਾਣ ਦਾ, ਪੀਣ ਦਾ ਤੇ ਪੂਰਾ ਹਰ ਚੀਜ਼ ਦਾ ਪੂਰਾ ਇੰਤਜ਼ਾਮ ਹੈ। ਸੈਲਫ ਸਫੀਸ਼ੀਐਂਟ ਹੈਗਾ ਸੇ ਪੂਰਾ। ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਇੱਕ ਗੱਡੀ ਉਹਨੂੰ ਆਪਾਂ ਕਹਿੰਦੇ ਐਕਸਪੀਡੀਸ਼ਨ ਵਹੀਕਲ। ਇਹ ਗੱਡੀ ਇਸ ਤਰ੍ਹਾਂ ਹੈਗੀ ਕਿ ਕਿਉਂਕਿ ਵਰਲਡ ਦੇ ਅੰਦਰ ਕੀ ਹੈਗਾ ਕਿ ਕਈ ਜਗ੍ਹਾ ਤੇ ਰਾਈਟ ਹੈਂਡ ਡਰਾਈਵ ਗੱਡੀ ਹੈਗੀ, ਕਈ ਜਗ੍ਹਾ ਤੇ ਲੈਫਟ ਹੈਂਡ ਡਰਾਈਵ ਗੱਡੀ ਹੈਗੀ। ਤੇ ਉਹ ਹੁਣ ਬੰਦੇ ਨੇ ਪੂਰਾ ਵਰਲਡ ਘੁੰਮਣਾ ਹੋਵੇ ਤੇ ਉਹ ਕਿੱਥੇ ਰਾਈਟ ਹੈਂਡ ਤੇ ਲੈਫਟ ਹੈਂਡ ਕਿੱਥੇ ਫਸੇਗਾ ਚੱਕਰ। ਤੇ ਇੱਕ ਬੰਦੇ ਨੇ ਇੱਕ ਗੱਡੀ ਬਣਾਈ ਹੈਗੀ ਜਿਹੜੀ ਵੱਡੇ ਟਰੱਕ ਦੇ ਉੱਤੇ ਹੈਗੀ। ਉਸਨੇ ਸਟੀਅਰਿੰਗ ਜਿਹੜਾ ਹੈਗਾ ਸ਼ਿਫਟੇਬਲ ਸਟੀਅਰਿੰਗ ਹੈਗਾ। ਤੁਸੀਂ ਰਾਈਟ ਹੈਂਡ ਕੰਟਰੀ ਜਾ ਰਹੇ ਹੋ ਤਾਂ ਰਾਈਟ ਸਾਈਡ ਤੇ ਸਟੀਅਰਿੰਗ ਹੈ, ਸ਼ਿਫਟ ਕਰਕੇ ਲੈਫਟ ਸਾਈਡ ਤੇ ਕਰ ਲਓ। ਵਾਹ, ਕੀ ਬਾਤ ਹੈ। ਲੋਕਾਂ ਨੇ ਉਹ ਕੱਢੇ ਨੇ। ਹੁਣ ਸਾਊਥ ਅਮਰੀਕਾ ਤੁਸੀਂ ਗੱਡੀ, ਕਈ ਕੰਟਰੀਆਂ ਨੇ ਜਿਹੜੀਆਂ ਕਿ ਤੁਸੀਂ ਰਾਈਟ ਹੈਂਡ ਗੱਡੀ ਨਹੀਂ ਚਲਾ ਸਕਦੇ। ਇਸ ਤਰ੍ਹਾਂ ਤੁਸੀਂ ਮਿਡਲ ਈਸਟ ਆ ਜਾਓ, ਮਿਡਲ ਈਸਟ ਦੇ ਅੰਦਰ ਤੁਸੀਂ ਸਾਊਦੀ ਅਰੇਬੀਆ ਚਲੇ ਜਾਓ, ਉੱਥੇ ਰਾਈਟ ਹੈਂਡ ਗੱਡੀ ਅਲਾਉਡ ਨਹੀਂ ਹੈਗੀ।
either you have a special permission or you should have a left and drive car. ਅੱਛਾ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਨਹੀਂ ਪਰਮਿਸ਼ਨ ਹੋਵੇ ਗਵਰਨਮੈਂਟ ਆਫ ਸਾਊਦੀਆ ਤੋਂ ਤਾਂ ਤੁਸੀਂ ਚਲਾ ਸਕਦੇ ਹੋ। ਉਹ ਪਰਮਿਸ਼ਨ ਇੱਦਾਂ ਦਿੰਦੇ ਨਹੀਂ ਹੈਗੇ। ਸਪੈਸ਼ਲ ਕੇਸ ਪਰਮਿਸ਼ਨ ਹੋਵੇ ਤਾਂ ਤੁਹਾਨੂੰ ਅਦਰਵਾਈਜ਼। ਐਂਡ ਹਾਊ ਯੂ ਮੈਨੇਜਡ? ਨਹੀਂ ਤਾਂ ਫਿਰ ਅਸੀਂ ਆਈ ਕੁਡਨਟ ਟਰੈਵਲ ਟੂ ਸਾਊਦੀਆ that time when I was in the Middle East, so I couldn't travel. Okay, ਜਿਵੇਂ ਆਪਾਂ ਹੁਣੇ and you learn by these are small little things which ਘਰ ਬੈਠੇ ਬੰਦੇ ਨੂੰ ਨਹੀਂ ਪਤਾ ਲੱਗਦੀ। ਐਗਜ਼ੈਕਟਲੀ ਹਾਂਜੀ, ਜੇ ਤੁਸੀਂ ਜਾਓਗੇ ਰੇਕੀ ਕਰੋਗੇ ਉੱਥੇ ਵਾਬਸਤਾ ਹੋਏਗੀ ਚੀਜ਼ਾਂ ਨਾਲ ਤਾਂ ਹੀ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ। ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਵੀ ਇਹ ਪਾਗਲਾਂ ਦਾ ਕੰਮ ਹੈ, ਕ੍ਰੇਜ਼ੀ ਲੋਕਾਂ ਦਾ ਕੰਮ ਹੈ। ਤੇ ਜਦੋਂ ਕਿਉਂਕਿ ਜਦ ਤੁਸੀਂ ਪਹਿਲੀ ਵਾਰ ਗੱਲ ਕਰਦੇ ਹੋ ਵੀ ਮੈਂ ਇੱਕ ਤਾਂ ਵਰਲਡ ਟੂਰ ਕਰਨਾ ਹੈ, ਫਿਰ ਉੱਪਰੋਂ ਆਪਣੇ ਵਹੀਕਲ ਤੇ ਕਰਨਾ ਹੈ, ਮਤਲਬ ਇਹ ਸੁਣਨ 'ਚ ਬੜਾ ਅਟਪਟਾ ਲੱਗਦਾ ਹੈ ਨਾ, ਆਮ ਬੰਦੇ ਨੂੰ ਵੀ ਬੜਾ ਅਟਪਟਾ ਲੱਗੇ। ਪਰ ਜਦੋਂ ਤੁਸੀਂ ਆਪਣੇ ਘਰੋਂ ਪਰਮਿਸ਼ਨ ਲਈ ਤਾਂ ਕਿਵੇਂ ਦੇ ਉਹਨਾਂ ਦਾ ਐਕਸਪ੍ਰੈਸ਼ਨ ਕੀ ਸੀ? ਤੁਹਾਡੀ ਹੱਸੀ ਕਾਫੀ ਕੁਝ ਬਿਆਨ ਕਰ ਰਹੀ ਹੈ। ਉਹ ਤਾਂ ਬੜੀ ਕਹਾਣੀ ਸੀ ਜੀ, ਉਹ ਕਹਾਣੀ ਸੁਣਨੀ ਹੈ ਮੈਂ। ਉਹ 2018 ਜਿਸ ਵਕਤ ਮੈਂ ਤੇ ਮੇਰੇ ਫਰੈਂਡ ਨੇ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਕਿ ਜਾਵਾਂਗੇ। we were influenced। ਨਹੀਂ ਉਹ ਪਿੱਛੋਂ ਸ਼ੁਰੂ ਕਰੋ 79 ਤੋਂ। ਅੱਛਾ 79 ਤੋਂ। ਯੈਸ 79 ਵਿੱਚ ਸਾਡੀ ਇੱਕ ਫਰੈਂਡ ਸੀਗੀ ਜੀ, ਉਹਦਾ ਨਾਂ ਸੀਗਾ ਜੂਲੀਆ। ਤੇ ਉਹ ਇੱਕ ਟਰੈਵਲਰ ਸੀਗੀ, ਬੇਸਿਕਲੀ ਬੈਕ ਪੈਕਰ ਸੀਗੀ। ਤੇ ਆਪਣੇ ਯੂਰਪ ਤੋਂ ਆ ਰਹੀ ਸੀਗੀ ਆਪਣਾ ਟਰੈਵਲ ਕਰਕੇ, ਵਾਗਾ ਬਾਰਡਰ ਤੋਂ ਦਿੱਲੀ ਆਈ। It happened that we met each other. And she was a solo traveler? Yeah, she was a solo traveler. Wow. ਉਹਨੂੰ ਫਿਰ ਬਾਅਦ ਪਤਾ ਲੱਗਿਆ ਆਪਣਾ ਬॉयਫ੍ਰੈਂਡ ਵੀ ਨਾਲ ਸੀਗਾ ਉਹਦੇ। ਤੇ ਉਹਨੂੰ ਅਸੀਂ ਮਿਲੇ ਦਿੱਲੀ 'ਚ। ਉਹਦੇ ਬਾਅਦ ਉਹ ਸਾਰਾ ਫਰੀਦਾਬਾਦ ਗੈਸਟ ਹਾਊਸ ਹੁੰਦਾ ਸੀਗਾ, ਤੇ ਉੱਥੇ ਕੁਦਰਤੀ ਉੱਥੇ ਮਟਕਾ ਲੇਕ ਦੇ ਅੰਦਰ ਸਵਿਮਿੰਗ ਪੂਲ ਸੀਗਾ, ਹੈਲਥ ਕਲੱਬ ਸੀ, ਉੱਥੇ ਵੀ ਸਾਨੂੰ ਮਿਲ ਗਈ। ਸੋ ਵੀ ਬਿਕੇਮ ਫਰੈਂਡਸ। ਤੇ ਉਹ ਸਾਡੇ ਗੈਸਟ ਹਾਊਸ ਸ਼ਿਫਟ ਕਰ ਗਈ। ਤੇ ਰੋਜ਼ ਸ਼ਾਮੀ ਮਹਿਫਿਲ ਜੰਮਦੀ ਸੀਗੀ ਤੇ ਕਿਸੇ ਕਹਾਣੀਆਂ ਆਉਂਦੀਆਂ ਸੀਗੀਆਂ। ਤੇ ਮੈਨੂੰ ਤਾਂ ਬੜੀ ਜਲਨ ਹੁੰਦੀ ਸੀ, ਮੈਨੂੰ ਬੜਾ ਸਾੜਾ ਆਉਂਦਾ ਸੀ। ਮੈਂ ਕਿਹਾ ਤੇ ਗੋਰੇ ਸਾਰੇ ਘੁੰਮਦੇ ਫਿਰਦੇ ਨੇ ਤੇ ਰੋਜ਼ ਉਹ ਕਹਾਣੀਆਂ ਸੁਣਾਏ, ਅਸੀਂ ਇਹ ਕੀਤਾ, ਅਸੀਂ ਉਹ ਕੀਤਾ। ਸਭ ਤੋਂ ਜ਼ਿਆਦਾ ਆਪਾਂ ਇਹ ਗੱਲ ਨੂੰ ਤੁਰਦੀ ਰੱਖਾਂਗੇ, ਪਰ ਸਭ ਤੋਂ ਜ਼ਿਆਦਾ ਫੈਸੀਨੇਟਿੰਗ ਸਟੋਰੀ ਜਿਹੜੀ ਤੁਹਾਡੇ ਹੁਣ ਵੀ ਦਿਲ ਤੇ ਲਿਖੀ ਹੈ ਵੀ ਉਹਨੇ ਇਹੋ ਜਿਹੀ ਕੀ ਸੁਣਾਈ ਸੀ ਜਿੱਥੋਂ ਤੁਹਾਡੇ ਅੰਦਰ ਮਤਲਬ ਇੱਕ ਫਾਇਰ ਨੇ ਜਨਮ ਲਿਆ ਵੀ ਹੁਣ ਮੈਂ ਕਰਨਾ ਤਾਂ ਇਹੀ ਕਰਨਾ ਬਸ? ਕੋਈ ਇੱਕ ਸਪੈਸੀਫਿਕ ਗੱਲ ਨਹੀਂ ਸੀਗੀ ਐਕਚੁਅਲੀ ਨਾ, ਕੰਸੋਲੀਡੇਸ਼ਨ ਸੀਗਾ ਉਹਦੀ ਜਰਨੀ ਦਾ। ਸਾਨੂੰ ਲੱਗਦਾ ਸੀਗਾ ਕਿ ਮਤਲਬ ਮੈਂ ਜਿਸ ਇਮੈਜਿਨ ਕਰਦਾ ਸੀਗਾ ਕਿ ਉਹ ਫਲਾਣੀ ਜਗ੍ਹਾ ਗਈ, ਉਹਨੇ ਉੱਥੇ ਕੈਸੇ ਲੋਕਾਂ ਨੂੰ ਮਿਲੀ, ਕਿੰਨਾ ਇੰਜੋਏ ਕੀਤਾ। ਤੇ ਸਾਨੂੰ ਲੱਗਾ ਸੀ ਯਾਰ ਅਸੀਂ ਇੱਥੇ ਕੀ ਕਰਨੇ ਪਏ ਆ। ਕਈ ਵਾਰ ਕਈ ਲੋਕਾਂ ਦਾ ਸੁਣਾਉਣ ਦਾ ਢੰਗ ਹੀ ਇੰਨਾ ਸੋਹਣਾ ਹੁੰਦਾ ਹੈ ਨਾ, ਉਹਦਾ ਜਿਹੜਾ ਐਕਸਪ੍ਰੈਸ਼ਨ ਹੈ ਨਾ ਉਸ ਤਰ੍ਹਾਂ ਹੁੰਦਾ ਸੀਗਾ, ਲੱਗਦਾ ਸੀ ਅਸੀਂ ਪਹੁੰਚ ਗਏ ਉੱਥੇ। ਤੇ ਫਿਰ ਮੈਨੂੰ ਲੱਗਿਆ ਵੀ ਇਹ ਜਿਹੜਾ ਗੋਰੇ ਕਰ ਸਕਦੇ ਅਸੀਂ ਵੀ ਜ਼ਰੂਰ ਕਰਾਂਗੇ। ਕੋਈ ਜ਼ਿੱਦ ਵਾਲਾ ਵੀ ਕੰਮ ਸੀਗਾ ਕਿ ਵੀ ਅਸੀਂ ਵੀ ਕਰਨੀ ਹੈ ਜੀ। ਤੇ ਫਿਰ ਅਸੀਂ ਪਲਾਨ ਕੀਤੀ ਤੇ ਉਹ ਫਿਰ ਵਿੱਚ ਲਾਸਟ ਵਿੱਚ ਆਇਆ ਕਿ ਬਈ ਘਰੋਂ ਪਰਮਿਸ਼ਨ ਤੇ ਲਾਓ। ਨਹੀਂ ਤੁਸੀਂ ਉਹ ਵੀ ਦੱਸੋ ਵੀ ਉਹ ਪੂਰੀ ਜਰਨੀ ਕੀ ਸੀਗੀ? ਅੱਛਾ ਪੂਰੀ ਜਰਨੀ ਤਾਂ ਸੀਗੀ ਬਈ ਅਸੀਂ ਪਲਾਨ ਕੀਤਾ, ਉਹ ਜੂਲੀਆ ਤੇ ਚਲੀ ਗਈ। ਫਿਰ ਮੈਂ ਤੇ ਮੇਰਾ ਫਰੈਂਡ ਸੀ ਕਮਲ ਜੈਨ, ਅਸੀਂ ਕਿਹਾ ਵੀ ਹੁਣ ਅਸੀਂ ਜੂਲੀਆ ਚਲੇਗੀ ਚਿੰਗਾਰੀ ਲਾ ਕੇ, ਆਪ ਚਲੇਗੀ ਸਾਡੇ ਤੇ ਫਸੂੜੀ ਪਾ ਗਈ। ਤੇ ਅਸੀਂ ਕਿਹਾ ਵੀ ਅਸੀਂ ਜਾਵਾਂਗੇ ਤੇ ਹੁਣ ਜਾਵਾਂਗੇ। ਅਸੀਂ ਤੇ ਪਹਿਲੇ ਚੀਜ਼ ਸੀਗੀ ਬਾਈਕ, ਤੇ ਅਸੀਂ ਦੋਨਾਂ ਬੰਦੇ ਨੇ ਇੱਕੋ ਬਾਈਕ ਲੈ ਕੇ ਜਾਣੀ ਸੀਗੀ। ਤੇ ਯਾਮਾ 350 ਉਸ ਕੋਲ ਨਵੀਂ ਆਈ ਸੀਗੀ, ਫਰੀਦਾਬਾਦ ਅੰਦਰ ਸਕਾਟਸ ਕੰਪਨੀ ਸੀ, ਉਹ ਬਣਾਉਂਦੇ ਸੀਗੇ। ਸੋ ਫੋਰਚੂਨੇਟਲੀ ਉਹਦਾ ਜਿਹੜਾ ਜਨਰਲ ਮੈਨੇਜਰ ਸੀਗਾ ਉਹਦਾ ਬੇਟਾ ਸਾਡਾ ਫਰੈਂਡ ਸੀਗਾ। ਅਸੀਂ ਉਹਨੂੰ ਕਿਹਾ, ਮੈਂ ਕਿਹਾ ਯਾਰ ਆਪਣੇ ਪਾਪੇ ਨੂੰ ਕਿਹਾ ਸਾਨੂੰ ਗੱਡੀ ਸਪਾਂਸਰ ਕਰ ਦੇ ਬਾਈਕ। ਉਹਨੇ ਸੀਰੀਅਸ ਨੋਟ 'ਤੇ ਗੱਲ ਕੀਤੀ ਤਾਂ ਅੰਕਲ ਨੇ ਸਾਨੂੰ ਬੁਲਾ ਲਿਆ, ਕਹਿੰਦੇ ਤੁਸੀਂ ਪੁੱਤਰੋਂ ਜਾਣਾ ਹੈ? ਅਸੀਂ ਮੈਂ ਕਿਹਾ ਹਾਂਜੀ ਜਾਣਾ। ਪਾਪਾ ਜੀ ਐਗਰੀਡ? ਨਹੀਂ ਪਾਪਾ ਜੀ ਨੇ ਤਾਂ ਛਿੱਤਰ ਮਾਰੇ ਹੁਣ ਉਹਦੇ ਬਾਅਦ ਦੀ ਕਹਾਣੀ ਹੈ। ਪਹਿਲੇ ਅੰਕਲ ਨੇ ਕਿਹਾ ਵੀ ਗੱਡੀ ਤੈਨੂੰ ਦੇ ਦੇਣੇ ਆ, ਤੇ ਉਹਨਾਂ ਨੇ ਸਾਨੂੰ ਗੱਡੀ ਦੀ ਪ੍ਰੋਮਿਸ ਕਰਤੀ। ਆਫੀਸ਼ੀਅਲੀ ਸਾਨੂੰ ਮਿਲ ਵੀ ਮਤਲਬ ਲਿਖ ਵੀ ਦੇ ਦਿੱਤਾ ਉਹਨਾਂ ਨੇ। ਹੁਣ ਸੀਗਾ ਵੀ ਬਿੱਲੀ ਦੇ ਗਲੇ 'ਚ ਘੰਟੀ ਕੌਣ ਬਣੇਗਾ, ਪਰਮਿਸ਼ਨ ਲੈਣੀ ਸੀਗੀ। ਪਰ ਤੁਹਾਨੂੰ ਬਿਲਕੁਲ ਡਰ ਨਹੀਂ ਲੱਗਿਆ ਹੈ ਨਾ? ਤੁਸੀਂ ਸਪਾਂਸਰ ਵੀ ਕਰਾ ਲਈ ਬਾਈਕ ਵੀ, ਪਹਿਲਾਂ ਘਰੋਂ ਤਾਂ ਪੁੱਛ ਲਓ। ਅਸੀਂ ਤੇ ਨਾ ਅੱਖ ਬੰਦ ਕਰਕੇ ਇੱਕ ਐਸੀ ਰਾਤ 'ਚ ਤੁਰ ਪਏ ਸੀ, ਸਾਨੂੰ ਪਤਾ ਨਹੀਂ ਸੀ ਕਰਨਾ ਕੀਗਾ। ਸਾਨੂੰ ਪਤਾ ਸੀ ਬਸ ਅਸੀਂ ਜਾਣਾ ਹੈ, ਬਸ ਗੱਡੀ ਚਾਹੀਦੀ ਹੈ ਤੇ ਪਾਸਪੋਰਟ ਬਣਾਉਣਾ ਹੈ। ਪਾਸਪੋਰਟ ਬਣ ਗਿਆ, ਗੱਡੀ ਆ ਗਈ। ਹੁਣ ਸੀਗਾ ਵੀ ਪਰਮਿਸ਼ਨ ਤੇ ਲਾਓ, ਘਰੋਂ ਪੁੱਛ ਕੇ ਤੇ ਜਾਓਗੇ। ਤੇ ਨਾ ਕਮਲ ਆਪਣੇ ਪਿਓ ਨੂੰ ਪੁੱਛੇ, ਨਾ ਮੇਰੇ ਨਾਨਾ ਜੀ, ਮੈਂ ਨਾਨਾ ਜੀ ਕੋਲ ਰਹਿੰਦਾ ਸੀ ਆਪਣੇ, ਤੇ ਨਾ ਉਹ ਸਾਡੀ ਹਿੰਮਤ ਪਵੇ। ਬੜੀ ਮੁਸ਼ਕਿਲ ਨਾਲ ਫਿਰ ਮੈਂ ਇੱਕ ਦਿਨ ਨਾਨਾ ਜੀ ਇਕੱਲੇ ਬੈਠੇ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਅਸੀਂ ਬਾਊ ਜੀ ਕਹਿੰਦੇ ਸੀ ਉਹਨਾਂ ਨੂੰ, ਮੈਂ ਕਿਹਾ ਬਾਊ ਜੀ ਮੇਰਾ ਨਾ ਇੱਕ ਸੁਪਨਾ ਡਰੀਮ ਹੈਗਾ। ਕਹਿੰਦਾ ਡਰੀਮ ਕੀ ਹੁੰਦਾ? ਮੈਂ ਕਿਹਾ ਜੀ ਮੇਰਾ ਸੁਪਨਾ ਹੈਗਾ। ਕਹਿੰਦਾ ਕੀ? ਮੈਂ ਕਿਹਾ ਜੀ ਮੈਂ ਨਾ ਵਰਲਡ ਟੂਰ ਕਰਨਾ ਹੈ। ਵਰਲਡ ਟੂਰ ਤੱਕ ਤਾਂ ਉਹਨਾਂ ਨੇ ਸੁਣੀ ਸੀ ਕਹਾਣੀ। ਤੇ ਉਹਦੇ ਬਾਅਦ ਮੈਂ ਕਿਹਾ ਜੀ ਬਾਈਕ 'ਤੇ ਜਾਣਾ ਹੈ। ਬਸ ਬਾਈਕ ਦਾ ਨਾਂ ਸੁਣਨਾ ਸੀ, ਲੱਗ ਗਈ ਬੰਮ ਫਟ ਗਿਆ। ਗਾਲਾਂ ਗੁਲਾਂ ਕੱਢੀਆਂ ਮੈਨੂੰ ਹੋੜੀਆਂ ਕਿੰਨੀਆਂ ਪੁੱਛਣ। ਤੇ ਉਹ ਉੱਚੀ ਹੈ ਹਾਂ ਨਹੀਂ ਹਾਂ ਬਿਲਕੁਲ। ਉਹ ਤਾਂ ਹੀ ਵਾਜ਼ ਵੈਰੀ ਲਾਊਡ। ਕਹਿੰਦੇ ਪਿਓ ਨੇ ਤੇਰੇ ਸ਼ੁਰੂ ਕਰਕੇ ਦਿੱਤਾ ਤੈਨੂੰ ਰੈਸਟੋਰੈਂਟ,
ਹਾਂ ਤੇ ਤੂੰ ਆਪਣਾ 4 ਮਹੀਨੇ ਹੋਏ ਨਹੀਂ ਤੇ ਤੂੰ ਕਹਿੰਦਾ ਮੈਂ ਵਰਲਡ ਟੂਰ ਤੇ ਲਗਾਣਾ, ਕੋਈ ਮੋਟਰਸਾਈਕਲ ਤੇ ਜਾਣਾ। ਉਮਰ ਕਿੰਨੀ ਸੀ ਤੁਹਾਡੀ ਉਸ ਵੇਲੇ? ਮੈਂ ਸੀਗਾ ਮੁਸ਼ਕਿਲ ਨਾਲ 18-19 ਸਾਲ ਦਾ। ਹਾਂ, ਤੇ ਤੁਹਾਨੂੰ ਕੀ, ਤੁਸੀਂ ਕੀ ਸੋਚਿਆ ਵੀ 19 ਸਾਲ ਦੀ ਉਮਰ 'ਚ ਤੁਹਾਨੂੰ ਘਰੋਂ ਜਾ ਲੈਣਗੇ? 19 ਸਾਲ ਦੀ ਉਮਰ ਮੈਂ ਆਪਣੇ ਪਾਪੇ ਨੂੰ ਕਹਿੰਦਾ ਮੇਰਾ ਵਿਆਹ ਕਰਾ ਦਿਓ, ਤੁਸੀਂ ਕਹਿੰਦੇ ਹੋ ਜਾਣ ਦੀ ਗੱਲ ਕਰਦੇ। ਇੰਨੀ ਕੀ ਕਾਲੀ ਪਈ ਸੀ, ਲਵ ਮੈਰਿਜ ਕਰਾਉਣਾ ਚਾਹੁੰਦੇ ਸੀ? ਨਹੀਂ, ਲਵ ਮੈਰਿਜ ਨਹੀਂ ਕਰਾਉਣਾ ਚਾਹੁੰਦੇ ਸੀ। ਬਸ ਹੁੰਦਾ ਨਾ ਬੰਦਾ ਕਹਿੰਦਾ ਹੁਣ ਮੈਂ ਬਸ ਸਭ ਕੁਝ ਵੇਖ ਲਿਆ, ਹੁਣ ਤੇ ਮੈਂ ਸੈਟਲ ਹੋਣਾ ਹੈਗਾ। 19 ਸਾਲ ਦੀ ਉਮਰ 'ਚ ਕੀ ਦੇਖ ਲਿਆ? ਅਰੇ ਹੁਣ ਜਿਹੜਾ ਉਸ ਉਮਰ ਜਿਹੜਾ ਬੰਦਾ ਦੇਖਦਾ ਸਭ ਦੇਖ ਲਿਆ ਸੀ, ਹੁਣ ਕੀ ਦੱਸੀਏ ਤੁਹਾਨੂੰ। There is something fishy in the statement. ਅੱਜ ਕੱਲ ਦੇ ਬੱਚੇ ਜਵਾਨ ਹੁੰਦੇ ਨੇ, ਅਸੀਂ ਵੀ ਤਾਂ ਜਵਾਨ ਹੋਏ ਆ। ਬਿਲਕੁਲ ਹੈ, ਅੱਜ ਕੱਲ ਦੇ ਬੱਚੇ ਤਾਂ ਬਹੁਤ ਜ਼ਿਆਦਾ ਫਾਰਵਰਡ ਨੇ। ਤੁਸੀਂ ਮੈਨੂੰ ਲੱਗਦਾ ਕੁਝ ਜ਼ਿਆਦਾ ਜਲਦੀ ਜਵਾਨ ਹੋ ਗਏ ਤੇ ਘਰਦਿਆਂ ਨੇ ਕਿਹਾ ਨਹੀਂ ਵੀ this is right, ਜਵਾਨ ਦਾ ਨਹੀਂ ਕਹਿ ਸਕਦਾ, I was matured enough at a very young age। ਤੇ ਫਿਰ ਤੁਹਾਨੂੰ ਮਤਲਬ ਕਿਉਂ ਇੰਨੀ ਜਲਦੀ ਤੁਸੀਂ ਵਿਆਹ ਕਰਾਉਣ ਦਾ ਕਿਉਂ ਸੋਚਿਆ 19 ਸਾਲ ਦੀ ਉਮਰ 'ਚ ਸਿਰਫ? ਨਹੀਂ ਦੇਖੋ, ਮੈਨੂੰ ਇਹ ਲੱਗਦਾ ਸੀਗਾ ਕਿ ਵੀ ਕਿਉਂਕਿ ਮੇਰੇ ਫਾਦਰ ਨੇ ਮੇਰੇ ਨੂੰ ਰੈਸਟੋਰੈਂਟ ਖੋਲ੍ਹਤਾ ਸੀਗਾ, ਗੱਡੀ ਮੇਰੇ ਕੋਲ ਆਪਣੀ ਸੀਗੀ, ਘਰ ਮੇਰੇ ਸਾਹਮਣੇ ਸੀਗਾ ਜਿੱਥੇ ਰੈਸਟੋਰੈਂਟ ਸੀਗਾ, ਉਹਦੇ ਜਸਟ ਆਪੋਜ਼ਿਟ ਮੈਂ ਰਹਿੰਦਾ ਸੀਗਾ। ਸੋ ਦੇਖੋ ਬੰਦਾ ਵਿਆਹ ਦੀ ਕਦੋਂ ਸੋਚਦਾ ਹੈ, ਜਸਟ ਸਟੈਬਲਿਸ਼ ਹੋਵੇ, ਸੈਟਲ ਹੋਵੇ ਜੀ, ਠੀਕ ਹੈ ਨਾ। ਤੋ ਪੈਸੇ ਪੂਸੇ ਦੀ ਕੋਈ ਕਮੀ ਸੀਗੀ ਨਹੀਂ, ਘਰ-ਬਾਰ ਸੀਗਾ, ਕੁੜੀ ਵਾਲੇ ਦੇਖਣ ਆਉਂਦੇ ਸੀ, ਹਾਂ ਜੀ ਮੁੰਡਾ ਕੀ, ਮੁੰਡੇ ਦਾ ਆਪਣਾ ਰੈਸਟੋਰੈਂਟ ਹੈ ਜੀ, ਗੱਡੀ ਵੀ ਹੈਗੀ, ਘਰ ਵੀ ਹੈਗਾ, ਸਭ ਕੁਝ ਸੀਗਾ। ਤੇ ਫਿਰ ਇਹ ਲੱਗਦਾ ਚਾਹੀਦਾ ਹੁੰਦਾ, ਹਾਂ ਇਹ ਚਾਹੀਦਾ ਹੁੰਦਾ ਕਿਸੇ ਨੂੰ ਵੀ। ਤੇ ਮੈਨੂੰ ਲੱਗਦਾ ਸੀਗਾ ਵੀ ਹੁਣ ਮੈਂ ਸੈਟਲ ਹੈਗਾ ਤੇ ਮੈਨੂੰ ਹੁਣ ਵਿਆਹ ਕਰਾ ਲੈਣਾ ਚਾਹੀਦਾ ਹੈਗਾ। ਅੱਛਾ, ਰੈਸਟੋਰੈਂਟ ਖੋਲ੍ਹੇ ਨੂੰ 4 ਮਹੀਨੇ ਹੋਏ ਸੀ ਤੇ ਉਹ ਐਂਡ ਯੂ ਵਰ ਰਨਿੰਗ ਸਕਸੈਸਫੁਲੀ? ਹਾਂਜੀ, ਫਸਟ ਕਲਾਸ ਵਧੀਆ ਤੇ ਰੈਸਟੋਰੈਂਟ ਚੱਲਦਾ ਪਿਆ ਸੀਗਾ। ਤੇ ਫਿਰ ਉਹ ਤੋਂ ਬਾਅਦ ਹੁਣ ਤੁਸੀਂ ਨਾਨਾ ਜੀ ਨੂੰ ਸਰਪ੍ਰਾਈਜ਼ ਦੇਤਾ? ਹੁਣ ਨਾਨਾ ਜੀ ਨੇ ਮੈਨੂੰ ਸਰਪ੍ਰਾਈਜ਼ ਦੇ ਦਿੱਤਾ, ਬੈਠ ਚੁੱਪ ਕਰਕੇ। ਤੇ ਅਸੀਂ ਫਿਰ ਚੁੱਪ ਕਰਕੇ ਫਿਰ ਬਹਿ ਗਏ, ਫਿਰ ਮਤਲਬ ਸਭ ਕੁਝ ਸ਼ੈਲਫ ਹੋ ਗਿਆ। ਲੇਕਿਨ ਉਹ ਜਿਹੜਾ ਤੀਰ ਗੱਡਿਆ ਸੀ ਨਾ ਇੱਥੇ ਕਿ ਵੀ ਦੈਟ ਵਾਸ ਮਾਈ ਜੂਲੀਆ ਦੀ ਚਿੰਗਾਰੀ। ਹਾਂ, ਜੂਲੀਆ ਦੀ ਚਿੰਗਾਰੀ, ਉਹ ਬਲਦੀ ਰਹੀ ਤੇ ਉਹ ਫਿਰ ਅਸੀਂ ਪਾਂਬੜ ਬਣ ਗਈ। ਉਹ ਨਹੀਂ, ਹਾਂ ਪਾਂਬੜ। ਤੁਸੀਂ ਦੇਖੋ ਆਪਣੇ ਪੈਸ਼ਨ ਨੂੰ 40 ਸਾਲ ਤੱਕ ਪਾਲਣਾ, ਯੈਸ, ਇਟ ਵਾਸ ਅ ਬਿਗ ਡੀਲ। ਉਹ 40 ਸਾਲ ਤੱਕ ਮੈਂ ਆਪਣਾ ਸੁਪਨਾ ਇੱਥੇ ਰੱਖਿਆ, ਪਾਲ ਕੇ ਵੱਡਾ ਕੀਤਾ, ਕਦੀ ਉਹਨੂੰ ਛੱਡਿਆ ਨਹੀਂ। ਸਾਡੀ ਮੈਨੂੰ ਪ੍ਰੋਬਲਮ ਪਤਾ ਕੀ ਹੈ ਕਿ ਸਾਰੀ ਜਨਰੇਸ਼ਨ ਦੀ, ਅਸੀਂ ਨਾ ਵਿੱਚ ਅੱਧ ਰਸਤੇ ਛੱਡ ਦਿੰਦੇ ਹਾਂ ਚੀਜ਼ਾਂ ਨੂੰ ਜੀ, ਤੇ ਉਹ ਚੀਜ਼ਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਹੁਣ ਤੁਹਾਡਾ ਕੋਈ ਪੈਸ਼ਨ ਹੈਗਾ, ਤੁਸੀਂ ਇਹਨੂੰ ਪੂਰਾ ਕਰਨਾ ਹੈ ਜਾਂ ਕੁਝ ਵੀ ਹੋਵੇ, ਜਿਹੜੀ ਚੀਜ਼ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਲਾਈਫ ਵਿੱਚ, ਜੇ ਤੁਸੀਂ ਇਹਨੂੰ ਪ੍ਰਸਿਸਟਲੀ ਉਹਨੂੰ ਪਰਸੂ ਕਰਦੇ ਜਾਓਗੇ ਤੇ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚ ਜਾਓਗੇ। ਬਿਲਕੁਲ, ਚੀਜ਼ਾਂ ਆਪਣੇ ਸਹੀ ਸਮੇਂ ਤੇ ਹੁੰਦੀਆਂ ਨੇ ਤੇ ਉਹ ਤਾਂ ਪੂਰੀ ਨਹੀਂ ਹੋਣੀ। ਅੰਗਰੇਜ਼ੀ ਇੱਕ ਬੜੀ ਸੋਹਣੀ ਕਹਾਵਤ ਹੈਗੀ, 100% ਸਕਸੈਸ, 99% ਸਕਸੈਸ ਇਜ਼ 100% ਫੇਲਿਅਰ। ਜਿਹੜੀ 99% ਸਕਸੈਸ ਹੈ ਉਹ ਜ਼ੀਰੋ ਹੈਗੀ, ਕਿਉਂਕਿ ਜਿਹੜਾ ਲਾਸਟ ਦਾ 1% that matters। ਬਿਲਕੁਲ, ਪਾਣੀ ਵੀ ਜਿਹੜਾ ਹੈ ਨਾ 100 ਡਿਗਰੀ ਤੇ evaporate ਹੁੰਦਾ ਹੈਗਾ, 99 ਡਿਗਰੀ ਤੇ ਪਾਣੀ ਵੀ ਨਹੀਂ evaporate ਹੁੰਦਾ। ਤਾਂ ਤੁਹਾਨੂੰ ਐਂਡ ਤੱਕ ਜਾਣ ਵਾਸਤੇ ਤੁਹਾਨੂੰ ਪੂਰਾ ਉਸ ਚੀਜ਼ ਨੂੰ ਮੁਕੰਮਲ ਕਰਨਾ ਪਏਗਾ। ਤੇ ਮੈਂ ਆਪਣੇ ਸੁਪਨੇ ਨੂੰ ਐਂਡ ਤੱਕ ਪਾ ਲਿਆ। ਐਜੂਕੇਸ਼ਨ ਸਿਰਫ ਤੁਸੀਂ 12 ਕਲਾਸਾਂ ਪੜ੍ਹੇ? ਮੈਂ 10ਵੀਂ ਫੇਲ ਸੀਗਾ, ਬੜੀ ਮੁਸ਼ਕਿਲ ਨਾਲ ਫਿਰ ਐਗਜ਼ਾਮ ਦੇ ਕੇ ਪਾਸ ਹੋਇਆ ਬਾਅਦ ਵਿੱਚ। ਅੱਛਾ, 12 ਵੀ ਨਹੀਂ ਕੀਤੀਆਂ? 12 ਵੀ ਨਹੀਂ ਕੀਤੀਆਂ, 10 ਬੜੀ ਔਖੀਆਂ ਸੀਗਾ ਕਰਨੀਆਂ। ਤੁਹਾਨੂੰ ਐਵੇਂ ਕੀ ਲੱਗਿਆ ਵੀ ਪੜ੍ਹਾਈ ਲਿਖਾਈ ਨੂੰ ਤੁਸੀਂ ਟਾਈਮ ਵੇਸਟ ਸਮਝਦੇ ਸੀ? ਨਹੀਂ, ਇੰਟਰਸਟ ਹੀ ਨਹੀਂ ਸੀਗਾ। ਕੌਣ ਮੈਥਮੈਟਿਕ ਪੜ੍ਹੇ, ਹਿਸਟਰੀ, ਅਕਬਰ ਕਬ ਪੈਦਾ हुआ था, ਬਾਬਰ ਕਬ ਮਰਾ था, ਫਿਰ ਪੈਸੇ ਕੀ ਲੈਣਾ ਅਕਬਰ ਬਾਬਰ ਨਾਲ, ਕਦੋਂ ਪੈਦਾ ਹੋਏ ਸੀ? ਮੇਰੀ ਜ਼ਿੰਦਗੀ 'ਚ ਉਹਦਾ ਕੀ ਇੰਪੈਕਟ ਹੈ? ਫਰਮ ਦ ਵੈਰੀ ਬਿਗਨਿੰਗ ਯੂ ਸਟਾਰਟਡ। ਦੇਖੋ, ਅਸੀਂ ਮੈਂ ਪੜ੍ਹਾਈ ਛੱਡਣ ਦੇ ਰੀਜ਼ਨ ਹੁੰਦੇ ਨੇ। ਆ ਪੜ੍ਹਾਈ ਕਰਨ ਦੇ ਬਾਅਦ ਬੰਦਾ ਕੀ ਕਹਿੰਦਾ ਹੈ, ਨੌਕਰੀ ਜਾਂ ਬਿਜ਼ਨਸ, ਉਹ ਮੈਂ ਕਰ ਹੀ ਰਿਹਾ ਸੀਗਾ ਤੇ ਮੈਂ ਫਿਰ ਕਾਹਦੇ ਨੂੰ ਪੜ੍ਹਾਂ। ਦੂਜੀ ਚੀਜ਼ ਹੈ ਤੁਹਾਨੂੰ ਹਾਂ, ਤੇ ਦੂਜਾ ਹੁੰਦਾ ਕਿ ਬਈ ਬੰਦੇ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ। ਤੇ ਅਸੀਂ ਕੀ ਕੀਤਾ, 10ਵੀਂ ਪਾਸ ਕਰਨ ਤੋਂ ਬਾਅਦ ਇੰਗਲਿਸ਼ ਸਪੀਕਿੰਗ ਕੋਰਸ ਕਰ ਲਿਆ ਥੋੜੀ ਬਹੁਤ। ਤੁਸੀਂ ਆਈਡੀਆ ਦੇ ਰਹੇ ਹੋ ਵਿਊਅਰਸ ਨੂੰ? ਆਈਡੀਆ ਨਹੀਂ ਦੇ ਰਿਹਾ ਮੈਂ ਦੱਸ ਰਿਹਾ ਜੋ ਮੈਂ ਕੀਤਾ ਹੈ। ਤੇ ਅਸੀਂ ਉਹ ਇੰਗਲਿਸ਼ ਸਪੀਕਿੰਗ ਕੋਰਸ ਕਰ ਲਿਆ, ਥੋੜੀ ਬਹੁਤ ਅੰਗਰੇਜ਼ੀ ਬੋਲਣੀ ਆ ਗਈ। ਹੁਣ ਕਪਿਲ ਸ਼ਰਮਾ ਤੋਂ ਚੰਗੀ ਬੋਲ ਲੈਂਦੇ ਭਾਈ। ਹਾਂ, ਵਾਹ, ਉਹਨਾਂ ਤੋਂ ਅੱਛੀ ਸ਼ਾਇਦ ਤੁਸੀਂ ਕਾਮੇਡੀ ਵੀ ਕਰ ਸਕਦੇ ਹੋ ਕਈ ਵਾਰ, ਹੈ ਨਾ। ਬੰਦਾ ਕਈ ਵਾਰੀ ਹਿਡਨ ਜੈਮ ਹੁੰਦਾ, ਉਹਨੂੰ ਆਪਣਾ ਪਤਾ ਨਹੀਂ ਹੁੰਦਾ। ਮੈਂ ਗੈਸ ਲਾ ਪਾ ਰਹੀ ਹਾਂ। ਅੱਛਾ, ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਫਿਰ ਵਿਆਹ ਹੋ ਗਿਆ। when I was 21 I got married। ਮੇਰੀ ਵਾਈਫ ਸੀਗੀ 20 ਸਾਲਾਂ ਦੀ, ਮੈਂ ਸੀਗਾ 21 ਸਾਲਾਂ 'ਚ। ਨੈਕਸਟ ਈਅਰ ਬੱਚਾ ਹੋ ਗਿਆ ਤੇ ਉਹਦੇ ਬਾਅਦ ਫਿਰ ਜ਼ਿੰਦਗੀ ਸ਼ੁਰੂ ਹੋ ਗਈ। ਤੇ ਫਿਰ ਰੈਸਟੋਰੈਂਟ ਕੀਤਾ ਇੰਨੇ ਸਾਲ? ਰੈਸਟੋਰੈਂਟ ਮੇਰੀ ਬੜੀ ਖਰਾਬ ਆਦਤ ਹੈ, ਮੈਂ ਚੀਜ਼ਾਂ ਤੋਂ ਬੜੀ ਜਲਦੀ ਬੋਰ ਹੋ ਜਾਣਾ। ਸੋ ਮਤਲਬ ਮੈਨੂੰ ਕੋਈ ਚੀਜ਼, ਆਈ ਨੀਡ ਐਕਸਾਈਟਮੈਂਟ ਇਨ ਦ ਲਾਈਫ, ਕਿ ਮੈਨੂੰ ਕੁਛ ਨਾ ਕੁਛ ਨਵਾਂ ਚਾਹੀਦਾ ਕਰਨ ਵਾਸਤੇ। ਸੋ ਐਸੀ ਕਰਕੇ ਹੁਣ ਮੈਚ ਕਰ ਰਿਹਾ ਨਾ, ਦਿਸ ਟਰੈਵਲ ਸੈਟਿਸਫਾਈਡਸ ਮੀ ਸੋ ਵੈਲ। ਮੈਨੂੰ ਲੱਗਦਾ ਕਿ ਬਈ ਮੈਂ ਬਹੁਤ ਖੁਸ਼ ਹੈਗਾ। ਹੁਣ ਮੈਂ ਕਿਤੇ ਮੈਨੂੰ ਕੋਈ ਇੰਟਰਵਿਊ ਤੋਂ ਬੁਲਾਉਂਦਾ ਹੈ, ਪੋਡਕਾਸਟ 'ਤੇ ਬੁਲਾਉਂਦਾ ਹੈ, ਮੇਰੀ ਵਾਈਫ ਕਹਿੰਦੀ ਕੀ ਹੈ ਤੁਸੀਂ ਬਾਰ-ਬਾਰ ਰੋਜ਼ ਗਏ ਹੁੰਦੇ ਹੋ? ਮੈਂ ਕਿਹਾ ਮੇਰੇ ਨਾਲ ਆਕਸੀਜਨ ਹੈਗਾ, ਇਹ ਮੈਨੂੰ ਨਾ ਆਕਸੀਜਨ ਦਿੰਦਾ ਹੈਗਾ। ਵੈਨ ਆਈ ਮੀਟ ਪੀਪਲ, ਵੈਨ ਆਈ ਟਰੈਵਲ, ਸੋ ਇਹ ਮੈਨੂੰ ਲੱਗਦਾ ਕਿ ਮੇਰੀ ਫੁਲਫਿਲਮੈਂਟ ਹੈਗੀ ਜੋ ਲਾਈਫ ਵਿੱਚ ਜੋ ਮੈਂ ਕਰਨਾ ਚਾਹੁੰਦਾ,
ਮੈਨੂੰ ਮਿਲਦਾ ਪਿਆ। ਤੁਹਾਡੀ ਆਪਸ 'ਚ ਕੈਮਿਸਟਰੀ ਕਿਵੇਂ ਸੀ ਤੁਹਾਡੀ ਤੇ ਤੁਹਾਡੀ ਵਾਈਫ ਦੀ? ਉੱਥੇ ਤਾਂ ਨਹੀਂ ਬੋਰ ਹੋ ਗਏ ਸੀ? ਨਹੀਂ ਉੱਥੇ ਨਹੀਂ ਬੋਰ ਹੋਇਆ ਉੱਥੇ ਤਾਂ ਨਹੀਂ ਬੋਰ ਹੋਇਆ, ਪਰ ਉਹ ਵੀ ਕਹਾਣੀਆਂ ਹੈਗੀਆਂ। ਕੁਝ ਸੁਣਾਓ। ਕੁਝ ਨਹੀਂ, ਬਸ ਮੈਂ ਜਿੱਦਾਂ ਆਮ ਬੱਚੇ ਹੁੰਦੇ ਨੇ, ਮੈਂ ਵੀ ਉਸ ਤਰ੍ਹਾਂ ਦਾ ਬੱਚਾ ਹੀ ਸੀਗਾ। ਬੀਅਰ ਪੀਣੀ, ਵਿਸਕੀ ਪੀਣੀ, ਦਾਰੂ ਪੀਣੀ ਹੁੰਦਾ ਹੀ ਸੀਗਾ, ਅਤੇ ਉਹ ਕਰਦੇ ਸੀਗੇ। ਅਤੇ ਫਿਰ ਉਸ ਕਰਕੇ ਉਹਦਾ ਇੰਪੈਕਟ ਜਿਹੜਾ ਪੈਂਦਾ ਤੁਹਾਡੀ ਫੈਮਿਲੀ ਦੇ ਉੱਤੇ, ਉਸ ਚੀਜ਼ ਦਾ ਅਹਿਸਾਸ ਨਹੀਂ ਸੀਗਾ ਮੈਨੂੰ ਸ਼ਾਇਦ। ਬੜੇ ਟਾਈਮ ਬਾਅਦ ਉਸ ਟਾਈਮ ਤੁਸੀਂ ਫੀਲ ਨਹੀਂ ਕਰਦੇ ਵੀ ਇਹ ਮਾੜੀਆਂ ਅਲਾਮਤਾਂ ਨੇ, ਹੈ ਨਾ? ਹਾਂਜੀ, ਕਿਉਂਕਿ ਉਹ ਦੇਖੋ ਲੋਕੀ ਸਮਝਦੇ ਨੇ ਕਿ ਬੜਾ ਚੰਗਾ ਕੰਮ ਹੈਗਾ, ਮਤਲਬ ਸੁਸਾਇਟੀ ਵਾਸਤੇ ਕਰ ਰਹੇ ਹੈਗੇ ਆ। ਤੁਹਾਨੂੰ ਨਾ ਇਹ ਨਦਾਨੀਆਂ ਜਿਹੜੀਆਂ ਨੇ ਨਾ ਯਾਦ ਨਹੀਂ ਹੁੰਦੀਆਂ ਕਿ ਤੁਹਾਡੇ ਸ਼ਰਾਬ ਪੀਣ ਨਾਲ, ਜਾਂ ਸ਼ਰਾਬ ਪੀਣੀ ਵੀ ਜਿਹੜੀ ਸੀ ਨਾ ਉਹ ਹੀ ਹੈਗੀ, ਜਾਂ ਬੋਤਲ ਨਹੀਂ ਜਾਂ ਹਮ ਨਹੀਂ, ਮਤਲਬ ਉਸ ਕਿਸਮ ਦੀ ਸ਼ਰਾਬ ਪੀਣੀ। ਤੁਸੀਂ ਕਿੰਨੀ ਸ਼ਰਾਬ ਪੀਂਦੇ ਸੀ? ਯਾਰ ਮੈਂ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦਾ, ਵੀ ਜਿਹੜੇ ਦੇਖ ਰਹੇ ਨੇ ਸੁਣ ਲੈਣ ਚੰਗੀ ਤਰੀਕੇ ਨਾਲ। I do not promote alcohol। ਨਹੀਂ ਆਪਾਂ ਉਸ ਲੈਵਲ ਦੀ ਗੱਲ ਨਹੀਂ ਕਰ ਰਹੇ, ਸ਼ਾਇਦ ਮੈਨੂੰ ਕੋਈ ਨਵਾਂ ਰੂਪ ਦੇਵਾਂਗੀ ਗੱਲ ਨੂੰ। ਹਾਂਜੀ। ਤੇ ਮੈਂ ਪੌਣੀ ਬੋਤਲ ਸ਼ਰਾਬ ਰੋਜ਼ ਪੀਂਦਾ ਸੀਗਾ, ਬਲੈਕ ਲੇਬਲ ਦੀ ਪੌਣੀ ਬੋਤਲ, ਲੀਟਰ ਵਾਲੀ ਬੋਟਲ, ਮੈਂ 1 ਬੋਤਲ ਸ਼ਰਾਬ ਰੋਜ਼ ਦੀ। ਇੰਨੀ ਤੁਹਾਨੂੰ ਤੁਸੀਂ ਡਾਈਜੈਸਟ ਕਰ ਲੈਂਦੇ ਸੀ? ਜਦ ਤੁਸੀਂ ਅਰਲੀ ਉਮਰ ਸ਼ੁਰੂ ਕਰ ਦਿਓ ਸ਼ਰਾਬ ਪੀਣੀ, ਸ਼ਰਾਬ ਜਿਹੜੀ ਨਾ 2 ਧਾਰੀ ਤਲਵਾਰ ਹੈਗੀ। ਸਾਡੇ ਨਾਨਾ ਜੀ ਸਾਨੂੰ ਕਹਿੰਦੇ ਸੀਗੇ, ਉਹ ਕਹਿੰਦੇ ਸੀ ਜਾਂ ਤਾਂ ਬੰਦੇ ਦਾ ਇਹ ਦਿਮਾਗ ਇਹਦੇ 'ਤੇ ਅਸਰ ਕਰਦੀ ਹੈ, ਕੋਈ ਬੰਦਾ ਕੋਈ ਜੀ ਮੈਨੂੰ ਤਾਂ ਚੜ੍ਹਦੀ ਹੀ ਨਹੀਂ, ਤੇ ਉਹਦੇ ਫਿਰ ਪੇਟ 'ਤੇ ਅਸਰ ਕਰਦੀ, ਤੁਹਾਡੀ ਫਿਜ਼ੀਕਲ ਹੈਲਥ ਖਰਾਬ ਹੋ ਜਾਏਗੀ ਜੀ, ਅਤੇ ਉਹ ਕਿਤੇ ਨਾ ਕਿਤੇ ਅਸਰ ਕਰੇਗੀ। ਮੇਰੇ ਤਾਂ ਇਹ ਸੀਗਾ ਕਿ ਮੈਨੂੰ ਲੱਗਦਾ ਸੀ ਮੈਨੂੰ ਸ਼ਰਾਬ ਚੜ੍ਹ ਹੀ ਨਹੀਂ ਰਹੀ, ਤੇ ਉਹ ਅਲਟੀਮੇਟਲੀ ਤਾਂ ਨੁਕਸਾਨ ਕਰਦੀ ਹੈ ਨਾ। ਸ਼ਰਾਬ ਨਾਲ ਤੁਹਾਨੂੰ ਕਿਹੜੇ ਨੁਕਸਾਨ ਹੋਏ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਐਸੀ ਤੇ ਕਨਫੈਸ ਕਰਨ ਵਾਸਤੇ, ਐਕਸੈਪਟ ਕਰਨ ਵਾਸਤੇ ਕਿ ਆਈ ਵਾਜ਼ ਅ ਬੈਡ ਐਲਕੋਹਲਿਕ ਫॉर so many number of years, ਐਂਡ ਮੇਰੀ ਵਾਈਫ ਨੇ ਕਾਫੀ ਬਰਦਾਸ਼ਤ ਕੀਤਾ ਇਸ ਗੱਲ ਨੂੰ। ਸੋ ਫॉर 25 long years she was in support of me। ਉਹ ਮੈਨੂੰ ਛੱਡ ਕੇ ਗਈ ਨਹੀਂ, ਅਤੇ ਉਹਨੇ ਮੇਰੇ ਸਿਰ ਅਰਦਾਸਾਂ ਕੀਤੀਆਂ, ਸਭ ਕੁਝ ਕੀਤਾ, ਅਤੇ ਉਹ ਅਰਦਾਸਾਂ ਜਿਹੜੀਆਂ ਫਿਰ ਇੱਕ ਦਿਨ ਅਸਰ ਦਿਖਾਇਆ ਉਸ ਅਰਦਾਸ। ਪਰ ਸ਼ਰਾਬ ਦੇ ਜਿਹੜੇ ਮਾੜੇ ਇੰਪੈਕਟ ਸੀ ਉਹ ਜ਼ਿੰਦਗੀ 'ਤੇ ਕੀ ਪਏ? ਮਾੜੇ ਇੰਪੈਕਟ ਇਹ ਸੀਗਾ ਕਿ ਮੇਰੇ ਪਰਿਵਾਰ ਦੇ ਉੱਤੇ ਬੜਾ ਇੰਪੈਕਟ ਪੈਂਦਾ ਸੀ। ਤੁਹਾਨੂੰ ਨਹੀਂ ਲੱਗਦਾ। ਹੁਣ ਤੁਸੀਂ ਮੈਂ ਰਾਤੀ ਸ਼ਰਾਬ ਪੀ ਕੇ ਰਾਤੀ 2 ਵਜੇ ਘਰ ਆ ਰਿਹਾ, ਅਤੇ ਮੇਰੀ ਨਾਨੀ ਵਿਚਾਰੀ ਦਰਵਾਜ਼ੇ ਬੂਹੇ 'ਤੇ ਖਲੋਤੀ ਜਾਲੀ ਮੈਨੂੰ ਦੇਖ ਰਹੀ ਹੈ ਕਿ ਵੀ ਕਦੋਂ ਆਏਗਾ ਪੁੱਤਰ, ਅਤੇ ਵਾਈਫ ਮੇਰੀ ਜਾਗ ਰਹੀ, ਖਾਣਾ ਨਹੀਂ ਖਾਇਆ ਉਹਨੇ, ਅਤੇ ਇਹ ਚੀਜ਼ਾਂ ਤੁਸੀਂ ਸਮਝਦੇ ਹੋ ਬੜੀ ਕੀ ਹੋ ਗਿਆ, ਅਤੇ ਤੁਸੀਂ ਪੀਤੀ ਹੋ, ਤੁਹਾਡੇ ਸੇ ਫਿਰ ਲੱਗਦਾ ਕੀ ਹੋ ਗਿਆ। ਬਿਲਕੁਲ। ਪਰ ਤੁਸੀਂ ਉਹਨਾਂ ਦੀ ਜਗ੍ਹਾ 'ਤੇ ਆਪਣੇ ਆਪ ਨੂੰ ਰੱਖ ਕੇ ਸੋਚੋ। ਹੁਣ ਮੈਂ ਸੋਚਣਾ ਤਾਂ ਮੈਨੂੰ ਆਪਣੇ ਆਪ 'ਤੇ ਬੜਾ ਸ਼ਰਮ ਆਉਂਦੀ ਹੈਗੀ। ਇਹ ਗੱਲਾਂ ਮੈਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤਾਂ ਕਿ ਜੋ ਮੇਰੀ ਜ਼ਿੰਦਗੀ ਗੁਜ਼ਰਿਆ ਸ਼ਾਇਦ ਕੋਈ ਨਸੀਹਤ ਲੈ ਸਕੇ ਇਸ ਚੀਜ਼ ਤੋਂ। ਬਿਲਕੁਲ। ਕਿਉਂਕਿ ਜਿਸ ਵਕਤ ਮੈਂ ਕਰ ਰਿਹਾ ਸੀ ਮੈਨੂੰ ਨਹੀਂ ਸਮਝ ਆ ਰਹੀ ਸੀਗੀ, ਅਤੇ ਇਸ ਤਰ੍ਹਾਂ ਹਾਲੇ ਵੀ ਬਥੇਰੇ ਸਾਰੇ ਲੋਕ ਨੇ ਜਿਹੜੇ ਡਰਿੰਕ ਕਰਦੇ ਨੇ ਜੀ। ਇਹ ਕਹਾਣੀ ਇਹ ਕਹਿਣਾ ਬੜਾ ਬੇਵਕੂਫੀ ਵਾਲਾ ਕੰਮ ਹੈ। ਮੈਂ ਤਾਂ ਇੱਕ ਡਰਿੰਕ ਲੈ ਲਿਆ, 2 ਡਰਿੰਕ ਲੈ ਲਿਆ, ਇੱਥੇ ਕਿੰਨੇ ਬੰਦੇ ਨੇ ਜਿਹੜੇ ਪੀਂਦੇ ਨੇ, ਉਹ ਫਿਰ ਬਹੁਤ ਸਾਰੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ, ਜਿਹੜੇ ਕੁੜੀਆਂ ਵੀ ਪੀਂਦੀਆਂ ਨੇ, ਮੁੰਡੇ ਵੀ ਪੀਂਦੇ ਨੇ, ਸਾਰੇ ਪੀਂਦੇ ਨੇ, ਪਰ ਕੋਈ ਲਿਮਿਟ ਸ਼ੁਰੂ 'ਚ ਲਿਮਿਟ ਲੱਗਦੀ ਹੈਗੀ ਕਿ ਮੈਂ 2 ਡਰਿੰਕ ਲੈਣੇ ਨੇ ਜਾਂ ਮੈਂ 2 ਬੀਅਰ ਪੀਣੇ ਨੇ। ਫਿਰ ਟਾਈਮ ਇਸ ਤਰ੍ਹਾਂ ਆਉਂਦਾ ਵੈਨ ਯੂ ਰੀਅਲੀ ਬਿਕਮ ਐਲਕੋਹਲਿਕ, ਫਿਰ ਤੁਹਾਨੂੰ ਉਹ ਜਿਹੜਾ ਨਾ ਉਹਦੀ ਲਿਮਿਟ ਨਹੀਂ ਪਤਾ ਹੁੰਦੀ। ਅੱਛਾ, ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਪੈਸੇ ਦਾ ਕੋਈ ਸਟ੍ਰੈਸ ਨਹੀਂ ਸੀ? ਕੋਈ ਸਟ੍ਰੈਸ ਨਹੀਂ ਸੀ, ਕੋਈ ਸਕਸੈਸ ਦਾ ਕੋਈ ਲੋਚਾ ਨਹੀਂ ਸੀ, ਹੈ ਨਾ? ਪਰ ਫਿਰ ਤੁਸੀਂ ਸਿਰਫ ਔਰ ਸਿਰਫ ਸ਼ੌਂਕ ਨੂੰ ਪੀਂਦੇ ਸੀ? ਨਹੀਂ, ਮੈਨੂੰ ਅੱਛਾ ਮੇਰੇ ਨਾ ਮਤਲਬ ਇਟਸ ਵੈਰੀ ਫਨੀ ਟੂ ਸੇ ਦੈਟ ਆਈ ਰੀਅਲੀ ਇੰਜੋਇਡ ਮਾਈ ਡਰਿੰਕਸ। ਮਤਲਬ ਮੈਨੂੰ ਇਹ ਨਹੀਂ ਸੀਗਾ ਕਿ ਬਈ ਕੋਈ ਮਾੜੀ ਬੋਤਲ ਪੀਣੀ ਹੈ ਜਾਂ ਕੋਈ ਦੇਸੀ ਸ਼ਰਾਬ ਪੀਣੀ ਹੈ। ਮਤਲਬ ਮੈਂ ਚੰਗੇ ਬ੍ਰਾਂਡ ਜਿਹੜੇ ਸੀਗੇ ਸਕਾਚ ਦੇ, ਉਹ ਮੇਰੇ ਕੋਲ ਕਲੈਕਸ਼ਨ ਹੁੰਦੀ ਸੀਗੀ। ਜਿਸ ਤਰ੍ਹਾਂ ਉਹ ਕੋਈ ਕਿਹੜੀ ਪਿਕਚਰ ਆਈ ਸੀ ਸ਼ਰਾਬੀ ਅਮਿਤਾਭ ਬੱਚਨ ਦੀ, ਪਿੱਛੇ ਗੱਡੀ 'ਚ ਬਾਰ ਹੁੰਦੀ ਸੀ, ਮੇਰੇ ਕੋਲ ਵਾਈਟ ਮਰਸੀਡੀਜ਼ ਸੀਗੀ 350 ਲੈਫਟ ਹੈਂਡ ਡਰਾਈਵ, USA ਤੋਂ ਮੈਂ ਕਿਸੇ ਨੇ ਵੇਚੀ ਸੀ, ਉਹਦੇ ਮੈਂ ਲਿੱਤੀ ਸੀਗੀ, ਅਤੇ ਉਹਦੇ ਅੰਦਰ ਫਰੰਟ ਵਿੱਚ ਪੂਰਾ ਬਾਰ ਬਣਿਆ ਸੀਗਾ। ਅੱਛਾ। ਹਾਂ, ਸੋ ਮੈਂ ਬੜੇ ਸ਼ੌਕ ਨਾਲ ਮਤਲਬ ਉਹ ਮੈਂ ਸ਼ਰਾਬ ਵੀ ਜਦ ਤੱਕ ਪੀਤੀ ਬੜੇ ਸ਼ੌਕ ਨਾਲ ਪੀਤੀ। ਬੜੇ ਚੰਗੇ ਬ੍ਰਾਂਡ ਮੇਰੇ ਹੁੰਦੇ ਸੀਗੇ, ਉਹ ਮੈਂ ਪੀਂਦਾ ਸੀਗਾ। ਤੋ ਜਦ ਪੀ ਕੇ ਮੈਂ ਇੰਜੋਏ ਕਰਦਾ ਸੀਗਾ, ਇਹ ਨਹੀਂ ਖਾਲੀ ਸਿਰ ਘੁਮਾਉਣ ਲਈ ਤੂੰ ਸ਼ਰਾਬ। ਕਹਿੰਦੇ ਵੀ गालिब शराब पीने दे मस्जिद में बैठकर, जहाँ वो जगह बिता जहाँ खुदा नहीं है। पर फिर इकबाल कहते हैं कि मस्जिद खुदा का घर है, कोई पीने की जगह नहीं, काफिर के दिल में जा वहाँ खुदा नहीं। फिर मीर तकी मीर कहते कि काफिर के दिल से आया हूँ मैं, ये देख कर खुदा मौजूद है वहाँ भी काफिर को पता नहीं। तो जो इस काफिर दी जिंदगी च खुदा दी एंट्री होंदी है, एंड दैट वाज अ वंडरफुल किस्सा। आई जस्ट वांट यू टू शेयर विद ऑल द गाइस। जी बिल्कुल जी। ਤੇ ਪੀਂਦੇ ਜਿਹੜਾ ਟਾਈਮ ਜਿੰਨਾ ਹੋ ਗਿਆ, ਅਤੇ ਫਿਰ
ਜਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਉਂਦਾ ਨਾ ਤੇ ਉਹ ਉੱਤੇ ਵਾਲੇ ਦੀ ਮਰਜ਼ੀ ਦੇ ਬਿਨਾਂ ਤੁਸੀਂ ਨਾ ਪੀ ਸਕਦੇ ਹੋ, ਨਾ ਤੁਹਾਡੀ ਜ਼ਿੰਦਗੀ ਬਦਲਦੀ ਹੈਗੀ ਜੀ। ਤੇ ਮੇਰੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਇਆ। ਉਹ ਮੇਰੀ ਜਿਸ ਕਦੋਂ ਚੇਂਜ ਹੋਇਆ ਕਿਸ ਤਰੀਕੇ ਨਾਲ ਕਿ ਮੇਰੀ ਸਾਲੀ ਜਿਹੜੀ ਸੀ ਅਮਰੀਕਾ ਰਹਿੰਦੀ ਸੀ, ਮੇਰੇ ਸਹੁਰੇ ਅੰਮ੍ਰਿਤਸਰ ਦੇ ਨੇ। ਸੋ ਵੰਸ ਆਈ ਵਾਸ ਦੇਅਰ, ਸੋ ਕਹਿੰਦੀ ਵੀਰ ਜੀ ਤੁਹਾਨੂੰ ਗਿਫਟ ਦੇਣਾ ਹੈਗਾ, ਤੇ ਉਹਨੇ ਇੱਕ ਬਾਕਸ ਲਿਆ ਕੇ ਮੇਰੇ ਹੱਥ 'ਚ ਫੜਾ ਦਿੱਤਾ। ਇਟ ਵਾਸ ਕੁਆਇਟ ਅ ਹੈਵੀ। ਸੋ ਜਿਸ ਵਕਤ ਮੈਂ ਮਜ਼ਾਕ ਇਹਨੂੰ ਕਹਿ ਦਿੱਤਾ ਕਿ ਵੀ ਇਹ ਕੀ ਵਿਸਕੀ ਦੀ ਬੋਟਲਾਂ ਮੈਨੂੰ ਗਿਫਟ ਕਰ ਰਹੀਆਂ, ਕਾਫੀ ਸਾਰੀਆਂ ਨੇ। ਕਹਿੰਦੀ ਵੀਰ ਜੀ ਖੋਲ੍ਹ ਕੇ ਤਾਂ ਵੇਖੋ। ਅਤੇ ਜਿਸ ਮੈਂ ਖੋਲ੍ਹ ਕੇ ਉਹਨੂੰ ਵੇਖਿਆ ਤੇ ਆਈ ਵਾਸ ਸ਼ੌਕਡ। ਮੇਰੇ ਕੋਲ ਆਈ ਵਾਸ ਸਪੀਚਲੈਸ ਰਾਦਰ, ਕਿਉਂਕਿ ਉਹਦੇ ਅੰਦਰ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ, ਤੇ ਉਹ ਵੀ ਹਿੰਦੀ ਵਿੱਚ, ਕਿਉਂਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਸੀ ਜੀ। ਤਾਂ ਉਹਨੇ ਐਸਾ ਚੂਜ਼ ਕੀਤਾ ਕਿ ਵੀ ਮੈਂ ਪੜ੍ਹ ਸਕਾਂ। ਉਹ ਸਪੈਸ਼ਲੀ ਜਾ ਕੇ ਤੋਂ ਹਿੰਦੀ ਦਾ ਮਹਾਰਾਜ ਦਾ ਸਰੂਪ ਲੈ ਕੇ ਆਈ, ਉਹਨੇ ਮੈਨੂੰ ਗਿਫਟ ਕੀਤਾ। ਉਸ ਸਰੂਪ ਨੇ ਮੇਰੀ ਸਾਰੀ ਜ਼ਿੰਦਗੀ ਨੂੰ ਬਦਲ ਦਿੱਤਾ। ਮਤਲਬ ਜਿਹਨੂੰ ਕਹਿੰਦੇ ਨਾ ਕਿ ਅਪਸ ਐਂਡ ਡਾਊਨ, ਉਹ ਹੋ ਗਿਆ ਬਿਲਕੁਲ ਹੀ। ਸਭ ਕੁਝ ਬਦਲ ਗਿਆ ਮੇਰੇ ਵਾਸਤੇ। ਮੈਂ ਮਹਾਰਾਜ ਦਾ ਸਰੂਪ ਘਰ ਲੈ ਕੇ ਆਇਆ, ਅਸੀਂ ਪ੍ਰਕਾਸ਼ ਕੀਤਾ ਘਰ ਵਿੱਚ। ਪ੍ਰਕਾਸ਼ ਕਰਨ ਤੋਂ ਬਾਅਦ ਮੁਸ਼ਕਿਲ ਨਾਲ ਸ਼ਾਇਦ 15 ਦਿਨ ਗੁਜ਼ਰ ਗਏ। ਜਦ ਤੁਸੀਂ ਮਹਾਰਾਜ ਦਾ ਸਰੂਪ ਜਦੋਂ ਹੋਲਡ ਕਰਦੇ ਹੋ, ਹੈ ਨਾ, ਤੇ ਤੁਸੀਂ ਕੀ ਫੀਲ ਕਰਦੇ ਹੋ? ਵੀ ਇਟਸ ਅ ਬਿਗ ਰਿਸਪੌਂਸਿਬਿਲਿਟੀ। ਉਹ ਮੈਨੂੰ ਤੇ ਮੈਂ ਤੇ ਪਹਿਲੇ ਤਾਂ ਕਨਫਿਊਜ਼ ਸੀਗਾ, ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕਰਾਂ ਕੀ। ਫਿਰ ਮੈਂ ਆਪਣੇ ਡੈਡ ਨੂੰ ਫੋਨ ਕੀਤਾ ਤੇ ਮੈਂ ਉਹਨਾਂ ਕੋਲ ਰਿਕੁਐਸਟ ਕਰਕੇ, ਉਹਨਾਂ ਦਾ ਇੱਕ ਆਫਿਸ ਸੀਗਾ, ਫਿਰ ਉਹਨਾਂ ਨੇ ਦਿੱਤਾ। ਮੈਂ ਵੀ ਘਰ ਪ੍ਰਕਾਸ਼ ਵੀ ਤਾਂ ਕਰਨਾ ਹੈਗਾ ਜੀ। ਫਿਰ ਅਸੀਂ ਉਹ ਲੈ ਕੇ ਆਏ, ਉਹਨਾਂ ਨੇ ਪੂਰਾ ਸਥਾਨ ਬਣਾ ਕੇ ਰੱਖਿਆ ਸੀਗਾ। ਫਿਰ ਅਸੀਂ ਨੈਕਸਟ ਡੇ ਕਿਹਾ ਕਿ ਵੀ ਹੁਣ ਉਹਨਾਂ ਨੂੰ ਇਹ ਵੀ ਪਾਠ ਕਰਨਾ ਹੋਏਗਾ ਜੀ। ਫਿਰ ਅਸੀਂ ਗੁਰਮੁਖੀ ਦਾ ਸਰੂਪ ਲਿਆ, ਫਿਰ ਉਹ ਦੋ ਸਰੂਪਾਂ ਦਾ ਪ੍ਰਕਾਸ਼ ਕੀਤਾ ਉੱਥੇ ਘਰ ਵਿੱਚ। ਅਤੇ ਉਹਦੇ ਬਾਅਦ ਉਹ ਮਤਲਬ ਉਹ ਤੁਹਾਨੂੰ ਨਾ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅੰਦਰੋਂ ਉਹਨਾਂ ਕੁਝ ਲੱਗ ਰਿਹਾ ਕਿ ਤੁਹਾਡੀ ਜ਼ਿੰਦਗੀ 'ਚ ਬਦਲਾਅ ਆ ਰਿਹਾ। ਹੁਣ ਉਹ ਜਿਹੜੀ ਫੀਲ ਜਿਹੜੀ ਹੈ ਨਾ, ਐਕਸਪਲੇਨ ਕਰਨੀ ਬੜੀ ਔਖੀ ਹੈਗੀ, ਕਿਉਂਕਿ ਉਹ ਇੱਕ ਐਸੀ ਹੈ। ਹੁਣ ਨਾਓ ਆਈ ਕੈਨ ਫੀਲ, ਜਿਸ ਵਕਤ ਤੁਸੀਂ ਤੁਹਾਡੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕੋਈ ਸਪਿਰਿਚੁਅਲ ਚੇਂਜ ਆਉਂਦਾ ਹੈ ਨਾ, ਤੁਹਾਨੂੰ ਸਮਝ ਨਹੀਂ ਆਉਂਦਾ। ਹੁਣ ਮੈਂ ਉਸ ਤੋਂ ਬਾਅਦ ਮੇਰੇ ਇੰਨੇ ਸਾਰੇ ਐਕਸਪੀਰੀਐਂਸਿਸ ਹੋਏ, ਮੈਂ ਇੰਨੇ ਸਾਰੇ 700 ਤੋਂ ਜ਼ਿਆਦਾ 750 ਗੁਰਦੁਆਰਾ ਸਾਹਿਬ ਹੈ, ਅਸੀਂ ਜਰਨੀ ਅੱਗੇ ਗੱਲ ਕਰਾਂਗੇ, ਦਰਸ਼ਨ ਕੀਤੇ ਅਸੀਂ ਜੀ। ਅਤੇ ਹੁਣ ਮੈਂ ਕਿਸੇ ਵੀ ਸਥਾਨ 'ਤੇ ਜਾਣਾ, ਐਸੇ ਸਪਿਰਿਚੁਅਲ ਜਗ੍ਹਾ 'ਤੇ ਜਾਣਾ ਨਾ, ਜਾਂ ਗੁਰਦੁਆਰਾ ਸਾਹਿਬ ਹੋਏ ਜਾਂ ਮੰਦਿਰ ਹੋਏ, ਮਸਜਿਦ ਹੋਏ, ਖਾਸ ਤੌਰ 'ਤੇ ਜਿਹੜੇ ਇਤਿਹਾਸਿਕ ਸਥਾਨ ਨੇ, ਆਈ ਕੁਡ ਫੀਲ ਦ ਐਨਰਜੀ। ਮੈਂ ਹੁਣ ਦਰਬਾਰ ਸਾਹਿਬ ਜਾਣਾ, ਮੈਂ ਜਦ ਤੱਕ ਜੋ ਦਰਸ਼ਨ ਜੋੜੀ ਦੇ ਉੱਥੇ ਉਹਨਾਂ ਦੇ ਅੰਦਰ ਪੈਰ ਰੱਖਣ ਤੋਂ ਜਦ ਤੱਕ ਮੈਂ ਬਾਹਰ ਖੜੋਤਾ ਹੁੰਦਾ ਤਾਂ ਮੈਨੂੰ ਕੁਛ ਨਹੀਂ ਹੁੰਦਾ। ਮੈਂ ਦ ਮਿਨਟ ਆਈ ਸਟੈਪ ਇਨ, ਮੇਰੇ ਅੱਖਾਂ ਤੋਂ ਅਥਰੂ ਨਹੀਂ ਰੁਕਦੇ। ਯੈਸ, ਇਹਨੂੰ ਹਾਜ਼ਰਾ ਹਜ਼ੂਰੀ ਦੀ ਸਿਚੁਏਸ਼ਨ ਕਹਿੰਦੇ ਆ ਇਹਨੂੰ। ਬਿਲਕੁਲ ਉਹ ਹੈਗੀ, ਅਤੇ ਉਹ ਤੁਹਾਨੂੰ ਧੀਰੇ ਐਕਸਪੀਰੀਅੰਸ ਨਾਲ ਆਉਂਦੀ ਹੈਗੀ। ਸੋ ਤੁਹਾਡੇ ਵਾਈਫ ਤਾਂ ਬਹੁਤ ਖੁਸ਼ ਹੋਣਗੇ, ਕਿਉਂਕਿ ਸ਼ੀ ਵਾਸ ਵੈਰੀ ਸਪਿਰਿਚੁਅਲ। ਪੂਰਾ ਪਰਿਵਾਰ ਹੀ ਬੜਾ ਖੁਸ਼ ਸੀਗਾ। ਉਹਦੇ ਬਾਅਦ ਮੈਂ ਜਿਹੜਾ ਬਦਲਾਅ ਮੇਰੇ 'ਚ ਆਇਆ, ਉਹ ਆਇਆ ਸੀਗਾ ਕਿ 15 ਦਿਨਾਂ ਦੇ ਅੰਦਰ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਜੀ ਮੈਂ ਤਾਂ ਅੰਮ੍ਰਿਤ ਛਕਣਾ। ਅਤੇ ਉਹ ਕਹਿੰਦੇ ਨੇ ਵੀ ਤੈਨੂੰ ਪਤਾ ਹੈ ਅੰਮ੍ਰਿਤ ਛਕਣ ਦਾ ਮਤਲਬ ਕੀ ਹੁੰਦਾ ਹੈਗਾ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਅੰਮ੍ਰਿਤ ਛਕਣ ਦਾ ਮਤਲਬ ਕੀ ਹੁੰਦਾ। ਕਹਿੰਦੇ ਨੇ ਉਹਦੀ ਮਰਿਆਦਾ ਹੁੰਦੀ, ਸਭ ਕੁਝ ਹੁੰਦਾ। ਮੈਂ ਕਿਹਾ ਜੀ ਮੈਨੂੰ ਤਾਂ ਇੱਕ ਚੀਜ਼ ਪਤਾ ਹੈ, ਮੈਂ ਅੰਮ੍ਰਿਤ ਛਕਣਾ। ਅਤੇ ਉਹਦੇ ਵਾਸਤੇ ਕੱਲ੍ਹ ਸਵੇਰੇ ਅਸੀਂ ਅਨੰਦਪੁਰ ਸਾਹਿਬ ਜਾ ਰਹੇ ਹਾਂ। ਹਾਂ, ਤੇ ਤੁਸੀਂ ਬਿਲਕੁਲ, ਹਾਂ, ਮੈਂ ਕਿਹਾ ਤੁਸੀਂ ਮੇਰੇ ਨਾਲ ਜਾ ਰਹੇ ਹੋ। ਅਤੇ ਉਹਨਾਂ ਨੇ ਫਿਰ ਮੇਰੇ ਮਦਰ, ਮੇਰੇ ਫਾਦਰ, ਮੇਰੀ ਵਾਈਫ, ਅਤੇ ਅਸੀਂ ਮੇਰੀ ਮਦਰ ਨੂੰ ਛੱਡ ਕੇ ਸਾਰਿਆਂ ਨੇ ਅਸੀਂ ਕਾਰ ਲਏ ਅਤੇ ਅੰਮ੍ਰਿਤਸਰ ਅਸੀਂ ਤੋਂ ਇੱਥੋਂ ਸਿੱਧਾ ਅਸੀਂ ਪਹੁੰਚੇ ਉੱਥੇ ਅਨੰਦਪੁਰ ਸਾਹਿਬ। ਰਾਤ ਉੱਥੇ ਰੁਕੇ। ਸਵੇਰੇ ਜਿਸ ਵਕਤ ਮੈਂ ਨਹਾ ਰਿਹਾ ਸੀਗਾ ਅਤੇ ਮੈਨੂੰ ਯਾਦ ਹੈ ਖਿੜਕੀ ਤੋਂ ਉੱਤੇ ਗੁੰਬਦ ਨਜ਼ਰ ਆ ਰਿਹਾ ਸੀ, ਅਤੇ ਉੱਥੇ ਜਿਹੜਾ ਪਹਿਲਾ ਸ਼ਬਦ ਲੱਗਿਆ ਸੀ ਉਹ ਸੀਗਾ, ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਹਾਰੇ ਲੇਖੇ। ਸੋ ਉਹ ਜਨਮ ਵਾਕਈ ਫਿਰ ਲੇਖੇ ਲੱਗ ਗਿਆ। ਅਤੇ ਉਹਦੇ ਅੰਦਰ ਸਭ ਤੋਂ ਖੂਬਸੂਰਤ ਗੱਲ ਇਹ ਸੀਗੀ ਕਿ ਜਿਹੜੇ ਬੰਦੇ ਐਲਕੋਹਲਿਕ ਹੁੰਦੇ ਨੇ ਨਾ, ਉਹਨਾਂ ਦੇ ਜਿਹੜੇ ਮੈਡੀਕਲ ਰੀਜ਼ਨਸ ਹੁੰਦੇ ਨੇ ਕਿ ਉਹ ਦੇ ਕੈਨ ਨਾਟ ਗਿਵ ਅਪ ਦ ਐਨੀ, ਵੈਦਰ ਯੂ ਆਰ ਸਮੋਕਰ ਔਰ ਡਰੱਗਿਸਟ ਔਰ ਐਲਕੋਹਲਿਕ, ਕੁਛ ਵੀ ਹੋ ਤੁਸੀਂ ਜੀ, ਕਿਸੇ ਚੀਜ਼ ਵੀ ਤੁਹਾਨੂੰ ਅਗਰ ਇਸ ਤਰ੍ਹਾਂ ਦਾ ਭੈੜੀ ਆਦਤ ਲੱਗੀ ਹੋਵੇ, ਉਹਨੂੰ ਛੱਡਣਾ ਥੋੜ੍ਹਾ ਨਾ ਟੈਕਨੀਕਲੀ ਮੁਸ਼ਕਿਲ ਹੁੰਦਾ ਜੀ। ਅਤੇ ਮੇਰੀ ਜ਼ਿੰਦਗੀ ਜਿਹੜਾ ਉਹ ਸੀਗਾ, ਦੈਟ ਵਾਜ਼ ਸੋ ਸਮੂਥਲੈਸ, ਇਤਨਾ ਜ਼ਿਆਦਾ ਸਮੂਥ ਸੀਗਾ ਕਿ ਮੈਂ ਪਹਿਲੇ ਦਿਨ ਤੋਂ ਹੀ ਫਿਰ ਮੈਂ ਜੋ ਵੀ ਜਿੰਨੀ ਵੀ ਭੈੜੀ ਆਦਤਾਂ ਸੀਗੀਆਂ, ਚਾਹੇ ਮੈਂ ਨੌਨ ਵੈਜ ਖਾਂਦਾ ਸੀਗਾ, ਅਤੇ ਛੋਟੀ ਚੀਜ਼ਾਂ ਹੁੰਦੀਆਂ, ਜਾਂ ਜੋ ਵੀ ਮੇਰੇ ਗੰਦੀ ਆਦਤਾਂ ਸੀਗੀਆਂ ਇੰਕਲੂਡਿੰਗ ਡਰਿੰਕਿੰਗ, ਉਹ ਸਭ ਮੈਂ ਛੱਡਤੀਆਂ। ਤਾਂ ਇਟ ਵਾਜ਼ ਜਸਟ ਅ ਡਰੋਪ ਆਫ ਅ ਕਰਟਨ ਦੈਟ ਚੇਂਜ ਮਾਈ ਲਾਈਫ। ਨੈਕਸਟ ਡੇ ਮੋਰਨਿੰਗ ਨਾ ਮੈਨੂੰ ਕੋਈ ਵਿਡਰਾਵਲ ਸਿੰਪਟਮ ਕੋਈ ਨਹੀਂ ਸੀਗਾ, ਅਤੇ ਨਾ ਮੈਨੂੰ ਕੋਈ ਐਸਾ ਲੱਗਦਾ ਸੀ ਕਿ ਵੀ ਕੋਈ ਮੇਰੀ ਜ਼ਿੰਦਗੀ ਦੇ ਅੰਦਰ ਉਹ ਚੀਜ਼ਾਂ ਜਿਹੜੇ ਉਹਨਾਂ ਦੀ ਕਮੀ ਜਿਸ ਅੰਦਰ ਮਹਿਸੂਸ ਕਰਦਾ ਬੰਦਾ, ਕੁਛ ਮੈਨੂੰ ਮਹਿਸੂਸ ਨਹੀਂ ਹੋਇਆ। ਕਿਉਂਕਿ ਇਹ ਨਾ ਮੈਨੂੰ ਲੱਗਦਾ ਵੀ ਮੋਰ ਔਰ ਲੈਸ ਇਟ ਇਜ਼ ਅ ਮਾਈਂਡ ਗੇਮ, ਜਦੋਂ ਤੁਸੀਂ ਆਪਣੀ ਸੈਂਸਿਸ ਨੂੰ ਕੰਟਰੋਲ 'ਚ ਕਰ ਲੈਂਦੇ ਹੋ। ਇਹਦੇ ਅੰਦਰ ਮੈਂ ਕਹਾਂ ਕਿ ਅਗਰ ਮੈਂ ਕੁਛ ਕੀਤਾ ਤਾਂ ਮੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਹੋਏਗਾ। ਇਟ ਵਾਜ਼ ਹਿਮ ਹੂ ਡਿਡ ਇਟ। ਇਹ ਤਾਂ ਉਹਦੀ ਬਲੈਸਿੰਗਸ ਹੈਗੀਆਂ। ਮੇਰੀ ਮਾਂ ਨੂੰ 6 ਮਹੀਨੇ ਤੱਕ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹਨੇ ਵਾਕਈ ਛੱਡ ਦਿੱਤੀ ਹੈਗੀ। ਓਕੇ, ਹਾਂ, ਮਤਲਬ ਮੇਰੇ ਯਾਰ ਦੋਸਤ, ਮੇਰੇ ਸਭ ਕੁਝ ਕਹਿੰਦੇ ਨੇ ਇਹ ਮਤਲਬ ਉਹਨਾਂ ਵਾਸਤੇ, ਸਭ ਵਾਸਤੇ
ਮੈਂ ਵੀ ਹੁਣ ਬੜਾ ਸੋਚਾਂ ਸ਼ੌਕਿੰਗ ਸੀ। ਹਾਂ, ਉਹਨਾਂ ਸੇ ਉਹ ਕਹਿੰਦੇ ਕਿ ਕਹਿੰਦਾ ਮਿਰੇਕਲ ਹੋਇਆ ਹੈ, ਤੇ ਮੈਂ ਅੱਜ ਸੋਚਣਾ ਤੇ ਵਾਕਈ ਇਹ ਮੇਰੇ ਵਾਸਤੇ ਇੱਕ ਮਿਰੇਕਲ ਸੀਗਾ ਜਿਹਨੇ ਵਿਚ ਚੇਂਜ ਮਾਈ ਲਾਈਫ ਇਨ ਕੰਪਲੀਟਲੀ। ਖਾਲੀ ਸ਼ਰਾਬ ਨਹੀਂ ਹੁੰਦੀ, ਉਹਦੇ ਨਾਲ ਜਿਹੜਾ ਇੰਪੈਕਟ ਸੁਸਾਇਟੀ ਤੇ ਹੁੰਦਾ ਹੈ। ਹੁਣ ਮੇਰੇ ਬੱਚੇ ਦਾ, ਮੇਰੇ ਬੇਟੇ ਦਾ ਵਿਆਹ ਹੋਇਆ, ਘਰ ਨੂੰ ਆ ਰਹੀ ਸੀ, ਅਗਰ ਮੈਂ ਉਹ ਪੁਰਾਣਾ ਵਾਲਾ ਬੰਦਾ ਹੁੰਦਾ ਤੇ ਉਹਦਾ ਕੀ ਇੰਪੈਕਟ ਹੁੰਦਾ ਘਰ ਵਿੱਚ। ਫਿਰ ਮੇਰੇ ਪੋਤਰੇ ਹੋਏ, ਉਹਨਾਂ ਤੇ ਕੀ ਅਸਰ ਹੁੰਦਾ। ਮੇਰੀ ਵਾਈਫ ਨੇ ਤਾਂ ਚਲੋ ਜਿੰਨੇ ਸਾਲ ਗੁਜ਼ਾਰਨੇ ਸੀ ਗੁਜ਼ਾਰ ਲਏ, ਲੇਕਿਨ ਉਹ ਤੇ ਘਰ ਨਵੇਂ ਆਏ ਸੀਗੇ ਤੇ ਉਹਨਾਂ ਤੇ ਕਿੰਨਾ ਇੰਪੈਕਟ ਪੈਣਾ ਸੀਗਾ। ਉਹ ਕੀ ਸਿੱਖਦੇ ਮੇਰੇ ਕੋਲੋਂ। ਅੱਛਾ, ਜਦੋਂ ਤੁਸੀਂ ਬਦਲ ਜਾਂਦੇ ਹੋ ਫਿਰ ਸਮਾਜ ਦਾ, ਦੁਨੀਆ ਦਾ, ਤੁਹਾਡੇ ਯਾਰਾਂ ਦੋਸਤਾਂ ਦਾ ਤੁਹਾਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ। ਸੋ ਇਸ ਤਰ੍ਹਾਂ ਦੀ ਬਦਲੀ ਹੋਈ ਨਜ਼ਰਾਂ ਨੂੰ ਤੁਸੀਂ ਕਦੇ ਫੀਲ ਕੀਤਾ? ਬਦਲ ਜਾਂਦਾ ਹੈ, ਬੁਲਾਣਾ ਹੀ ਬੰਦ ਕਰਤਾ ਉਹਨਾਂ ਨੇ ਪਾਰਟੀਆਂ ਤੇ। ਹਾਂ, ਪਹਿਲੇ ਮੇਰੇ ਬਿਨਾਂ ਕੋਈ ਪਾਰਟੀ ਹੁੰਦੀ ਨਹੀਂ ਸੀ। ਉਹਦੇ ਬਾਅਦ ਸ਼ੁਰੂ 'ਚ ਆਇਆ ਵੀ ਹੁਣ ਮਤਲਬ ਮੈਂ ਮਨਾ ਤਾਂ ਨਹੀਂ ਕਰ ਸਕਦਾ, ਉਹਨਾਂ ਨੇ ਮੈਨੂੰ ਬੁਲਾਉਂਦੇ ਸੀਗੇ, ਮੈਂ ਜਾਂਦਾ ਸੀਗਾ। ਕੋਕ ਦੇ ਅੰਦਰ ਮੈਂ ਥੋੜਾ ਜਿਹਾ ਸੋਡਾ ਪਾ ਕੇ ਮੈਂ ਹੱਥ 'ਚ ਗਲਾਸ ਲੈ ਕੇ ਸਾਈਡ ਤੇ ਖੜਾ ਹੋ ਜਾਂਦਾ ਸੀ। ਉਸ ਫਿਰ ਧੀਰੇ ਉਹ ਕਹਿੰਦੇ ਬੇਵਕੂਫ ਹੁਣ ਨਾ ਕੋਈ ਬੋਲਦਾ ਹੈ, ਨਾ ਕੋਈ ਮਜ਼ਾਕ ਕਰਦਾ ਹੈਗਾ, ਇਹ ਤਾਂ ਸੋਬਰ ਹੋ ਗਿਆ। ਫਿਰ ਉਹਨਾਂ ਨੇ ਹੌਲੀ ਮੈਨੂੰ ਬੁਲਾਣਾ ਹੀ ਬੰਦ ਕਰਤਾ। ਬਿਲਕੁਲ, ਫਿਰ ਅਸੀਂ ਹੋ ਗਏ ਬਿਲਕੁਲ ਹੀ ਅਲੱਗ। ਅੱਛਾ, ਤੁਸੀਂ ਕੀ ਫੀਲ ਕੀਤਾ? ਸੀਗਾ ਸੋਸਾਇਟੀ ਖਤਮ ਹੋ ਗਈ ਮੇਰੀ, ਜਿਹੜੀ ਜੋ ਸੋ ਕਾਲ ਜਿਹਨੂੰ ਆਪਾਂ ਕਹਿੰਦੇ ਵੀ ਬੁਰੀ ਸੋਸਾਇਟੀ, ਉਹ ਕੋਈ ਖਤਮ ਹੀ ਹੋ ਗਈ। ਜਦੋਂ ਸ਼ਰਾਬ ਤੁਹਾਨੂੰ ਆਪਣਾ ਗੁਲਾਮ ਕਰ ਲੈਂਦੀ ਹੈ ਨਾ, ਤੁਸੀਂ ਬਹੁਤ ਜ਼ਿਆਦਾ ਪੀਣ ਲੱਗ ਜਾਂਦੇ, ਤੁਸੀਂ ਉਹਦੇ ਆਦੀ ਹੋ ਜਾਂਦੇ ਹੋ, ਤੁਸੀਂ ਉਹਦੇ ਅਧੀਨ ਹੋ ਜਾਂਦੇ ਹੋ। ਤੇ ਹੁੰਦਾ ਨਾ ਵੀ ਜਦੋਂ ਸ਼ਾਮ ਨੂੰ 6-7 ਵਜਦੇ ਆ, ਤੁਹਾਨੂੰ ਮਤਲਬ ਇੱਕ ਯਾਦ ਰਹਿੰਦਾ ਬਸ 6 ਵਜਣ 7 ਵਜਣ ਵੀ ਮੈਂ ਆਪਣਾ ਅੱਡਾ ਖੋਲ ਕੇ ਬੈਠ ਜਾ। ਪੰਜਾਬੀ 'ਚ ਕਹਿੰਦੇ ਆ ਵੀ ਤੁਹਾਡੇ ਕੀੜੇ ਲੜਨ ਲੱਗ ਜਾਂਦੇ ਆ ਸ਼ਰਾਬ ਵਾਲੇ, ਹੈ ਨਾ। ਘੰਟੀ ਵੱਜ ਜਾਂਦੀ ਹੈ। ਜਾਂ ਫਿਰ ਸਾਰਾ ਦਿਨ ਇਹੀ ਧਿਆਨ ਰਹਿੰਦਾ। ਜਿਹੜਾ ਸ਼ਰਾਬੀ ਬੰਦਾ ਉਹ 5-7 ਵਜੇ ਤੱਕ ਆਪਣੇ ਸਾਰੇ ਕੰਮ ਵਾਈਂਡ ਅਪ ਕਰ ਲੇਗਾ। ਉਹਨੂੰ ਇੱਦਾਂ ਹੁੰਦਾ ਵੀ ਕੋਈ ਉਹਦੇ ਕੋਲ ਬੈਠੇ ਨਾ ਬੈਠੇ, ਬਸ ਉਹ ਤੇ ਉਹਦਾ ਬੋਟਲ, ਹੈ ਨਾ, ਉਹਦੀ ਬੋਟਲ ਹੀ ਉਹਦੇ ਦੋਸਤ ਹੁੰਦੀ ਹੈ। ਸੋ ਤੁਹਾਡੇ ਨਾਲ ਕੀ ਸੀਨ ਸੀ? ਮੇਰੇ ਨਾਲ ਇਹ ਸੀਨ ਸੀ ਕਿ ਸ਼ਾਮ ਜਿਸ ਹੁੰਦੀ ਸੀ ਨਾ, ਮੈਨੂੰ ਜਿਸ ਸੂਰਜ ਡੁੱਬਦਾ ਹੈ ਨਾ, ਉਹ ਟਾਈਮ ਮੇਰੇ ਤੇ ਇਸ ਤਰ੍ਹਾਂ ਭਾਰੀ ਹੁੰਦਾ ਸੀ, ਮੈਨੂੰ ਲੱਗਦਾ ਸੀ ਪਤਾ ਨਹੀਂ ਕੀ ਹੋ ਰਿਹਾ ਮੇਰੀ ਬੋਡੀ 'ਚ। ਮੇਰੇ ਹੱਥ ਕੰਬਦੇ ਸੀਗੇ ਲਿਟਰਲੀ, ਅਤੇ ਮੈਨੂੰ ਲੱਗਦਾ ਸੀ ਬਸ ਸੂਰਜ ਡੁੱਬੇ ਸੀ ਅਤੇ ਮੈਂ ਸ਼ਰਾਬ ਦੀ ਬੋਤਲ ਖੋਲ੍ਹ ਕੇ ਬਹਿ ਜਾਵਾਂ। ਅਤੇ ਮੈਨੂੰ ਕਿਸੇ ਦੀ ਲੋੜ ਨਹੀਂ ਹੁੰਦੀ ਸੀ ਵੀ ਕਿਸੇ ਦੀ ਫੰਕਸ਼ਨ 'ਤੇ ਪੀ ਰਿਹਾ ਜਾਂ ਕੁਛ ਹੈਗਾ, ਜਾਂ ਮੈਂ ਉਦਾਸ ਹਾਂ ਤਾਂ ਪੀਣੀ ਹੈਗੀ। ਆਈ ਯੂਜ਼ਡ ਟੂ ਇੰਜੋਏ ਮਾਈ ਡਰਿੰਕ ਐਂਡ ਮੈਂ ਇਕੱਲਾ ਬਹਿ ਕੇ ਸ਼ਰਾਬ ਪੀਂਦਾ ਸੀ। ਅਤੇ ਉਹ ਮੈਂ ਕਦੀ ਸ਼ਰਾਬ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਸੀ। ਇਹ ਨਹੀਂ ਸੀਗਾ ਕਿ ਵੀ ਸ਼ਰਾਬ ਮੇਰੇ 'ਤੇ ਹਾਵੀ ਹੋ ਗਈ। ਇਹਦਾ ਮੈਨੂੰ ਉਸ ਵਕਤ ਨਹੀਂ ਪਤਾ ਲੱਗਿਆ ਜਿਸ ਵਕਤ ਮੈਂ ਪੀਂਦਾ ਸੀਗਾ, ਲੇਕਿਨ ਬਾਅਦ ਵਿੱਚ ਮੈਂ ਦੇਖਿਆ ਜਿਸ ਵਕਤ ਮੈਂ ਸੋਬਰ ਹੋ ਗਿਆ ਸੀਗਾ ਅਤੇ ਮੇਰੇ ਯਾਰ ਦੋਸਤ ਜਿਸ ਵਕਤ ਹੁੰਦੇ ਸੀਗੇ, ਅਸੀਂ ਇਕੱਠੇ ਬਹਿ ਕੇ ਪੀਂਦੇ ਸੀਗੇ, ਇੰਜੋਏ ਕਰਦੇ ਸੀਗੇ। ਅਤੇ ਉਸ ਤੋਂ ਬਾਅਦ ਇੱਕ ਦਿਨ ਮੇਰਾ ਇੱਕ ਬੜਾ ਖਾਸ ਦੋਸਤ ਸੀਗਾ ਅਤੇ ਉਹਨੂੰ ਅਸੀਂ ਜਿਸ ਵਕਤ ਪੀਂਦੇ ਸੀ, ਮੈਂ ਉਸ ਵਕਤ ਸੋਬਰ ਸੀਗਾ, ਅਤੇ ਉਹ ਮੇਰੀ ਗੱਡੀ 'ਚ ਬੈਠ ਕੇ ਪੀ ਰਿਹਾ ਸੀਗਾ। ਅਤੇ ਪੀ ਰਿਹਾ ਸੀ ਅਤੇ ਸਰਦੀਆਂ ਦੇ ਦਿਨ ਸੀ। ਕਹਿੰਦਾ ਮੈਨੂੰ ਘਰ ਛੱਡ ਗਿਆ ਯਾਰ। ਮੈਂ ਕਿਹਾ ਮੈਂ ਤੈਨੂੰ ਘਰ ਛੱਡ ਆਉਣਾ। ਹੁਣ ਅੰਧੇਰਾ ਸੀਗਾ, ਉਹਦੇ ਘਰ ਮੈਂ ਮੁਸ਼ਕਿਲ ਸ਼ਾਇਦ ਇੱਕ ਵਾਰ ਗਿਆ ਸੀ, ਮੈਨੂੰ ਯਾਦ ਹੀ ਨਹੀਂ ਸੀ ਘਰ। ਮੈਂ ਕਿਹਾ ਹੁਣ ਇਹਦਾ ਘਰ ਇਹਨੂੰ ਤਾਂ ਪਤਾ ਹੋਣਾ ਹੈ। ਅਤੇ ਅਸੀਂ ਉਸ ਗਲੀ 'ਚ ਗਏ, ਉਹ ਆਪਣਾ ਘਰ ਹੀ ਭੁੱਲ ਗਿਆ। ਹੁਣ ਅਸੀਂ ਗੱਡੀ ਖੜੀ ਕਰਕੇ, ਨਹੀਂ ਉਹ ਫੌਗ ਸੀਗੀ, ਉਹਦਾ ਘਰ ਨਜ਼ਰ ਹੀ ਨਾ ਆਵੇ। ਅੱਧਾ ਘੰਟਾ ਸਾਨੂੰ ਲੱਗਿਆ ਉਹਦਾ ਘਰ ਲੱਭਣ 'ਚ, ਉਸ ਗਲੀ ਦੇ ਵਿੱਚ। ਉਹ ਫਿਰ ਡਿੱਗੀ ਜਾਏ, ਉਹਨੂੰ ਫੜ ਕੇ ਬੜੀ ਮੁਸ਼ਕਿਲ ਨਾਲ ਉਹਦੇ ਘਰ ਪਹੁੰਚਾਇਆ। ਅਤੇ ਇੱਕ ਹੋਰ ਸਾਡਾ ਇਸ ਤਰ੍ਹਾਂ ਦੋਸਤ ਸੀਗਾ, ਉਹ ਵੀ ਇੱਕ ਦਿਨ ਗੱਡੀ 'ਚ ਬਹਿ ਕੇ ਅਤੇ ਉਲਟੀਆਂ ਕਰਨੀਆਂ ਸ਼ੁਰੂ ਕਰਤੀਆਂ ਉਹਨੇ। ਫਿਰ ਮੈਨੂੰ ਲੱਗਿਆ ਕਿਉਂਕਿ ਜਿਸ ਵਕਤ ਤੁਸੀਂ ਪਾਰਟ ਹੁੰਦੇ ਨਾ ਉਹਦਾ ਤੁਹਾਨੂੰ ਮਹਿਸੂਸ ਨਹੀਂ ਹੁੰਦਾ। ਫਿਰ ਮੈਂ ਸੋਬਰ ਸੀਗਾ, ਫਿਰ ਆਈ ਵਾਜ਼ ਹੇਅਰ ਐਂਡ ਆਈ ਵਾਜ਼ ਅ ਵਿਟਨੈਸ। ਅਤੇ ਫਿਰ ਮੈਂ ਕਿਹਾ ਇਹ ਦੇਖ ਬਈ ਇੱਕ ਦਿਨ ਇਹ ਕੰਮ ਤੇਰੇ ਕੋਲ ਵੀ ਹੋਏ ਹੋਣੇ, ਤਾਂ ਤੁਹਾਨੂੰ ਸਮਝ ਆਉਂਦੀ ਹੈਗੀ। ਅਤੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਨਾ, ਉਹ ਮੈਂ ਕੋਈ ਐਡਵੋਕੇਸੀ ਨਹੀਂ ਕਰ ਰਿਹਾ ਉਹਦੀ, ਲੇਕਿਨ ਇਹ ਸਮਝਦੇ ਤੁਸੀਂ ਤਦੋਂ ਜਦ ਤੁਹਾਨੂੰ ਬਾਅਦ ਵਿੱਚ ਸਮਝ ਆਉਂਦਾ ਹੈ। ਬਿਲਕੁਲ ਠੀਕ ਹੈ ਨਾ। ਅਤੇ ਇਹ ਹੁੰਦੀਆਂ ਨੇ, ਇਹ ਨੈਚੁਰਲ ਗੱਲਾਂ ਨੇ। ਜਿਹੜੇ ਬੰਦੇ ਪੀਂਦੇ ਨੇ ਉਹਨਾਂ ਕੋਲ ਇਹ ਗਲਤੀਆਂ ਹੁੰਦੀਆਂ ਨੇ, ਉਹਨਾਂ ਨੂੰ ਉਸ ਵਕਤ ਗਲਤੀਆਂ ਸਮਝ ਨਹੀਂ ਆਉਂਦੀਆਂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਕਿਸੇ ਦੇ ਦੂਰ ਜਾਣ ਦੇ ਅਹਿਸਾਸ ਨੂੰ ਤੁਸੀਂ ਜੁਦਾਈ ਦੇ ਗਜ਼ਾਂ ਨਾਲ ਨਾਪਦੇ ਹੋ। ਜਦੋਂ ਕੋਈ ਚੀਜ਼ ਤੁਹਾਡੇ ਤੋਂ ਦੂਰ ਹੋ ਜਾਂਦੀ ਹੈ, ਤੁਸੀਂ ਚੀਜ਼ ਤੋਂ ਦੂਰ ਹੋ ਗਏ, ਫਿਰ ਤੁਸੀਂ ਉਹ ਅਹਿਸਾਸ ਨੂੰ ਫੀਲ ਕਰ ਸਕਦੇ ਹੋ ਕਿ ਵਾਟ ਵਾਜ਼ ਦਾ ਐਗਜ਼ੈਕਟ ਡਿਫਰੈਂਸ, ਹੈ ਨਾ। ਅਤੇ ਹੁਣ ਤੁਸੀਂ ਦੇਖੋ ਕਿੰਨੀ ਸੋਹਣੀ ਗੱਲ ਕਹੀ ਹੈ ਵੀ ਤੁਹਾਡੇ ਉਸ ਵਕਤ ਹੱਥ ਕੰਬਣ ਲੱਗ ਜਾਂਦੇ ਸੀ, ਅਤੇ ਪਰ ਜਦੋਂ ਤੁਸੀਂ ਸ਼ਰਨ 'ਚ ਆ ਗਏ, ਸਰੈਂਡਰ ਕਰਤਾ, ਹੈ ਨਾ, ਔਰ ਤੁਹਾਨੂੰ ਕੋਈ ਕੁਛ ਵੀ ਫੀਲ ਨਾ ਹੋਣਾ ਆਪਣੇ ਬਹੁਤ ਵੱਡੀ ਗੱਲ ਹੈ। ਦੇਖੋ ਟੈਕਨੀਕਲੀ ਜਿਹੜਾ ਮੈਡੀਕਲ ਰੀਜ਼ਨ ਵੀ ਹੁੰਦੇ ਨੇ, ਕਿਉਂਕਿ ਜਿਹੜਾ ਵੀ ਕੋਈ ਵੀ ਐਡਿਕਟ ਹੁੰਦਾ ਹੈ ਨਾ, ਚਾਹੇ ਅਲਕੋਹਲਿਕ ਹੋਏ, ਡਰੱਗਿਸਟ ਹੋਏ ਜਾਂ ਸਮੋਕਰ ਹੋਵੇ, ਉਹਨੂੰ ਵਿਡਰਾਵਲ ਸਿੰਪਟਮ ਹੁੰਦੇ ਨੇ। ਠੀਕ ਹੈ ਨਾ। ਤੁਸੀਂ ਇੱਕਦਮ ਕੋਈ ਚੀਜ਼ ਨਹੀਂ ਛੱਡ ਸਕਦੇ। ਪਰ ਮੇਰੇ ਨਾਲ ਗੁਰੂ ਦੀ ਇੰਨੀ ਬਖਸ਼ਿਸ਼ ਹੋਈ ਹੈਗੀ, ਉਹਨਾਂ ਨੇ ਇੱਕ ਐਸਾ ਮੈਨੂੰ ਉਹ ਕੀਤਾ ਕਿ ਮੇਰੀ ਜ਼ਿੰਦਗੀ ਦਾ ਪਰਦਾ ਡਿੱਗਿਆ, ਇੱਕ ਅਧਿਆਇ ਖਤਮ ਹੋਇਆ, ਦੂਜਾ ਸ਼ੁਰੂ ਹੋ ਗਿਆ। ਬਿਲਕੁਲ ਮੈਨੂੰ ਉਸਦੀ ਕਮੀ ਅੱਜ ਤੱਕ ਨਾ ਕਦੀ ਮਹਿਸੂਸ ਹੋਈ ਪਹਿਲੇ ਦਿਨ ਤੋਂ। ਮਤਲਬ ਹੁੰਦਾ ਨਾ ਕਿ ਕੋਈ ਵਿਡਰਾਵਲ ਸਿੰਪਟਮ ਨਹੀਂ ਹੋਇਆ ਮੈਨੂੰ ਲੱਗਦਾ ਹੀ ਨਹੀਂ ਸੀਗਾ ਕਿ ਮੈਂ ਸ਼ਰਾਬ ਪੀਣਾ ਹੈਗਾ। ਜੀ ਦਿਨਚਰਿਆ 'ਚ ਕੀ ਚੇਂਜ ਆਈ? ਤੁਸੀਂ ਪਾਠ ਕਰਨਾ ਸ਼ੁਰੂ ਕੀਤਾ? ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤ ਛਕ ਲਿਆ। ਉਹਦੇ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਤੇ ਜ਼ਿੰਦਗੀ ਦਾ ਬਿਲਕੁਲ ਬਦਲਾਅ ਆ ਗਿਆ। ਆਨੰਦ ਮਹਿਸੂਸ ਹੋਇਆ, ਬਹੁਤ ਫਰਕ ਹੋਇਆ। ਉਹਦੇ ਬਾਅਦ ਫਿਰ ਤੁਸੀਂ ਦੇਖੋ
ਜਿਹੜੀ ਭੈੜੀ ਆਦਤਾਂ ਨੇ ਨਾ ਤੁਹਾਨੂੰ ਇਸ ਸੁਸਾਇਟੀ ਤੋਂ ਲੱਗਦੀਆਂ ਨੇ ਜੀ। ਹੁਣ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਸਿਮਰਨ ਕਰਨੇ ਆ ਜਾਂ ਕਿਸੇ ਚੰਗੇ ਐਸੇ ਬੰਦਿਆਂ ਨਾਲ ਬੈਠੇ ਆ, ਕੋਈ ਗੁਰਦੁਆਰੇ ਦੀਆਂ ਜਾਂ ਧਾਰਮਿਕ ਕੋਈ ਗੱਲਾਂ ਕਰਨੇ ਆ ਜਾਂ ਸੋਸ਼ਲ ਗੱਲਾਂ ਵੀ ਕਰਨੇ ਆ, ਤੇ ਇਸੇ ਤਰੀਕੇ ਨਾਲ ਉਹ ਵੀ ਸਰਕਲ ਹੈਗਾ, ਸ਼ਰਾਬੀਆਂ ਦਾ ਵੀ ਸਰਕਲ ਹੈਗਾ। ਉਹ ਵੀ ਇੱਕ ਜਿਸ ਤਰ੍ਹਾਂ ਤੁਸੀਂ ਬੰਦੇ ਜਿਸ ਤਰ੍ਹਾਂ ਦੀ ਸੋਹਬਤ ਹੋਏਗੀ ਤੁਸੀਂ ਉਸ ਤਰ੍ਹਾਂ ਦਾ ਰੰਗ ਤੁਹਾਡੇ 'ਤੇ ਚੜ੍ਹੇਗਾ। ਬਿਲਕੁਲ ਠੀਕ ਹੈ ਨਾ। ਜਦ ਉਹ ਸੋਹਬਤ ਹੀ ਖਤਮ ਹੋ ਗਈ, ਸ਼ੁਰੂ 'ਚ ਤਾਂ ਮੈਨੂੰ ਬੁਲਾਉਂਦੇ ਸੀ ਸਾਰੇ, ਉਹਦੇ ਬਾਅਦ ਫਿਰ ਉਹਨਾਂ ਨੇ ਬੁਲਾਣਾ ਹੀ ਬੰਦ ਕਰ ਦੇਣਾ, ਤੇ ਬੇਕਾਰ ਬੰਦਾ ਹੈ, ਤੇ ਨਾ ਬੋਲਦਾ ਨਾ ਕੋਈ ਗੱਲਾਂ ਕਰਦਾ ਨਾ ਜੋਕ ਹੁੰਦਾ, ਕੁਝ ਨਹੀਂ ਹੁੰਦਾ। ਬਿਲਕੁਲ, ਪਰ ਤੁਸੀਂ ਡਿਸਾਈਡ ਕਰ ਲਿਆ ਹੁੰਦਾ ਕਿਉਂਕਿ ਤੁਹਾਨੂੰ ਕੌਨਸ਼ੀਅਸ ਹੋ ਗਈ ਹੁੰਦੀ ਤੇ ਤੁਸੀਂ ਆਪਣਾ ਇੱਕ ਪਾਥ ਜਿਹੜਾ ਤੁਸੀਂ ਆਪਣਾ ਰਸਤਾ ਚੂਜ਼ ਕਰ ਚੁੱਕੇ ਹੋ ਜਾਂਦੇ। ਲਾਈਫ ਚੇਂਜ ਹੋ ਜਾਂਦੀ ਹੈ। ਦੇਖੋ ਜੀ, ਮੈਂ ਕਹਾਂਗਾ ਕਿ ਮੈਂ ਛੱਡੀ ਹੈ ਤੇ ਮੇਰੇ ਤੋਂ ਵੱਡਾ ਮੂਰਖ ਕੋਈ ਨਹੀਂ। ਇਹ ਤਾਂ ਉਹਦੀ ਬਖਸ਼ਿਸ਼ ਸੀਗੀ। ਬਿਲਕੁਲ, ਉਹਨੇ ਜ਼ਿੰਦਗੀ ਦਾ ਜਿਹੜਾ ਸੀ ਨਾ ਤੁਹਾਡਾ ਰੁਖ ਬਦਲਣਾ ਸੀਗਾ, ਉਹ ਰੁਖ ਬਦਲ ਦਿੱਤਾ। ਬਿਲਕੁਲ, ਜਿਹਦਾ ਮੈਂ ਤਾਂ 10 ਵਾਰੀ ਸ਼ੁਕਰੀਆ ਕਰਨਾ ਰੋਜ਼ ਕਿ ਵੀ ਪ੍ਰਮਾਤਮਾ ਤੇਰਾ ਸ਼ੁਕਰ ਹੈ, ਬਿਲਕੁਲ ਤੂੰ ਲਾਈਫ 'ਚ ਜਿੰਨਾ ਵੱਡਾ ਬਦਲਾਅ ਲਿਆ। ਤੇ ਜਿਹੜਾ ਜੋ ਕੁਝ ਮੈਂ ਅੱਜ ਕਰ ਰਿਹਾ, ਚਾਹੇ ਮੈਂ ਗੁਰੂਆਂ ਦੀ ਯਾਤਰਾਵਾਂ ਕੀਤੀਆਂ ਨੇ, ਗੁਰੂ ਨਾਨਕ ਦੇਵ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਤੇ ਮੇਰਾ 10 ਗੁਰੂਆਂ ਦੀ ਸਾਰੀ ਯਾਤਰਾ ਕਰਨ ਦਾ ਮੇਰਾ ਉਹ ਹੈਗਾ ਪਰਪਸ ਹੈਗਾ। ਤੇ ਜਾਂ ਮੈਂ ਜਿਸ ਤਰ੍ਹਾਂ ਫੋਰਨ ਕੰਟਰੀਜ਼ 87 ਕੰਟਰੀਜ਼ ਟਰੈਵਲ ਕੀਤਾ ਹੈ, ਤੇ ਇਹ ਕਿਆ ਮੈਂ ਹੋ ਸਕਦਾ ਸੀ ਮੈਂ ਸ਼ਰਾਬ ਪੀ ਰਿਹਾ ਹੁੰਦਾ? ਬਿਲਕੁਲ, ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਮੇਰੀ ਲਾਈਫ ਵਿੱਚ ਇਹ ਡੈਸਟਿਨ ਸੀਗਾ ਜੀ ਕਿ ਇਸਨੇ ਸ਼ਰਾਬ ਛੱਡਣੀ ਹੈ, ਤੇ ਉਸ ਤੋਂ ਬਾਅਦ ਫਿਰ ਇਹਨੇ ਇਹ ਕੰਮ ਕਰਨੇ ਨੇ। ਤਾਂ ਅੱਜ ਜੋ ਮੈਂ ਹੈਗਾ, ਅੱਜ ਅਗਰ ਮੈਂ ਟਰਬਨ ਟਰੈਵਲਰ ਦੇ ਨਾਂ 'ਤੇ ਜਾਣਿਆ ਜਾਣਾ, ਇਹਦੇ ਅੰਦਰ ਉਹ ਪਰਮਾਤਮਾ ਦਾ ਉਹਦਾ ਹੱਥ ਹੈਗਾ। ਉਹਦੀ ਬਰਕਤ ਨਾਲ, ਉਹਦੀ ਮਿਹਰ ਨਾਲ, ਉਹਦੇ ਕਰਮ ਮਿਹਰ ਨਾਲ ਇਹ ਸਾਰਾ ਕੰਮ ਹੋਇਆ। ਉਹ ਕਹਿੰਦੇ ਨਹੀਂ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਹੈ ਨਾ। ਦਿਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਤੇ ਤੁਹਾਡੀ ਆਦਤ ਸੀ ਨਾ ਵੀ ਤੁਸੀਂ ਜੋ ਵੀ ਕੰਮ ਕਰਦੇ ਸੀ ਨਿੱਠ ਕੇ ਕਰਦੇ ਸੀ, ਪੂਰਾ ਕਰਦੇ ਸੀ, ਤੇ ਉਹਨੇ ਉਹ ਪੂਰਾ ਪੈਸ਼ਨ ਵਾਲਾ ਬੰਦਾ ਚੁਣ ਲਿਆ ਸੀ। ਓਕੇ, ਰਾਈਟ ਨਾਓ ਯੂ ਆਰ 67, ਹੈ ਨਾ, ਔਰ ਟਿਲ ਯੈਟ ਯੂ ਸੀਮਸ ਵੈਰੀ ਵੈਰੀ ਕਲਰਫੁਲ। ਕਿੰਨੇ ਦੇਸ਼ਾਂ ਦੀਆਂ ਟੀ-ਸ਼ਰਟਸ ਨੇ ਤੁਹਾਡੇ ਕੋਲ? ਜਿੱਥੇ ਆਲੇ ਇੱਕ ਟੀ-ਸ਼ਰਟ ਜ਼ਰੂਰ ਲੈ ਕੇ ਆਉਂਦੇ ਮੈਂ ਗਾਰਮੈਂਟ ਮੈਨੂਫੈਕਚਰ ਐਕਸਪੋਰਟਰ ਹੈਗਾ, ਮੈਨੂਫੈਕਚਰ ਹੈਗਾ, ਤੇ ਅਸੀਂ 87 ਕੰਟਰੀਜ਼ ਕੀਤੇ ਨੇ, ਤੇ 87 ਕੰਟਰੀਜ਼ ਦੀਆਂ ਮੇਰੇ ਤੇ ਮੇਰੀ ਵਾਈਫ ਦੀਆਂ ਆਇਡੈਂਟੀਕਲ ਹੈਗੀਆਂ, ਸੇਮ ਡਿਜ਼ਾਈਨ, ਸੇਮ ਪੈਟਰਨ। ਅਸੀਂ ਦੋਨਾਂ ਨੇ ਇਕੱਠੇ ਪਾਇਆ ਹੁੰਦਾ ਜਿਸ ਕੰਟਰੀ ਅਸੀਂ ਜਾਣੇ ਹੈਗੇ। ਸੋ ਉਹ ਵੀ ਆਪਣੇ ਆਪ ਵਿੱਚ ਇੱਕ ਯੂਨੀਕ ਚੀਜ਼ ਹੈਗੀ। ਯੈਸ। ਤੇ ਹਲੇ 113 ਕੰਟਰੀ ਬਾਕੀ ਨੇ, ਉਹ ਵੀ ਪੂਰੇ ਕਰਨੇ ਨੇ, 200 ਕੰਟਰੀ ਪੂਰੇ ਕਰਨੇ ਨੇ। ਹੁਣ ਕਿਉਂਕਿ ਬਹੁਤ ਪਹਿਲਾਂ ਤੋਂ ਤੁਸੀਂ ਟਰੈਵਲ ਕਰ ਰਹੇ ਹੋ, ਈਵਨ ਇਨੀਸ਼ੀਅਲੀ ਤੁਸੀਂ 2018 ਤੋਂ ਯੂ ਬਿਗਨ ਦਾ ਜਰਨੀ, ਹੈ। ਤਾਂ ਉਦੋਂ ਇੰਟਰਨੈਟ ਇੰਨਾ ਜ਼ਿਆਦਾ ਨਹੀਂ ਸੀ, ਉਦੋਂ ਵਲੌਗਿੰਗ ਨਹੀਂ ਸੀ ਹੁੰਦੀ, ਉਦੋਂ ਟਰੈਵਲ ਵਲੌਗਸ ਲੋਕੀ ਘੱਟ ਬਣਾਉਂਦੇ ਸੀ। ਤਾਂ ਹੁਣ ਜੇ ਚੱਲਣ ਚੱਲ ਪਿਆ, ਹੁਣ ਤਾਂ ਪੋਡਕਾਸਟਿੰਗ ਦਾ ਇੰਨਾ ਚੱਲਣ ਚੱਲ ਗਿਆ ਕਿ ਪੰਜਾਬ 'ਚ ਖਾਸ ਕਰਕੇ ਪੰਜਾਬ ਦੀ ਗੱਲ ਕਰਾਂ ਤੇ ਲੋਕੀ ਕੰਮ ਛੱਡ ਕੇ ਸਿਰਫ ਪੋਡਕਾਸਟਰ ਬਣ ਗਏ ਨੇ, ਤੇ ਦਿਸ ਇਜ਼ ਇਨਫ ਫॉर them। ਬਟ ਉਹ ਜ਼ਮਾਨਾ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਸੀ, ਉਦੋਂ ਤੋਂ ਤੁਸੀਂ ਟਰੈਵਲ ਵਲੌਗਿੰਗ ਕਰ ਰਹੇ ਹੋ, ਤੇ ਕਿੰਨਾ ਕਮਾਲ ਦਾ ਐਕਸਪੀਰੀਅੰਸ ਸੀ ਜਦੋਂ ਮਹੇਸ਼ ਭੱਟ ਦੇ ਭਾਂਜੇ ਨਾਲ ਤੁਹਾਡੀ ਮੁਲਾਕਾਤ ਹੋਈ, ਐਂਡ ਹੀ ਪ੍ਰੋਮਿਸਡ ਵੀ ਆਮ ਰੈਡੀ ਟੂ ਗੋ ਵਿਦ ਯੂ, ਤੇ ਮੈਂ ਤੁਹਾਨੂੰ ਅਕੰਪਨੀ ਕਰਾਂਗਾ। ਤੇ ਉਹ ਜਿਹੜਾ 3600 ਕਿਲੋਮੀਟਰ ਦਾ ਸਫ਼ਰ ਤੁਸੀਂ ਕਿੰਨਾ ਦੱਸਿਆ ਸੀ? ਉਹ ਸੀਗਾ ਜੀ 33 ਕੰਟਰੀ ਸੀਗੇ, ਅਪਰੋਕਸੀਮੇਟਲੀ 33,000 ਕਿਲੋਮੀਟਰ ਸੀਗਾ ਜਿਹੜਾ ਅਸੀਂ ਕੀਤਾ ਸੀਗਾ, ਜਿਹਨੂੰ ਕਰਨ ਸਾਨੂੰ 135 ਦਿਨ ਯਾਨੀ ਕਿ 4.5 ਮਹੀਨੇ ਲੱਗੇ ਸੀ। ਤੇ ਉਹ ਜਰਨੀ ਜਿਹੜੀ ਸੀ ਉਹਦੇ 'ਚ ਬਹੁਤ ਸਾਰੇ ਮਤਲਬ ਕਿ ਤੁਹਾਨੂੰ ਸਟਰਗਲ ਕਰਨੀ ਪਈ ਹੋਏਗੀ ਜ਼ਰੂਰੀ, ਔਰ ਬੜੀ ਸਾਰੀ ਦਿੱਕਤਾਂ ਆਈਆਂ ਹੋਣਗੀਆਂ, ਬੜੇ ਸਾਰੇ ਹਾਸੋਹੀਣੇ ਕਿੱਸੇ ਹੋਏ ਹੋਣਗੇ, ਹੈ ਨਾ। ਸਟਰਗਲ ਦੀ ਆਪਾਂ ਗੱਲ ਕਰਾਂਗੇ, ਕਿਸ ਤਰ੍ਹਾਂ ਦੇ ਹਿੰਡਰੈਸਿਸ ਆਏ ਉਹ ਵੀ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਦੱਸੋ ਵੀ ਕਈ ਵਾਰੀ ਨਾ ਕੁਝ ਕਾਮਿਕ ਸੀਨਸ ਬਣ ਜਾਂਦੇ ਆ ਨਾ, ਖਾਸ ਕਰਕੇ ਤਾਂ ਲੈਂਗੁਏਜ ਨੂੰ ਲੈ ਕੇ ਬੜੇ ਸੀਨ ਬਣਦੇ ਆ, ਤੁਹਾਨੂੰ ਮਤਲਬ ਕਿ ਲੈਂਗੁਏਜ ਨਹੀਂ ਪਤਾ ਹੁੰਦੀ ਹੈਗੀ, ਹੈ ਨਾ। ਉੱਦਾਂ ਦੇ 2-4 ਕਿੱਸੇ ਸਾਂਝੇ ਕਰੋ। ਉਹ ਇੱਕ ਵਾਰ ਕੀ ਹੋਇਆ ਕਿ ਸੀ ਸੈਂਟਰਲ ਏਸ਼ੀਆ ਸੀਗੇ ਕਿਤੇ, ਅਤੇ ਬੜੀ ਜ਼ੋਰ ਦੀ ਮੈਨੂੰ ਭੁੱਖ ਲੱਗੀ ਸੀਗੀ, ਅਤੇ ਅਸੀਂ ਇੱਕ ਰੈਸਟੋਰੈਂਟ ਕੋਈ ਸਾਨੂੰ ਨਜ਼ਰ ਆਇਆ, ਬੀਆਬਾਨ ਏਰੀਆ ਸੀਗਾ, ਰੈਸਟੋਰੈਂਟ ਸੀਗਾ, ਅਤੇ ਉੱਥੇ ਮੈਂ ਮੁੰਡੇ ਨੂੰ ਕਿਹਾ, ਮੈਂ ਕਿਹਾ ਜਾ ਅੰਦਰ ਪਤਾ ਕਰਕੇ ਆ ਕੀ ਹੈਗਾ, ਅਤੇ ਉਹ ਲੈ ਆਇਆ। ਅਤੇ ਸਾਡੇ ਨਾਲ ਇੱਕ ਇੱਕ ਬੰਦਾ ਸਾਨੂੰ ਲੱਗਿਆ ਸੀ, ਉਹਨੇ ਕੁਛ ਦਿਨ ਸਾਡੇ ਨਾਲ ਟਰੈਵਲ ਕੀਤਾ ਸੀਗਾ, ਅਤੇ ਉਹਦਾ ਮੈਨੂੰ ਨਾਂ ਭੁੱਲ ਗਿਆ, ਮਨ ਕੀ ਸੀਗਾ, ਅਤੇ ਉਹ ਜਾ ਕੇ ਅੰਦਰ ਉਹਨੂੰ ਲੈ ਕੇ ਆ ਗਿਆ, ਅਤੇ ਮੈਂ ਉਹਨੂੰ ਕਿਹਾ ਇਹ ਕੀ ਹੈਗਾ? ਕਹਿੰਦਾ ਮਿਸਟਰ ਸਿੰਘ ਦਿਸ ਇਜ਼ ਕਫੀਰ। ਮੈਂ ਕਿਹਾ ਵਾਟ ਇਜ਼ ਕਫੀਰ? ਕਹਿੰਦਾ ਮਿਲਕ ਸਲੀਪ ਐਂਡ ਕਫੀਰ। ਹੁਣ ਮਿਲਕ ਸਲੀਪ, ਮੈਂ ਕਿਹਾ ਮਤਲਬ ਉਹ ਪਨੀਰ ਜਿਹਾ ਬਣਾਇਆ ਹੋਣਾ ਸ਼ਾਇਦ, ਕੋਈ ਹੋਣਾ ਉਹਦਾ, ਉਹ ਕਫੀਰ। ਅਤੇ ਮੈਂ ਕਿਹਾ ਕਫੀਰ ਨਾਲ ਮੈਂ ਕੀ ਕਰਾਂਗਾ ਯਾਰ, ਮੈਨੂੰ ਭੁੱਖ ਲੱਗੀ, ਕੁਝ ਖਾਣ ਨੂੰ ਦਿਓ। ਕੁਝ ਖਾਣ ਨੂੰ ਨਹੀਂ ਸੀਗਾ, ਉਹ ਕਫੀਰ ਹੀ ਸੀ ਕਰਦੇ। ਫਿਰ ਬੜੀ ਮੁਸ਼ਕਿਲ ਨਾਲ ਦੈਨ ਆਈ ਵੈਂਟ ਇਨਸਾਈਡ, ਅਤੇ ਮੈਂ ਹੁਣ ਅੰਮ੍ਰਿਤ ਚੱਕਿਆ ਸੀਗਾ ਅਤੇ ਵੈਜੀਟੇਰੀਅਨ ਸੀਗਾ। ਫਿਰ ਉੱਥੇ ਜਾ ਕੇ ਉਹਨਾਂ ਦੀ ਮੈਂ ਰਿਕੁਐਸਟ ਕੀਤੀ, ਸ਼ੈਫ ਦੇ ਉੱਥੇ ਖਲੋਤਾ ਸੀਗਾ,
ਫਿਰ ਉਹਨਾਂ ਨੇ ਉਹ ਬਣਾਇਆ ਸੀਗਾ ਕੀ ਕਹਿੰਦੇ ਨੇ ਬਿਰਿਆਨੀ ਬਣੀ ਹੋਈ ਸੀ ਉਹਨਾਂ ਕੋਲੋਂ। ਤੇ ਹੁਣ ਗੁਰੂ ਸਾਹਿਬ ਨੇ ਵੀ ਕਿਹਾ ਵੀ ਜਿੱਥੇ ਮਜਬੂਰੀ ਹੋਏ ਉੱਥੇ ਤੇ ਫਿਰ ਤੁਸੀਂ ਛਕ ਸਕਦੇ ਹੋ, ਐਸੀ ਕੋਈ ਗੱਲ ਨਹੀਂ ਹੈਗੀ। ਪਰ ਉਹਦੇ ਵਿੱਚ ਮੈਂ ਚਾਵਲ ਜਿਹੜੇ ਸੀ ਉਹ ਕੱਢ ਲਏ ਉਹਦੇ ਬਾਅਦ ਚਾਵਲ ਕੱਢ ਕੇ ਉੱਥੇ ਉਹਨਾਂ ਦੀ ਜਿਹੜੇ ਟਮਾਟਰ ਤੇ ਪਿਆਜ਼ ਪੂਜ ਪਏ ਸੀਗੇ ਉਹ ਫਿਰ ਕੱਢ ਕੇ ਫਿਰ ਆਪ ਹੀ ਕੁੱਕ ਕਰਕੇ ਜਿਹੜੀ ਵੈਜੀਟੇਰੀਅਨ ਬਿਰਿਆਨੀ ਜਿਹੜੀ ਸੀ ਉਹ ਬਣਾਈ। ਫਿਰ ਅਸੀਂ ਉਹ ਖਾਧਾ। ਇਸ ਤਰ੍ਹਾਂ ਦੀਆਂ ਬਥੇਰੀ ਚੀਜ਼ਾਂ ਹੁੰਦੀਆਂ ਨੇ। ਪਰ ਮੈਂ ਤੁਹਾਨੂੰ ਇਹੀ ਪੁੱਛਣ ਵਾਲੀ ਸੀ ਵੀ ਬੀਇੰਗ ਵੈਜੀਟੇਰੀਅਨ ਹੈ ਨਾ, ਕੁਝ ਕੰਟਰੀਜ਼ ਦੇ ਕਲਚਰ ਐਵੇਂ ਦਾ ਵੀ ਸਬਜ਼ੀਆਂ ਹੁੰਦੀਆਂ ਹੀ ਨਹੀਂ, ਬਹੁਤ ਘੱਟ ਹੁੰਦੀਆਂ ਨੇ ਤੇ ਗੋਸ਼ਤ ਉਹ ਜ਼ਿਆਦਾ ਖਾਂਦੇ ਨੇ। ਫਿਰ ਹਾਊ ਯੂ ਮੈਨੇਜਡ ਸੀਗਾ ਥੋੜਾ ਚਾਈਨਾ। ਤੁਸੀਂ ਗੱਡੀ 'ਚ ਨਹੀਂ ਕੋਈ ਸਮਾਨ ਰੱਖਦੇ ਸੀ? ਅਸੀਂ ਪਹਿਲੇ ਟ੍ਰਿਪ ਤੇ ਨਹੀਂ ਕੀਤਾ ਸੀਗਾ ਕਿਉਂਕਿ ਪਹਿਲੀ ਟ੍ਰਿਪ ਤੇ ਅਸੀਂ ਬਿਲਕੁਲ ਹੀ ਜਿਹਨੂੰ ਕਹਿੰਦੇ ਨਾ ਕਿ ਕੋਈ ਐਸਾ ਕੋਈ ਪਲੈਨਿੰਗ ਕਿ ਵੀ ਅਸੀਂ ਗੱਡੀ ਦੇ ਅੰਦਰ ਖਾਣਾ ਰੱਖਾਂਗੇ, ਟੈਂਟ ਲਗਾਵਾਂਗੇ, ਐਸਾ ਕੁਝ ਨਹੀਂ ਸੀਗਾ। ਯੂ ਵਾਂਟ ਟੂ ਗੋ ਵੈਰੀ ਕੈਜੂਅਲ। ਤੇ ਪਹਿਲੇ ਟ੍ਰਿਪ ਤੇ ਕੁਝ ਨਹੀਂ, ਲੇਕਿਨ ਹਾਂ ਸੈਕੰਡ ਟ੍ਰਿਪ ਦੇ ਉੱਤੇ ਫਿਰ ਅਸੀਂ ਸਾਰਾ ਕੁਝ, ਕਿਉਂਕਿ ਤੁਸੀਂ ਸਿੱਖ ਜਾਂਦੇ ਹੋ ਨਾ, ਸਿੱਖ ਜਾਂਦੇ ਹੋ। ਤੇ ਫਿਰ ਉਹਦੇ ਅਸੀਂ ਸਾਡੇ ਕੋਲ ਰਾਈਸ ਕੁੱਕਰ ਵੀ ਸੀਗਾ। ਉਹਦੇ ਬਾਅਦ ਫਿਰ ਅਸੀਂ ਜਿਹੜੇ ਪੈਕੇਟ ਹੁੰਦੇ ਨੇ ਜਿਹੜੇ ਫੂਡ, ਉਹ ਤੁਸੀਂ ਬੋਇਲ ਕਰੋ ਤੇ ਖਾਣਾ ਰੈਡੀ ਹੋ ਜਾਂਦਾ ਹੈਗਾ। ਬਿਲਕੁਲ ਰਾਈਸ ਉਹ ਲੈ ਲਿਆ ਤੇ ਉਹ ਬਣਾ ਲਏ। ਪਰ ਉਹ ਮਜਬੂਰੀ 'ਚ ਹੀ ਖਾਂਦੇ ਹੋਗੇ ਨਾ? ਹਾਂ ਨਹੀਂ, ਮਜਬੂਰੀ ਆਉਂਦਾ ਕਿ ਵੀ ਦੇਖੋ ਐਸੀ ਜਰਨੀ 'ਚ ਕੀ ਹੁੰਦਾ ਹੈਗਾ, ਤੁਸੀਂ 3 ਮੀਲਸ ਹੁੰਦੇ ਨੇ ਤੁਹਾਡੇ, ਤੁਸੀਂ 2 ਮੀਲ ਕਰਦੇ, 1 ਮੀਲ ਤੁਹਾਡੇ ਕੋਲ ਮਿਸ ਹੁੰਦਾ ਹੈਗਾ। ਅਸੀਂ ਉੱਥੇ ਜਿਹੜੇ ਮਾਰਕੀਟ ਚਲੇ ਜਾਂਦੇ ਸੀਗੇ, ਸੁਪਰ ਮਾਰਕੀਟ ਜਿਹੜਾ ਹੁੰਦਾ ਸੀਗਾ, ਉੱਥੋਂ ਜਿਹੜੇ ਖਾਣੇ ਦਾ ਬ੍ਰੇਕਫਾਸਟ ਦਾ ਸਮਾਨ ਸੀ ਉੱਥੋਂ ਲੈ ਆਉਂਦੇ ਸੀਗੇ। ਤੇ ਖਾਸ ਤੌਰ ਤੇ ਚੀਜ਼ ਇੰਨਾ ਖਾਇਆ ਸੀ ਦਾ ਕੋਈ ਹਿਸਾਬ ਹੀ ਨਹੀਂ ਹੈਗਾ। ਤੇ ਚੀਜ਼ ਦੇ ਸੈਂਡਵਿਚ ਬਣ ਗਏ। ਉਹਦੇ ਬਾਅਦ ਤੇ ਹੋਰ ਖੀਰਾ ਖੂਰਾ ਲਗਾ ਕੇ, ਟਮਾਟਰ ਲਗਾ ਕੇ ਉਹਦੇ ਸੈਂਡਵਿਚ ਬਣਾ ਲਏ, ਗਰਮ ਕਰ ਲਏ, ਕੁਝ ਪੈਕ ਕਰ ਲਏ। ਤੇ ਪੈਕ ਤਾਂ ਹੁੰਦੇ ਨਹੀਂ ਸੀ, ਮਤਲਬ ਸਵੇਰੇ ਬ੍ਰੇਕਫਾਸਟ ਉਹ ਕਰ ਲਿਆ। ਕੌਫੀ ਦਾ ਹੁੰਦਾ ਸੀ, ਆਰਮੀ ਦਾ ਇੰਨਾ ਵੱਡਾ ਥਰਮਸ ਸੀਗਾ, ਉਹਦੇ ਅੰਦਰ ਬਲੈਕ ਕੌਫੀ ਬਣਾ ਕੇ ਰੱਖੀ ਹੁੰਦੀ ਸੀਗੀ, ਗਰਮ ਪਾਣੀ ਹੁੰਦਾ ਸੀ ਤੇ ਕਾਫੀ, ਬਲੈਕ ਕਾਫੀ ਬਣਾ ਕੇ ਰੱਖ ਲੈਂਦੇ ਸੀ ਜੀ। ਉਹ ਬੜੀ ਕਾਫੀ ਬੜੀ ਪੀਤੀ, ਸਾਰੀ ਜ਼ਿੰਦਗੀ ਨਹੀਂ ਕਾਫੀ ਨਹੀਂ ਪੀਤੀ ਸੀ, ਇਸ ਟ੍ਰਿਪ ਵਿੱਚ ਪੀਤੀ ਜੀ। ਤੇ ਰਾਤ ਵੇਲੇ ਜਿਹੜਾ ਕਦੀ ਬਣਾ ਲਿਆ ਖਾਣਾ, ਨਹੀਂ ਤੇ ਬਾਹਰ ਜਾ ਕੇ ਖਾ ਲਿਆ। ਜਿਵੇਂ ਤੁਸੀਂ ਫਸਟ ਜਿਹੜਾ ਤੁਹਾਡਾ ਟ੍ਰਿਪ ਸੀ ਦਿੱਲੀ ਟੂ ਲੰਡਨ, ਤੇ ਉਹ 1000 ਕਿਲੋਮੀਟਰ ਤੁਸੀਂ ਜਿਹੜੀ ਗੱਡੀ ਚਲਾਈ, ਤਾਂ ਫਿਰ ਕਿੰਨੇ ਕਿਲੋਮੀਟਰ ਤੋਂ ਬਾਅਦ ਤੁਸੀਂ ਸਰਵਿਸ ਸੈਂਟਰ ਲੱਭਿਆ ਕਰਦੇ ਸੀ? ਦੇਖੋ ਸਰਵਿਸ ਦਾ ਕੀ ਹੈ, 10,000 ਕਿਲੋਮੀਟਰ ਤੋਂ ਬਾਅਦ ਸਰਵਿਸ ਮੈਂਡੇਟਰੀ ਹੁੰਦੀ ਹੈਗੀ। ਸੋ ਅਸੀਂ ਉਹ 10,000 ਤੋਂ ਬਾਅਦ ਕਰਦੇ ਸੀਗੇ। ਪਰ ਉਹਦੇ ਬੜੇ ਕਿੱਸੇ ਨੇ, ਜਿਹੜੇ 70 ਕਿੱਸੇ ਤੁਹਾਡੇ ਦਿਲ ਤੇ ਲਿਖੇ ਹੋਏ ਨੇ, ਤੇ 7-8 ਤਾਂ ਕਰ ਲਓ ਡਿਸਕਸ। ਹਾਂ ਤੁਹਾਨੂੰ ਉਹ ਮੈਂ ਦੱਸਣਾ, ਇੱਕ ਵਾਰੀ ਅਸੀਂ 1.5 ਲੱਖ ਕਿਲੋਮੀਟਰ ਤੋਂ ਬਾਅਦ ਨਾ ਗੱਡੀ ਦੇ ਅੰਦਰ ਇੱਕ ਇੰਜਨ ਆਉਂਦਾ, ਉਹਦੀ ਬੈਲਟ ਹੁੰਦੀ ਹੈ ਪਲਾਸਟਿਕ ਦੀ, ਉਹ ਚੇਂਜ ਕਰਨੀ ਹੁੰਦੀ ਹੈ। ਸੋ 1.5 ਲੱਖ ਕਿਲੋਮੀਟਰ ਦੇ ਉੱਤੇ ਹੋ ਗਏ ਸੀਗੇ। ਸੋ ਅਸੀਂ ਇਟਲੀ ਤੋਂ ਜਾ ਰਹੇ ਸੀ ਸਪੇਨ, ਤੇ ਉੱਥੇ ਫਿਰ ਅਸੀਂ ਬੈਲਟ ਜਿਹੜੀ ਸੀ ਉਹ ਇੰਡੀਆ ਤੋਂ ਮੰਗਾਈ ਸੀਗੀ। ਮੇਰਾ ਇੱਕ ਫਰੈਂਡ ਸੀਗਾ ਇਟਾਲੀਅਨ, ਰੋਬਰਟੋ, ਉਹਦੀ ਗਰਲਫਰੈਂਡ ਰਹਿੰਦੀ ਸੀ ਨੀਸ ਵਿੱਚ, ਤੇ ਅਸੀਂ ਉੱਥੇ ਮੰਗਾ ਲਈ ਸੀ। ਹੁਣ ਅਸੀਂ ਜਾਣਾ ਸੀਗਾ ਅਨਕੋਨਾ ਤੋਂ ਨੀਸ ਜਾਣਾ ਸੀਗਾ, ਤੇ ਰਸਤੇ 'ਚ ਇੱਕ ਸਟਾਪ ਕਰਨਾ ਪਿਆ। ਉਹ ਜਗ੍ਹਾ ਸੀ ਜਨੋਵਾ, ਤੇ ਅਸੀਂ ਉੱਥੇ ਇੰਟਰਨੈਟ ਦੇ ਉੱਤੇ 에ਅਰਬੀਐਨਬੀ ਤੇ ਬੁੱਕ ਕਰਾ ਲਿਆ। ਉਹ ਦੈਟ ਪਲੇਸ ਵਾਸ ਸੋ ਬਿਊਟੀਫੁਲ ਵੈਨ ਆਈ ਵਾਸ ਲੁਕਿੰਗ ਐਟ ਦ ਇੰਟਰਨੈਟ। ਉਹ ਜਿਹੜੀ ਪੁਰਾਣੀ ਸਿਲਕ ਰੋਡ ਸੀਗੀ, ਉਸ ਸਿਲਕ ਰੋਡ ਦੇ ਉੱਤੇ ਉਹ ਸੀਗਾ ਐਸਟੈਬਲਿਸ਼। ਉੱਥੇ 400 ਸਾਲ ਪੁਰਾਣਾ ਚਰਚ ਵੀ ਸੀਗਾ। ਸੋ ਬਹੁਤ ਸੋਹਣਾ ਲੱਗ ਰਿਹਾ ਸੀਗਾ। ਤਾਂ ਅਸੀਂ ਉੱਥੇ ਬੁੱਕ ਕਰਾ ਲਿਆ ਤੇ ਗਏ ਸੀ ਉੱਥੇ। ਤੇ ਉੱਥੇ ਗੱਡੀ ਸਾਡੀ ਖਲੋਤੀ ਸੀਗੀ, ਤੇ ਉਹ ਨੈਕਸਟ ਮਾਰਨਿੰਗ ਵੈਨ ਯੂ ਵੇਕ ਅਪ, ਤੇ ਉਹਦੀ ਜਿਹੜੀ ਓਨਰ ਸੀਗੀ ਪਾਓਲਾ, ਉਹ ਆ ਗਈ। ਤੇ ਸ਼ੀ ਵਾਸ ਵੈਰੀ ਐਕਸਾਈਟਿਡ ਟੂ ਸੀ ਵੀ ਗੱਡੀ ਤੇ ਖਾਸ ਤੌਰ 'ਤੇ ਅਸੀਂ ਟਰੈਵਲ ਕਰ ਰਹੇ ਹਾਂ। ਉਹ ਹੌਸਪਿਟੈਲਿਟੀ ਇੰਡਸਟਰੀ ਨੂੰ ਬਿਲੋਂਗ ਕਰਦੀ ਸੀ। ਤੇ ਉਹਨੇ ਸਾਨੂੰ ਰਿਕੁਐਸਟ ਕੀਤਾ ਕਿ ਵੀ ਤੁਸੀਂ ਨਾ ਸਾਡੇ ਕੋਲ ਹੋਰ ਠਹਿਰ ਜਾਓ। ਤੇ ਮੈਂ ਕਿਹਾ ਵੀ ਹੋਰ ਅਸੀਂ ਠਹਿਰ ਨਹੀਂ ਸਕਦੇ। ਉਹ ਕਹਿੰਦੀ ਕੀ ਰੀਜ਼ਨ ਹੈਗਾ? ਮੈਂ ਕਿਹਾ ਇਸ ਤਰ੍ਹਾਂ ਸਾਡੀ ਇੰਜਨ ਦੀ ਜਿਹੜੀ ਹੈਗੀ ਇਸ਼ੂ ਹੈਗਾ। ਤੇ ਉਹ ਕਹਿੰਦੀ ਗਿਵ ਮੀ ਹਾਫ ਐਨ ਆਵਰ। ਫਿਰ ਉਹ ਅੰਦਰ ਮੈਨੂੰ ਲੈ ਗਈ, ਆਪਣੇ ਉੱਤੇ ਰਹਿੰਦੇ ਸੀ ਅਸੀਂ, ਥੱਲੇ ਰਹਿੰਦੀ ਸੀ ਉਹ। ਤੇ ਉਹਦੇ ਡਰਾਇੰਗ ਰੂਮ ਬਹਿ ਗਏ, ਅੱਧਾ ਘੰਟਾ ਉਹਨੇ ਲਗਾਇਆ। ਉਹਨੇ ਸ਼ੀ ਡਿਡ ਹਰ ਰਿਸਰਚ। ਤੇ ਅੱਛਾ, ਉਹਦੇ ਯੂਰਪ ਵਿੱਚ ਪ੍ਰੋਬਲਮ ਕੀ ਸੀ, ਫੋਰਚੂਨਰ ਜਿਹੜੀ ਸੀ ਨਾ, ਉੱਥੇ ਯੂਰਪ ਵਿੱਚ ਫੋਰਚੂਨਰ ਦੇ ਨਾਂ 'ਤੇ ਨਹੀਂ ਹੈਗੀ, ਟੋਟਾ ਫੋਰਚੂਨਰ ਦੇ ਨਾਂ 'ਤੇ ਨਹੀਂ ਹੈਗੀ, ਉੱਥੇ ਹਾਈਲੈਕਸ ਆਉਂਦੀ ਹੈਗੀ। ਤੇ ਅਸੀਂ ਫੋਰਚੂਨਰ ਲੱਭਦੇ ਪਏ ਸੀ, ਜਿੱਥੇ ਜਾਈਏ ਤੇ ਸਾਨੂੰ ਉਹ ਕਹਿੰਦੇ ਸੀ ਫੋਰਚੂਨਰ, ਨੋ ਫੋਰਚੂਨਰ। ਉਹਨੂੰ ਸਮਝ ਸੀ ਇਸ ਗੱਲ ਦੀ, ਤੇ ਉਹਨੇ ਫਾਈਂਡ ਆਊਟ ਕੀਤਾ। ਤੇ ਉਹ ਮੈਨੂੰ ਕਹਿੰਦੀ ਕਿ ਤੁਸੀਂ ਨਾ ਫਲਾਣੀ ਜਗ੍ਹਾ ਚਲੇ ਜਾਣਾ, ਉੱਥੋਂ ਤੁਹਾਨੂੰ ਤੁਹਾਡੀ ਬੈਲਟ ਮਿਲ ਜਾਏਗੀ। ਤੇ ਡੋਂਟ ਗੋ ਟੂ ਦਾ ਟੋਇਟਾ ਸਟੋਰ, ਜਿਹੜਾ ਟੋਇਟਾ ਦਾ ਜਿਹੜਾ ਆਥੋਰਾਈਜ਼ ਜਿਹੜਾ ਹੈਗਾ ਗੈਰੇਜ, ਤੁਸੀਂ ਮੇਰਾ ਇੱਕ ਹੋਰ ਜਾਣਕਾਰ ਹੈਗਾ, ਉਹਦੇ ਆਪਣਾ ਗੈਰੇਜ ਹੈਗਾ, ਉੱਥੇ ਚਲੇ ਜਾਓ, ਤੁਹਾਨੂੰ ਚੇਂਜ ਕਰ ਦੇਗਾ ਜੀ। ਸੋ ਅਸੀਂ ਗਏ, ਜਿੱਥੋਂ ਲਿੱਤਾ, ਹੀ ਡਿਡਨਟ ਚਾਰਜ ਅਸ। ਆਈ ਵਾਸ ਸਰਪ੍ਰਾਈਜ਼। ਉਹਦੇ ਬਾਅਦ ਜਿੱਥੇ ਫਰੈਂਡ ਸੀ ਜਿਹਨੇ ਚੇਂਜ ਕਰਨਾ ਸੀਗਾ, ਉਹਨੇ ਪੂਰਾ ਇੰਜਨ ਉਤਾਰਨਾ ਪੈਂਦਾ ਹੈ, ਇਟਸ ਅ ਲੋਟ ਆਫ ਵਰਕ। ਉਹਨੇ ਪੂਰਾ ਇੰਜਨ ਉਤਾਰਿਆ, ਖੋਲ੍ਹਿਆ, ਬੈਲਟ ਲਗਾਈ, ਕਰ ਕੇ ਉਹਨੂੰ ਸਾਨੂੰ ਦੇ ਦਿੱਤਾ। ਉਹਨੇ ਵੀ ਹੀ ਡਿਡਨਟ ਚਾਰਜ ਮਨੀ। ਸੋ ਮੈਨੂੰ ਲੱਗਾ, ਮੈਂ ਕਿਹਾ, ਉਹ ਕਹਿੰਦਾ ਨੋ ਮਨੀ। ਅਸੀਂ ਹੁਣ ਕੀ ਮਤਲਬ, ਕੋਈ ਬਣ ਹੀ ਨਹੀਂ ਰਿਹਾ ਸੀ ਕਿ ਵੀ ਜ਼ਬਰਦਸਤੀ ਪੈਸੇ ਦੇਈਏ। ਤੇ ਫਿਰ ਅਸੀਂ ਘਰ ਆਏ ਤੇ ਸ਼ਾਮ ਹੋ ਗਈ ਸੀ।
ਸ਼ਾਮ ਹੋ ਗਈ ਸੀ ਤੇ ਉਹਦੀ ਬੇਟੀ ਬਾਹਰ ਖੇਲ ਰਹੀ ਸੀ ਤੇ ਮੈਂ ਕਿਹਾ ਵੇਸ ਪਾਵਲਾ, ਕਹਿੰਦੀ ਸ਼ੀ ਇਜ਼ ਇਨਸਾਈਡ। ਤੇ ਮੈਂ ਉਹਦੇ ਕਮਰੇ 'ਚ ਗਿਆ, ਡਰਾਇੰਗ ਰੂਮ ਵਿੱਚ, ਤੇ ਸਾਰਾ ਕੋਪਨ ਹਨੇਰਾ ਸੀਗਾ। ਤੇ ਅਚਾਨਕ ਬੱਤੀ ਜਲਦੀ ਹੈਗੀ ਤੇ ਸਾਰੇ ਇੱਕਦਮ ਇਕੱਠੇ ਸੀ। ਉਹਨੇ ਕੋਈ 10-15 ਆਪਣੇ ਦੋਸਤ ਯਾਰ ਬੁਲਾ ਰੱਖੇ ਸੀਗੇ ਤੇ ਹੱਥ 'ਚ ਕੇਕ ਲੈ ਕੇ ਉਹ ਆ ਗਈ, ਹੈਪੀ ਐਨੀਵਰਸਰੀ। ਉਸ ਦਿਨ ਮੇਰੀ ਐਨੀਵਰਸਰੀ ਸੀਗੀ। ਹੁਣ ਆਈ ਡੂ ਨਾਟ ਨੋ ਹਾਊ ਸ਼ੀ ਕੇਮ ਟੂ ਨੋ ਕਿ ਬਈ ਮੇਰੀ ਐਨੀਵਰਸਰੀ ਹੈਗੀ। ਤੇ ਐਂਡ ਆਈ ਵਾਜ਼ ਲਿਟਰਲੀ ਇਨ ਮਾਈ ਟੀਅਰਸ, ਕਿਉਂਕਿ ਮੈਨੂੰ ਲੱਗਿਆ ਕਿ ਇਤਨਾ ਅਨਕੰਡੀਸ਼ਨਲ ਲਵ, ਤੁਸੀਂ ਕਿਸੇ ਨੂੰ ਇੰਨਾ ਆਦਰ ਮਾਣ ਸਤਿਕਾਰ ਪਿਆਰ ਦਿੰਦੇ ਹੈਗੇ ਹੋ ਤੇ ਉਹਦੇ ਬਾਰੇ ਤੁਸੀਂ ਜਾਣਦੇ ਵੀ ਨਹੀਂ ਹੈਗੇ ਹੋ, ਫਿਰ ਵੀ ਤੁਸੀਂ ਇੰਨਾ ਉਹਦੇ ਨਾਲ ਉਹ ਕਰਦੇ ਹੋ। ਤਾਂ ਇੰਨੀ ਚੰਗੀ ਹੌਸਪੀਟੈਲਿਟੀ ਮੈਂ ਐਕਸਪੈਕਟ ਹੀ ਨਹੀਂ ਕੀਤੀ ਸੀਗੀ। ਤੇ ਉਹਨੇ ਮੈਨੂੰ ਕੰਡੀਸ਼ਨ ਪਾਈ ਸੀ ਕਿ ਤੇਰਾ ਕੰਮ ਹੋ ਜਾਏਗਾ ਤੇ ਦੈਨ ਤੂੰ ਫਿਰ ਇੱਥੇ 2 ਦਿਨ ਰਹੇਗਾ ਸਾਡੇ ਕੋਲ। ਨਾਓ ਯੂ ਡੋਂਟ ਹੈਵ ਟੂ ਪੇ। ਤੂੰ ਪਹਿਲੇ ਤਾਂ ਆਨਲਾਈਨ ਬੁੱਕ ਕਰਾਈ ਸੀ, ਤੁਸੀਂ ਪੇ ਕਰਨਾ ਸੀਗਾ। ਸੋ ਫਿਰ ਅਸੀਂ ਵੀ ਜਿਹੜੇ ਪੈਕਟ ਪੁਕਟ ਖਾਣੇ ਦੇ ਲੈ ਗਏ ਸੀਗੇ, ਫਿਰ ਅਸੀਂ ਵੀ ਉਹਨੇ ਅੱਛਾ ਮਜ਼ੇ ਦੀ ਗੱਲ ਹੈ, ਉਹਨੇ ਵੈਜੀਟੇਰੀਅਨ ਫੂਡ ਬਣਾਇਆ। ਫਿਰ ਅਸੀਂ ਵੀ ਵੈਜੀਟੇਰੀਅਨ ਖਾਣਾ ਬਣਾਇਆ ਉਹਦੇ ਵਾਸਤੇ। ਫਿਰ ਸਾਰਿਆਂ ਨੇ ਰਲ ਮਿਲ ਕੇ ਖਾਣਾ ਖਾਇਆ, ਮਜ਼ੇਦਾਰ। ਸੋ ਹਾਂ, ਤਾਂ ਇਹ ਇਸ ਤਰ੍ਹਾਂ ਮਤਲਬ ਕੋਈ ਆਪਣੇ ਘਰ ਹੀ ਤੁਹਾਨੂੰ ਲੈ ਜਾਏ, ਇਸ ਤਰ੍ਹਾਂ ਆਪਣੇ ਘਰ ਹੀ ਲੋਕ ਹੀ ਲੈ ਗਏ, ਉਹਨਾਂ ਆਪਣੇ ਘਰਾਂ 'ਚ ਠਹਿਰਾਇਆ। ਤੇ ਇਹ ਜਿਹੜਾ ਹੈ ਨਾ ਕਿ ਐਕਸਪੀਰੀਅੰਸ ਤਦ ਹੀ ਆਉਂਦਾ। ਅਸੀਂ ਕਹਾਣੀਆਂ ਮਤਲਬ ਸੁਣੀਆਂ ਹੋਣਗੀਆਂ, ਲੇਕਿਨ ਵੈਨ ਤੁਸੀਂ ਜਾ ਕੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਕਰੇ ਤੇ ਉਹ ਜਿਹੜੀ ਫੀਲ ਆਉਂਦੀ ਹੈ ਨਾ, ਉਹ ਯੂ ਕਾਂਟ ਐਕਸਪ੍ਰੈਸ ਇਨ ਦ ਵਰਡਸ। ਦੂਜਾ ਕੀ ਲੱਗਦਾ ਕਿ ਦੁਨੀਆ ਦੇ ਅੰਦਰ ਚੰਗੇ ਲੋਕ ਹੈਗੇ ਤਾਂ ਹੀ ਦੁਨੀਆ ਚੱਲ ਰਹੀ ਹੈ। ਬਿਲਕੁਲ ਬਿਲਕੁਲ। ਅਸੀਂ ਨਾ ਬੜੀ ਛੋਟੀ ਜਿਹੀ ਗੱਲ ਤੇ ਕਿਸੇ ਬੰਦੇ ਨੇ ਸਾਡੇ ਨਾਲ ਕੋਈ ਮਾੜਾ ਕੀਤਾ, ਅਸੀਂ ਉਹਨੂੰ ਮਾੜਾ ਕਹਿ ਦਾਂਗੇ, ਫਿਰ ਉਹਦੀ ਕਮਿਊਨਿਟੀ ਨੂੰ ਦੇ ਲੇਬਲ ਲਗਾ ਦਾਂਗੇ, ਇਹ ਸਾਰੇ ਕਮਿਊਨਿਟੀ ਸਾਰੀ ਖਰਾਬ ਹੈ, ਫਿਰ ਉਹਦੇ ਕੰਟਰੀ ਨੂੰ ਲੇਬਲ ਲਗਾ ਦਾਂਗੇ ਜੀ। ਠੀਕ ਹੈ, ਐਸਾ ਨਹੀਂ ਹੈਗਾ। ਦੁਨੀਆ ਬਹੁਤ ਖੂਬਸੂਰਤ ਹੈਗੀ, ਲੋਕ ਬਹੁਤ ਚੰਗੇ ਨੇ। ਸਾਡੇ ਹੁਣ ਇਸ ਵਾਰੀ ਏਜੰਡਾ ਸੀ ਜਿਹੜਾ ਅਸੀਂ ਗਏ ਸੀਗਾ, ਸਾਡਾ ਇੱਕ ਵਨ ਆਫ ਦਾ ਏਜੰਡਾ ਸੀਗਾ ਮਿਲੀਅਨ ਫ੍ਰੀ ਹਗਸ। ਅਸੀਂ ਜਾ ਕੇ ਲੋਕਾਂ ਨੂੰ ਉੱਥੇ ਗਲੇ ਲਗਾਉਂਦੇ ਸੀ, ਲੋਕਾਂ ਨੂੰ ਮਿਲਦੇ ਸੀ, ਬੰਦਿਆਂ ਨੂੰ ਬੰਦੀਆਂ ਨੂੰ ਵੀ, ਸਾਰਿਆਂ ਨੂੰ। ਹਾਂ, ਸਾਰਿਆਂ ਨੂੰ। ਤੇ ਇਹਦੇ ਅੰਦਰ ਸੋ ਮੈਨੀ ਗਰਲਸ ਦੇ ਟੋਲਡ ਮੀ ਔਨ ਮਾਈ ਫੇਸ ਕਿ ਵੈਨ ਸ਼ੀ ਹਗਡ ਮੀ she was feeling that there's some spiritual thing. Okay. It looks like it's a spiritual hug. ਕਿਉਂਕਿ ਉਹ ਜਿਹੜਾ ਫੀਲ ਜਿਹੜਾ ਸੀ ਨਾ, ਉਹ ਇੱਕ ਸੀਗਾ ਕਿ ਤੁਸੀਂ ਇੱਕ એનર્ਜੀ ਟ੍ਰਾਂਸਫਰ ਕਰ ਰਹੇ ਹੋ ਕਿਸੇ ਦੂਜੇ 'ਚ। ਤੇ ਲੋਕੀ ਰੋ ਪੈਂਦੇ ਸੀਗੇ। ਮੈਂ ਐਸੇ ਬੰਦੇ, ਐਸੀ ਲੜਕੀ ਨੂੰ ਮੈਂ ਮਿਲਿਆ ਤਾਂ ਮੈਨੂੰ ਕਹਿੰਦੀ ਕਿ ਮੇਰੇ ਫਾਦਰ ਨੇ ਇੰਨੇ ਸਾਲ ਹੋ ਗਏ ਮੈਨੂੰ ਕਦੀ ਹੱਗ ਨਹੀਂ ਕੀਤਾ। ਤੇ ਉਹ ਇਹ ਸਾਰੀ ਦੁਨੀਆ ਦੇ ਅੰਦਰ ਹੈਗਾ। ਅਸੀਂ ਨਾ ਡਿਸਟੈਂਸ ਸਾਡੇ ਕੋਲ ਕ੍ਰੀਏਟ ਹੋ ਜਾਂਦਾ, ਜਾਣੇ ਅਣਜਾਣੇ ਅਸੀਂ ਕਹਿ ਲਓ। ਮਾਂ ਪਿਓ ਬੱਚਿਆਂ ਨੂੰ ਨਹੀਂ ਗਲੇ ਲਗਾਉਂਦੇ, ਬੱਚੇ ਆਪਣੇ ਮਾਂ ਪਿਆਂ ਨੂੰ ਗਲੇ ਨਹੀਂ ਲਗਾਉਂਦੇ। ਉਹ ਜਿੰਨਾ ਜਿਹਾ ਟਾਈਮ ਗੁਜ਼ਰ ਜਾਂਦਾ ਡਿਸਟੈਂਸ ਵੱਧਦਾ ਜਾਂਦਾ ਹੈਗਾ। ਯੈਸ, ਤੇ ਬਹੁਤ ਸੋਹਣੀ ਗੱਲ ਕਹੀ। ਹਾਂ, ਤੇ ਇਸੇ ਤਰੀਕੇ ਨਾਲ ਨਾ ਹਰ ਬੰਦੇ ਦੀ ਜ਼ਿੰਦਗੀ 'ਚ ਕੁਛ ਨਾ ਕੁਛ ਹੁੰਦਾ ਹੈਗਾ। ਤੁਹਾਨੂੰ ਪਤਾ ਈਸਟਰਨ ਕੰਟਰੀਜ਼ ਦੇ ਵਿੱਚ ਇੱਕ ਕਾਓ ਹਗਿੰਗ ਥੈਰੇਪੀ ਦਿੰਦੇ ਆ ਉਹ। ਅੱਛਾ, ਜਿਹੜੇ ਬੰਦਿਆਂ ਨੂੰ ਡਿਪਰੈਸ਼ਨ ਹੁੰਦਾ ਜਾਂ ਸੀਵੀਅਰ ਡਿਪਰੈਸ਼ਨ 'ਚ ਗੁਜ਼ਰ ਰਹੇ ਹੁੰਦੇ ਆ ਤੇ ਉਹ ਫਾਰਮਸ ਵਿੱਚ ਜਾ ਕੇ ਗਊਆਂ ਨੂੰ ਹੱਕ ਕਰਦੇ ਆ, ਕਿਉਂਕਿ ਕਾਓ ਨੂੰ ਇੱਕ ਸਪਿਰਿਚੁਅਲ ਐਨੀਮਲ ਮੰਨਿਆ ਜਾਂਦਾ ਤੇ ਉਹਨੂੰ ਹੱਕ ਕਰਦੇ ਆ। ਮਤਲਬ ਹੁਣ ਉਹਦਾ ਕੋਈ ਸਾਇੰਟੀਫਿਕ ਰੀਜ਼ਨ ਵੀ ਹੋਏਗਾ, ਪਰ ਮੈਂ ਇਹ ਕਿਤੇ ਪੜ੍ਹਿਆ ਸੀ ਵੀ ਉਹ ਕਾਓ ਹਗਿੰਗ ਥੈਰੇਪੀ ਦਿੰਦੇ ਆ ਤਾਂ ਕਿ ਉਹ ਬੰਦਾ ਜਿਹੜਾ ਡਿਪਰੈਸ਼ਨ 'ਚੋਂ ਬਾਹਰ ਆ ਸਕੇ। ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਦਿਸ ਇਜ਼ ਵੈਰੀ ਇੰਟਰਸਟਿੰਗ ਕਿ ਰਾਦਰ ਮੇਰੇ ਹਿਸਾਬ ਨਾਲ ਤੇ ਹਿਊਮਨ ਹਗਿੰਗ ਹੋਣੀ ਚਾਹੀਦੀ ਹੈ। ਐਗਜ਼ੈਕਟਲੀ, ਕਿਉਂਕਿ ਜਿਹੜੀ એનર્ਜੀ ਤੁਸੀਂ ਉਹ ਪਾਸ ਆਨ ਕਰ ਸਕਦੇ ਹੋ ਨਾ। ਬਿਲਕੁਲ। ਪਰ ਤੁਹਾਡਾ ਹੁਣ ਤੁਸੀਂ ਦੇਖੋ ਜਿਹੜਾ ਰੇਕੀ ਹੈ ਉਹ ਚੱਲਦੀ ਹੋਈ ਔਰਾ ਔਰ ਵਾਈਬ੍ਰੇਸ਼ਨ ਦਾ ਖੇਡ ਹੈ ਨਾ। ਉਹਨਾਂ ਨੇ ਜੋ ਤੁਹਾਨੂੰ ਟੱਚ ਕਰਨਾ ਹੈ, ਟੱਚ ਕਰਕੇ ਉਹ એનર્ਜੀ ਨੂੰ ਟ੍ਰਾਂਸਫਰ ਕਰਦੇ ਆ ਔਰ ਉਹ એનર્ਜੀ ਤੁਹਾਨੂੰ ਹੀਲ ਕਰਦੀ ਹੈ। ਬਿਲਕੁਲ ਬਿਲਕੁਲ। ਸੋ ਉਹ ਨਾ ਐਕਚੁਅਲੀ ਜਿਹਨੂੰ ਕਹਿੰਦੇ ਨਾ ਟੱਚ ਦੇ, ਜਿਹੜੇ ਇੱਕ ਗੁੱਡ ਟੱਚ ਤੇ ਬੈਡ ਟੱਚ ਦਾ ਜਿਹੜਾ ਫਰਕ ਹੈ ਨਾ, ਬਿਲਕੁਲ ਇਹ ਬਹੁਤ ਮਤਲਬ ਪਤਾ ਲੱਗਦਾ ਬੰਦੇ ਨੂੰ। ਬਿਲਕੁਲ, ਦੇਣ ਵਾਲੇ ਨੂੰ ਵੀ ਤੇ ਜਿਹੜਾ ਫੀਲ ਕਰ ਰਿਹਾ ਹੈ। ਇਫ ਯੂਰ ਇੰਟੈਂਸ਼ਨ ਇਜ਼ ਬੈਡ, you can in 1 second other person can guess exactly. So ਇਹ ਜਿਸ ਕਰ ਤੁਸੀਂ ਇੱਕ ਖੁੱਲੇ ਦਿਲ ਨਾਲ ਇੱਕ ਸੱਚੀ ਸੋਚ ਨਾਲ ਅਗਰ ਤੁਸੀਂ ਕੁਝ ਕਰਦੇ ਹੋ ਨਾ ਤੇ ਉਹਦਾ ਟ੍ਰਾਂਸਫਾਰਮੇਸ਼ਨ ਬਹੁਤ ਜ਼ਿਆਦਾ ਜ਼ਬਰਦਸਤ ਹੁੰਦਾ ਹੈਗਾ। ਦੇਖੋ, ਤੁਸੀਂ ਜਿੰਨੀਆਂ ਮਰਜ਼ੀ ਕੰਟਰੀਜ਼ ਵਿੱਚ ਘੁੰਮੋ, ਬੇਸ਼ੱਕ, ਕਿਉਂਕਿ ਤੁਸੀਂ ਹਰੇਕ ਭਾਸ਼ਾ ਤਾਂ ਨਹੀਂ ਸਿੱਖ ਸਕਦੇ ਨਾ, ਪਰ ਇੱਕ ਯੂਨੀਵਰਸਲ ਲੈਂਗੁਏਜ ਹੈ, ਦੈਟ ਇਜ਼ ਲਵ ਦੀ ਜਿਹੜੀ ਪਿਆਰ ਦੀ ਭਾਸ਼ਾ ਹੈ। ਔਰ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਵੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਤੁਸੀਂ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਜਾਂ ਤੁਸੀਂ ਸਾਧਨਾ ਦੀ ਗੱਲ ਕਰਦੇ ਹੋ, ਸਾਧਨ ਦੀ ਗੱਲ ਕਰਦੇ ਹੋ, ਤੇ ਸਾਧਨ ਬੜੇ ਕਠੋਰ ਹੈ। ਪਰ ਜਦੋਂ ਤੁਸੀਂ ਕਿਸੇ ਨਾਲ ਪ੍ਰੇਮ ਦੇ ਵਿੱਚ ਪੈ ਗਏ ਫਿਰ ਉਹ ਅਨਕੰਡੀਸ਼ਨਲ ਹੈ, ਫਿਰ ਉਹ ਤੁਹਾਡੇ ਤੋਂ ਗਿਵ ਐਂਡ ਟੇਕ ਦਾ ਰਿਲੇਸ਼ਨ ਨਹੀਂ ਰਹੇਗਾ। ਇਸੇ ਤਰ੍ਹਾਂ ਜੇ ਤੁਸੀਂ ਪਰਮਾਤਮਾ ਨਾਲ ਪ੍ਰੇਮ 'ਚ ਪੈ ਜਾਂਦੇ ਹੋ ਤੇ ਪਰਮਾਤਮਾ ਫਿਰ ਤੁਹਾਡੇ ਕੀਤੇ ਹੋਏ ਸਾਰੇ ਕਰਮਾਂ 'ਤੇ ਕਾਂਟਾ ਮਾਰ ਦਿੰਦਾ ਔਰ ਤੁਹਾਨੂੰ
ਉਹ ਅਪਣਾ ਲੈਂਦਾ ਹੈ ਨਾ। ਇਸੇ ਤਰ੍ਹਾਂ ਹੁਣ ਮੈਂ ਕਹਿ ਰਹੀ ਸੀ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਲਾਈਟ ਕਰੀਏ ਕਿ ਅਨਕੰਡੀਸ਼ਨਲ ਲਵ ਤੁਸੀਂ ਫੀਲ ਕੀਤਾ ਹੋਏਗਾ ਬਹੁਤ ਜ਼ਿਆਦਾ, ਤੇ ਇਸ ਜਰਨੀ ਦੌਰਾਨ ਬੜੇ ਸਾਰੇ ਇਸ ਤਰ੍ਹਾਂ ਦੇ ਇਨਕਾਊਂਟਰਸ ਵੀ ਹੋਏ ਹੋਣਗੇ, ਬੜੀਆਂ ਕੁੜੀਆਂ ਤੁਹਾਡੇ ਮਗਰ ਪਈਆਂ ਹੋਣਗੀਆਂ, ਬੜੀਆਂ ਨੂੰ ਤੁਸੀਂ ਪਸੰਦ ਕੀਤਾ ਹੋਏਗਾ, ਕੁਝ ਮਜ਼ੇਦਾਰ ਕਿਸੇ ਦੱਸੋ। ਇੱਕ ਉਮਰ ਹੁੰਦੀ ਹੈਗੀ, ਮੈਂ ਉਸੇ ਉਮਰ ਦੀ ਗੱਲ ਕਰ ਰਹੀ ਹਾਂ। ਜਿਸ ਵਕਤ ਅਸੀਂ ਯੰਗ ਹੁੰਦੇ ਸੀ ਉਸ ਵਕਤ ਅਲੱਗ ਗੱਲ ਸੀ, ਹੁਣ ਥਿੰਗਸ ਹੈਵ ਚੇਂਜ, ਠੀਕ ਹੈ ਨਾ। ਹੁਣ ਦੇਖੋ ਪਿਆਰ ਦੇ ਵੀ ਅਲੱਗ-ਅਲੱਗ ਰੂਪ ਹੁੰਦੇ ਨੇ। ਇੱਕ ਸਾਡੇ ਇੰਡੀਆ ਦੇ ਅੰਦਰ ਪਿਆਰ ਦਾ ਮਤਲਬ ਇਟਸ ਅ ਫਿਜ਼ੀਕਲ ਰਿਲੇਸ਼ਨ, ਐਗਜ਼ੈਕਟਲੀ, ਠੀਕ ਹੈ ਨਾ, ਜਦਕਿ ਪਿਆਰ ਦਾ ਮਤਲਬ ਇਹ ਨਹੀਂ ਹੈਗਾ। ਪਿਆਰ ਦਾ ਯੂ ਆਰ ਵੈਰੀ ਵੈਲ ਸੈਡ ਦੈਟਸ ਇਟਸ ਅਨਕੰਡੀਸ਼ਨਲ ਲਵ, ਇਟਸ ਅ ਫੀਲਿੰਗ, ਜਿਹਨਾਂ ਜਦ ਤੁਸੀਂ ਦੂਸਰੇ ਵਾਸਤੇ ਕਰਦੇ ਹੈਗੇ ਹੋ ਤਾਂ ਉਹ ਫੀਲਿੰਗ ਜਿਹੜੀ ਹੁੰਦੀ ਹੈ ਉਹ ਤਦ ਹੁੰਦੀ ਹੈ ਕਿ ਮਤਲਬ ਤੁਸੀਂ ਕਿਸੇ ਕੋਲ ਕੁਝ ਮੰਗ ਨਹੀਂ ਰਹੇ, ਤੁਸੀਂ ਕੁਝ ਦੇ ਰਹੇ ਹੈਗੇ ਹੋ, ਅਤੇ ਉਹ ਜਿਹੜਾ ਉਹ ਲਵ ਹੈਗਾ। ਫਿਰ ਦੂਸਰਾ ਕੀ ਹੁੰਦਾ ਕਿ ਏਜ ਹੁੰਦੀ ਹੈ। ਹੁਣ ਆਈ ਐਮ ਜਿਸ ਸਟੇਜ 'ਤੇ ਮੈਂ ਹੈਗਾ, ਮੈਂ ਅਗਰ ਕਿਸੇ ਕੁੜੀ ਨੂੰ ਮਿਲਾਂਗਾ ਤਾਂ ਉਹ ਮੈਨੂੰ ਅੰਕਲ ਹੀ ਕਹੇਗੀ ਹੈ, ਜਾਂ ਸਰ ਕਹੇਗੀ ਜਾਂ ਅੰਕਲ ਕਹੇਗੀ, ਉਹ ਮੈਨੂੰ ਐਸਾ ਕਰਕੇ ਮੈਨੂੰ ਨਾਂ ਤੋਂ ਨਹੀਂ ਬੁਲਾਏਗੀ ਜੀ, ਠੀਕ ਹੈ। ਪਰ ਅਮਰੀਕਾ 'ਚ ਜਾਂ ਯੂਰਪ ਵਿੱਚ ਥੋੜ੍ਹਾ ਹੈਗਾ ਕਿ ਦੇ ਕਾਲ ਯੂ ਬਾਈ ਨੇਮ, ਠੀਕ ਹੈ ਨਾ, ਪਰ ਉਹਨਾਂ ਦੇ ਅੰਦਰ ਉਹ ਫੀਲ ਨਹੀਂ ਹੁੰਦਾ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ and they are very open, the culture is very open and they are very friendly। ਮੈਂ ਹੁਣ ਇਹੀ ਪੁੱਛਣਾ ਚਾਹ ਰਹੀ ਸੀ ਕਿ ਜਦੋਂ ਡਿਫਰੈਂਟ ਕਲਚਰ ਦੇ ਲੋਕਾਂ ਨੂੰ ਤੁਸੀਂ ਮਿਲੇ ਹੋਗੇ ਤੇ ਡੈਫੀਨੇਟਲੀ ਬੰਦਾ ਜਿਹੜੀ ਥਾਂ ਤੇ ਜਾਂਦਾ ਹੈ, ਜਿਹੜੇ ਲੋਕਾਂ ਨੂੰ ਮਿਲਦਾ ਹੈ ਜਾਂ ਜਿਸ ਕਲਚਰ ਦੇ ਵਿੱਚ ਹੈ ਨਾ ਕੁਝ ਦਿਨ ਰਹਿੰਦਾ, ਉਹ ਤੋਂ ਚੰਗੀਆਂ ਮਾੜੀਆਂ ਚੀਜ਼ਾਂ ਆਪਟ ਕਰਦਾ ਤੇ ਔਰ ਕਹਿੰਦਾ ਵੀ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਪਰਹੇਜ਼ ਵੀ ਕਰਨ ਦੀ ਲੋੜ ਹੈ। ਤਾਂ ਸਭ ਤੋਂ ਸੋਹਣੀ ਤੇ ਸਭ ਤੋਂ ਮਾੜੀ ਚੀਜ਼ ਕਿਸੇ ਕਲਚਰ 'ਚ ਤੁਹਾਨੂੰ ਕੀ ਲੱਗੀ? ਦੇਖੋ ਇਹ ਕਲਚਰ ਦਾ ਮੈਂ ਤੁਹਾਨੂੰ ਕਲਚਰਲ ਡਿਫਰੈਂਸ ਸਮਝਾਣਾ ਜੀ। ਅਮਰੀਕਾ ਦੇ ਅੰਦਰ ਬਿਕੋਜ਼ ਆਈ ਸਪੈਂਡ ਸੋ ਮੈਨੀ ਈਅਰਸ ਦੇਅਰ ਐਂਡ ਕਾਫੀ ਵਾਰ ਅਮਰੀਕਾ ਗਿਆ ਵੀ ਹੋਇਆ ਮੈਂ। ਉੱਥੇ ਕਲਚਰ ਹੈਗਾ ਕਿ ਇਫ ਯੂ ਲੁੱਕ ਐਟ ਸਮਬਡੀ, ਥੋੜ੍ਹਾ ਆਈ ਕੰਟੈਕਟ ਕਿਸੇ ਨਾਲ ਵੀ ਹੁੰਦਾ, ਚਾਹੇ ਕੁੜੀ ਹੋਵੇ ਜਾਂ ਬੰਦਾ ਕੋਈ ਵੀ ਹੋਵੇ। ਸੋ ਇੱਕ ਉਹਨਾਂ ਦਾ ਕਲਚਰ ਹੈਗਾ ਦੇ ਪਾਸ ਸਮਾਈਲ, ਠੀਕ ਹੈ। ਅਗਰ ਤੁਸੀਂ ਕਿਸੇ ਨੂੰ ਆਈ ਕੰਟੈਕਟ ਹੁੰਦਾ ਪਿਆ ਤਾਂ ਤੁਸੀਂ ਸਮਾਈਲ ਪਾਸ ਨਹੀਂ ਕਰਦੇ, ਇਟ ਮੀਨਸ ਯੂ ਆਰ ਰੂਡ, ਠੀਕ ਹੈ ਨਾ, ਦੇ ਕੰਸੀਡਰ ਇਜ਼ ਰੂਡ। ਹੁਣ ਇਹਦਾ ਬਿਲਕੁਲ ਕੰਟਰਾਸਟ ਹੈਗਾ ਆਪਣਾ ਰਸ਼ੀਆ ਦੇ ਅੰਦਰ। Russia ਦੇ ਅੰਦਰ if you do not know a person, whether he is a male or whether he is a female, you cannot look at their eyes directly and you cannot pass smile or you cannot pass any comment। ਹੁਣ ਅਸੀਂ ਅਮਰੀਕਾ ਦੇ ਅੰਦਰ ਆਮ ਸੀਗਾ, hey you are looking so nice, what a beautiful day, so ਬੜੇ ਸਾਰੇ ਕਮੈਂਟਸ ਅਸੀਂ ਇੱਕ ਦੂਜੇ ਨੂੰ and you smile or you hug, so ਉਹ ਕਾਮਨ ਚੀਜ਼ ਹੈਗੀ। ਪਰ ਅਮਰੀਕਾ ਰਸ਼ੀਆ ਦੇ ਅੰਦਰ ਅਗਰ ਇਸ ਤਰ੍ਹਾਂ ਕਿਸੇ ਜਨਾਨੀ ਨੂੰ ਈਵਨ ਅਗਰ ਤੁਸੀਂ ਟ੍ਰੇਨ 'ਚ ਜਾ ਰਹੇ ਹੋ ਅਤੇ ਉਹ ਜਿਹੜੀ ਟਿਕਟ ਕੰਡਕਟਰ ਜਿਹੜੀ ਹੈਗੀ ਅਤੇ ਉਸ ਨੂੰ ਵੀ ਤੁਸੀਂ ਇਸ ਤਰ੍ਹਾਂ ਦੇ ਕੇ ਸਮਾਈਲ ਪਾਸ ਕਰਦੀ ਉਹਨੇ ਚਿੱਤਰ ਮਾਰ ਦੇਣਾ ਤੈਨੂੰ। ਐਵੇਂ ਦਾ ਕੁਝ ਹੋਇਆ? ਨਹੀਂ ਹੋਇਆ ਤਾਂ ਨਹੀਂ ਹੈਗਾ, ਬਟ ਵੈਨ ਆਈ ਕੇਮ ਟੂ ਨੋ ਦੈਨ ਆਈ ਸਟਾਪ ਡੂਇੰਗ ਦੈਟ। ਸੋ ਉਹ ਇਹ ਕੰਮ ਇੰਡੀਆ 'ਚ ਕਿਸੇ ਨੂੰ ਹੋਵੇ, ਇੰਡੀਆ ਦੇ ਚਿੱਤਰ ਮਾਰਨ ਚੁੱਕੇ ਹੈ। ਇੰਡੀਆ 'ਚ ਤੁਸੀਂ ਕਿਸੇ ਕੁੜੀ ਨੂੰ ਦੇਖ ਕੇ ਸਮਾਈਲ ਪਾਸ ਕਰੋ ਜਾਂ ਕੋਈ ਕਮੈਂਟ ਦੇ ਦਿਓ, ਗੁੱਡ ਕਮੈਂਟ ਟੂ ਹਰ, ਉਹਨੇ ਤਾਂ ਚਿੱਤਰ ਲਾ ਲੈਣਾ। So these are the cultural difference। So this is what I tell and it's very interesting। ਜੇ ਤੁਸੀਂ ਟਰੈਵਲ ਕਰਦੇ ਹੋ ਨਾ, ਮੈਂ ਹੁਣ ਕੰਸਲਟੈਂਸੀ ਦੇਣਾ ਤੇ ਮੈਂ ਆਪਣੇ ਜਿਹੜੇ ਕਲਾਇੰਟਸ ਨੂੰ ਦੱਸਣਾ ਹੈਗਾ ਕਿ ਕਿਸ ਕੰਟਰੀ ਦੇ ਅੰਦਰ ਜਿਹੜੇ ਕੀ ਚੀਜ਼ਾਂ ਕਰਨੀਆਂ ਨੇ, ਡੂਜ਼ ਐਂਡ ਡੋਨਟਸ ਜਿਹੜੇ ਨੇ ਉਹ ਬੜੇ ਸਪੈਸੀਫਿਕਲੀ ਮੈਂ ਲਿਖ ਕੇ ਦੇਣਾ ਉਹਨੂੰ ਕਿ ਵੀ ਇਹ ਉਹਨਾਂ ਦਾ ਕਲਚਰ ਇਹ ਕਹਿੰਦਾ ਹੈਗਾ। ਬਿਲਕੁਲ। ਫਿਰ 1.5 ਲੱਖ ਰੁਪਏ ਕਾਹਦਾ ਲੈਣਾ? ਨਹੀਂ, 1.5 ਲੱਖ ਦੇ ਅੰਦਰ ਜਿਹੜੀ ਵੈਲਿਊ ਬਹੁਤ ਸਾਰੀ ਹੈ। ਐਗਜ਼ੈਕਟਲੀ, ਮੈਂ ਤਾਂ ਖੈਰ ਮਜ਼ਾਕ ਕੀਤਾ ਸੀ। ਅੱਛਾ, ਵਾਟ ਅਬਾਊਟ ਜ਼ਰੂਰੀ ਹੈਗਾ ਜੀ ਇਟਸ ਵੈਰੀ ਇੰਪੋਰਟੈਂਟ। ਹੁਣ ਇਹ ਦੇਖੋ ਤੁਸੀਂ ਈਰਾਨ ਹੈਗਾ ਫੋਰ ਐਗਜ਼ਾਮਪਲ, ਤੁਸੀਂ ਉੱਥੇ ਡਰਿੰਕ ਨਹੀਂ ਕਰ ਸਕਦੇ, ਤੁਹਾਡੀ ਗੱਡੀ 'ਚ ਜਿਹੜੀ ਬੋਟਲ ਫੜੀ ਗਈ ਚੁੱਕ ਅੰਦਰ ਕਰ ਦੇਣਗੇ ਤੁਹਾਨੂੰ। ਇਸ ਤਰ੍ਹਾਂ ਦੇ ਕਿਹੜੇ ਕੰਟਰੀਜ਼ ਦੇ ਕੁਝ ਵੱਖਰੇ ਰੂਲਸ ਨੇ ਜਿਹੜੇ ਸਾਡੇ ਸੁਣਨ ਵਾਲਿਆਂ ਨੂੰ ਬੜੇ ਫੈਸੀਨੇਟਿੰਗ ਤੇ ਇੰਟਰਸਟਿੰਗ ਲੱਗਣਗੇ? ਜਿਵੇਂ ਹੁਣ ਤੁਸੀਂ ਆ ਸਟੀਅਰਿੰਗ ਵਾਲੀ ਗੱਲ ਦੱਸੀ। ਹਾਂ, ਜਿਸ ਤਰ੍ਹਾਂ ਹੁਣ ਇਹ ਤੇ ਉਹ ਸੀਗਾ ਕੀ ਕਹਿੰਦੇ ਨੇ ਕਲਚਰਲ ਸੀਗੇ। ਹੁਣ ਜਿਹੜਾ ਟ੍ਰੈਫਿਕ ਰੂਲਸ ਦੀ ਗੱਲ ਕਰੀਏ ਆਪਾਂ, ਠੀਕ ਹੈ। ਹੁਣ ਟ੍ਰੈਫਿਕ ਰੂਲ ਦਾ ਹੈਗਾ ਕਿ ਤੁਸੀਂ ਹੁਣ ਮੇਰੇ ਨਾਲ ਇਹ ਕਿੱਸਾ ਹੋਇਆ, ਮੈਂ ਆਪਣਾ ਕਿੱਸਾ ਤੁਹਾਨੂੰ ਦੱਸਣਾ ਹੈਗਾ। ਆਈ ਵਾਜ਼ ਇਨ ਫਿਨਲੈਂਡ ਅਤੇ ਮੈਂ ਥੱਕਿਆ ਸੀਗਾ, ਮੈਨੂੰ 1500-1600 ਕਿਲੋਮੀਟਰ ਗੱਡੀ ਮੈਂ ਡਰਾਈਵ ਕਰ ਚੁੱਕਿਆ ਸੀਗਾ ਅਤੇ ਅਸੀਂ ਪਹੁੰਚਣਾ ਸੀਗਾ, ਸ਼ਾਮ ਹੋ ਗਈ, ਹਨੇਰਾ ਹੋ ਗਿਆ ਸੀਗਾ ਅਤੇ ਮੇਰੇ ਪਿੱਛੇ ਮੇਰੇ ਕਲਾਇੰਟਸ ਵੀ ਸੀਗੇ, ਵੀ 2 ਗੱਡੀਆਂ ਹੋਰ ਪਿੱਛੇ ਸੀਗੀਆਂ ਅਤੇ ਮੈਂ ਇੰਨਾ ਥੱਕਿਆ ਸੀਗਾ, ਮੈਨੂੰ ਨਾ ਨੀਂਦ ਦੇ ਝੋਕੇ ਆ ਰਹੇ ਸੀਗੇ ਲਿਟਰਲੀ। ਅਤੇ ਗੱਡੀ ਮੇਰੀ ਇੱਦਾਂ ਦਾ ਹੋ ਰਹੀ ਸੀ ਅਤੇ ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਤੁਸੀਂ ਨਾ ਗੱਡੀ ਰੋਕ ਲਓ, ਬੈਟਰ ਹੈਗਾ। ਯੂਰਪ ਵਿੱਚ ਕੀ ਹੈਗਾ ਕਿ ਤੁਸੀਂ ਗੱਡੀ ਨਾ ਇਸ ਤਰ੍ਹਾਂ ਹਰ ਜਗ੍ਹਾ 'ਤੇ ਨਹੀਂ ਰੋਕ ਸਕਦੇ। ਜੇ ਤੁਸੀਂ ਹਾਈਵੇ 'ਤੇ ਗੱਡੀ ਖੜੀ ਕਰ ਰਹੇ ਹੋ ਅਤੇ ਤੁਹਾਨੂੰ ਉੱਥੇ ਪੋਲ ਲੱਗੇ ਨੇ ਅਤੇ ਫੋਨ ਹੈਗਾ, ਉੱਥੇ ਫੋਨ ਕਰੋ ਅਤੇ ਉਹਨਾਂ ਨੂੰ ਦੱਸੋ ਕਿ ਵੀ ਇਹ ਰੀਜ਼ਨ ਕਰਕੇ ਮੈਂ ਗੱਡੀ ਖੜੀ ਕਰ ਰਿਹਾ। ਅਮਰੀਕਾ 'ਚ ਥੋੜ੍ਹਾ ਰੂਲ ਡਿਫਰੈਂਟ ਹੈਗੇ। ਉੱਥੇ ਤੁਸੀਂ ਹੈਂਗਰ ਹੁੰਦਾ ਹੈਗਾ, ਉੱਥੇ ਤੁਸੀਂ ਖੜੀ ਕਰ ਲਓ ਅਤੇ ਤੁਸੀਂ ਸੋ ਵੀ ਸਕਦੇ ਹੋ, ਕੋਈ ਐਸੀ ਗੱਲ ਨਹੀਂ। ਅਤੇ ਉਹ ਉੱਥੇ ਮੈਂ ਸੋਚ ਰਿਹਾ ਸੀ ਕਿ ਕੋਈ ਜਗ੍ਹਾ ਆਵੇ ਅਤੇ ਮੈਂ ਗੱਡੀ ਰੋਕਾਂ ਉੱਥੇ, ਅਤੇ ਅਚਾਨਕ ਪੁਲਿਸ ਦਾ ਗੱਡੀ ਦਾ ਸਾਇਰਨ ਵੱਜਿਆ। ਉਹ
ਉਹਨੇ ਮੈਨੂੰ ਰੋਕ ਲਿਆ ਤੇ ਉਹਨੇ ਪਹਿਲਾਂ ਤਾਂ ਗੱਡੀ ਗੁੱਡੀ ਵੇਖੀ ਤੇ ਮੈਨੂੰ ਕਿਹਾ ਕੀ ਹੋ ਗਿਆ ਤੇ ਉਹ ਕਹਿੰਦਾ ਜੀ ਤੁਸੀਂ ਗੱਡੀ ਜਿਹੜੀ ਨਾ ਟੇੜੀ ਮੇੜੀ ਚਲਾ ਰਹੇ ਸੀਗੇ। ਮੈਂ ਕਿਹਾ ਹਾਊ ਡੂ ਯੂ ਨੋ? ਕਹਿੰਦਾ ਤੁਹਾਡੇ ਪਿੱਛੇ ਨਾ ਇੱਕ ਐਂਬੂਲੈਂਸ ਜਾ ਰਹੀ ਸੀ, ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ। ਤੇ ਮੈਂ ਕਿਹਾ ਇਟਸ ਐਬਸੋਲੂਟਲੀ ਟਰੂ ਕਿ ਮੇਰੀ ਗੱਡੀ ਇਸ ਤਰ੍ਹਾਂ ਹੋ ਰਹੀ ਸੀ ਕਿਉਂਕਿ ਮੈਂ ਸਵੇਰ ਦਾ ਗੱਡੀ ਚਲਾ ਰਿਹਾ, ਮੈਂ ਥੱਕਿਆ ਸੀਗਾ ਐਂਡ ਆਈ ਵਾਜ਼ ਲੁਕਿੰਗ ਫॉर ਅ ਪਲੇਸ ਵੇਅਰ ਆਈ ਕੈਨ ਪਾਰਕ ਮਾਈ ਕਾਰ। ਕਹਿੰਦਾ ਵਾਟ ਐਵਰ ਰੀਜ਼ਨ ਇਟ ਇਜ਼ ਬਟ ਆਈ ਹੈਵ ਟੂ ਗਿਵ ਯੂ ਅ ਟਿਕਟ। ਤੇ ਮੈਂ ਕਿਹਾ ਵੀ ਟਿਕਟ ਤਾਂ ਹੈ ਠੀਕ ਹੈ। ਫਿਰ ਹੁਣ ਮੈਨੂੰ ਪਤਾ ਸੀਗਾ ਕਿ ਟਿਕਟ ਮਿਲਣੀ ਹੈਗੀ। ਅੱਛਾ ਉੱਥੇ ਪਤਾ ਟਿਕਟ ਦਾ ਦੇਣ ਦਾ ਤਰੀਕਾ ਕੀ ਹੈਗਾ, ਉਹ ਪੁੱਛਦੇ ਤੁਹਾਡੀ ਸੈਲਰੀ ਕਿੰਨੀ ਹੈਗੀ ਤੇ ਮੈਂ ਕਿਹਾ ਸੈਲਰੀ ਤੁਹਾਨੂੰ ਮੈਂ ਕੀ ਦੱਸਾਂ ਕੀ ਸੈਲਰੀ ਹੈਗੀ। ਉੱਥੇ ਜਿੰਨੀ ਤੁਹਾਡੀ ਸੈਲਰੀ ਹੁੰਦੀ ਹੈ ਉਹਦੇ ਬੇਸ 'ਤੇ ਉਹ ਟਿਕਟ ਕੱਟਦੇ ਨੇ। ਅੱਛਾ ਵੀ ਬੰਦਾ ਪੇ ਵੀ ਕਰ ਦੇਗਾ? ਹਾਂ। ਵਾਓ। ਤੇ ਉਹ ਫਿਰ ਦੂਜਾ ਕੀ ਅੱਛਾ ਉੱਥੇ ਲੋਕਲ ਦਾ ਕੀ ਹੈਗਾ, ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਕਾਰਡ ਲੈ ਲੈਣਗੇ। ਜੇ ਸਾਡਾ ਆਧਾਰ ਕਾਰਡ ਹੈਗਾ, ਉਹਨੇ ਤੁਹਾਡਾ ਕਾਰਡ ਮੰਗਿਆ, ਉਹਨੇ ਪੰਚ ਕਰਨਾ, ਤੁਹਾਡੀ ਸਭ ਕੁਝ ਸਾਰਾ ਕੁਝ ਆ ਜਾਣਾ ਉਹਦੇ 'ਚ ਤੇ ਤੁਸੀਂ ਹਾਈਡ ਵੀ ਨਹੀਂ ਕਰ ਸਕਦੇ ਮੇਰੀ ਸੈਲਰੀ ਕਿੰਨੀ ਹੈਗੀ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਤਾਂ ਹੁਣ ਇੰਡੀਆ ਰਹਿਣਾ, ਮੇਰੀ ਕੀ ਸੈਲਰੀ ਸੁਲੀ ਮੈਂ ਕੀ ਦੱਸਾਂ। ਤੇ ਫਿਰ ਉਹ ਹੀ ਬਿਕਮ ਲਿਟਲ ਫਰੈਂਡਲੀ। ਅਸੀਂ ਉਹਦਾ ਸਾਰਾ ਸ਼ੂਟ ਕੀਤਾ, ਕੈਂਡਿਡ ਕੈਮਰੇ ਤੋਂ ਸਾਰਾ ਸ਼ੂਟ ਕੀਤਾ ਸੀ। ਤੇ ਉਹ ਕਹਿੰਦਾ ਵੀ ਮੈਂ ਦੇਖੋ ਅਗਰ ਕੋਈ ਇੱਥੇ ਲੋਕਲ ਬੰਦਾ ਹੁੰਦਾ ਤੇ ਮੈਂ ਚੁੱਕ ਕੇ ਉਹਨੂੰ ਜੇਲ੍ਹ 'ਚ ਪਾ ਦੇਣਾ ਸੀਗਾ। ਪਰ ਇਟਸ ਅ ਸੀਰੀਅਸ ਆਫੈਂਸ ਕਿ ਤੁਸੀਂ ਆਪਣੀ ਜਾਨ ਨਹੀਂ ਲੋਕਾਂ ਦੀ ਜਾਨ ਨਾਲ ਖੇਡ ਰਹੇ ਹੋ ਸੜਕ ਦੇ ਉੱਤੇ। ਤੇ ਹੁਣ ਤਾਂ ਮੈਂ ਲੋਐਸਟ ਟਿਕਟ ਇਜ਼ ਦੈਟਸ $124 ਸੀਗੇ, ਪਾਊਂਡ ਯੂਰੋ ਸੀਗੇ। ਤੇ ਉਹਨੇ ਮੇਰੀ $350 ਮੇਰੀ ਸੈਲਰੀ ਲਿਖੀ ਤੇ ਉਹਦੇ ਉੱਤੇ ਕੱਟ ਉਹਦੇ ਹਿਸਾਬ ਨਾਲ $124 ਦਾ ਫਾਈਨ ਸੀਗਾ ਯੂਰੋਜ਼ ਦਾ, ਉਹਨੇ ਕੱਟਿਆ। ਤੇ ਉਹਦੇ ਬਾਅਦ ਦੈਨ ਵੀ ਕੇਮ ਫਰੈਂਡਸ। ਉਹਨੇ ਕਿਹਾ ਵੀ ਪੇ ਕਰ ਦੇਣਾ, ਨਹੀਂ ਤੇ $10 ਹਰ ਵੀਕ ਤੇ ਲੱਗਣਗੇ ਤੁਹਾਡੇ। ਤੇ ਫਿਰ ਉਹ ਆ ਕੇ ਅਸੀਂ ਪੇ ਕੀਤਾ। ਤੇ ਹੁਣ ਉੱਥੇ ਦਾ ਹੁਣ ਜਿਹਨੂੰ ਨਹੀਂ ਪਤਾ ਤੇ ਉਹ ਬੰਦਾ ਤੇ ਕੁਝ ਵੀ ਕਰੇਗਾ। ਐਗਜ਼ੈਕਟਲੀ। ਤੇ ਇਸ ਤਰ੍ਹਾਂ ਹੁਣ ਟੋਲ ਟੈਕਸ ਨੇ, ਟੋਲ ਟੈਕਸ ਦਾ ਲੋਕਾਂ ਨੂੰ ਨਹੀਂ ਪਤਾ ਹੁੰਦਾ ਜੀ, ਠੀਕ ਹੈ ਨਾ। ਹੁਣ ਟੋਲ ਟੈਕਸ ਜਿਹੜੇ ਨੇ ਤੁਹਾਨੂੰ ਦੇਣੇ ਨੇ ਜੀ। ਤੇ ਜਾਂ ਤੇ ਤੁਸੀਂ ਉਹ ਟੈਗ ਵੀ ਮਿਲਦੇ ਨੇ, ਯੂਰਪ ਦੇ ਅੰਦਰ ਟੈਗ ਵੀ ਮਿਲਦੇ ਨੇ ਕਈ ਜਗ੍ਹਾ ਤੇ, ਜਾਂ ਟੈਗ ਲਗਾ ਕੇ ਰੱਖੋ। ਲੋਕਾਂ ਨੂੰ ਟੈਗ ਦਾ ਨਹੀਂ ਪਤਾ। ਹੁਣ ਮੈਂ ਇੱਕ ਵਾਰੀ ਸੀ ਲੰਡਨ ਹੀ ਸੀਗੇ, ਉੱਥੇ ਦੇ ਐਂਬੈਸਡਰ ਨਾਲ ਗੱਲ ਹੋ ਰਹੀ ਸੀ। ਉਹ ਕਹਿੰਦਾ ਵੀ ਤੁਸੀਂ ਟੋਲ ਪੇ ਕਰਦੇ ਪਏ ਹੋ, ਅਸੀਂ ਪੇ ਕਰਨੇ ਪਏ। ਯੂਰਪ ਲੰਡਨ ਵਿੱਚ ਕੀ ਹੈਗਾ, ਉਹਨਾਂ ਦੇ ਜ਼ੋਨ ਨੇ, ਉਹਦੇ ਅੰਦਰ ਕੀ ਹੈਗਾ ਕਿ ਜਿੱਦਾਂ ਹੁਣ ਇਹ ਪੋਲਿਊਸ਼ਨ ਵਾਲੇ ਜ਼ੋਨ ਨੇ, ਮਾਈਕਰੋ ਵਾਲਾ, ਇੱਕ ਮੀਡੀਅਮ ਤੇ ਇੱਕ ਹਾਈ ਪੋਲਿਊਸ਼ਨ ਦਾ। ਤੇ ਉਹ ਅਗਰ ਜ਼ੋਨ ਤੁਸੀਂ ਕ੍ਰਾਸ ਕਰਦੇ ਪਏ ਹੋ ਦੈਨ ਯੂ ਹੈਵ ਟੂ ਪੇ ਫॉर दैट। ਸੋ ਆਨਲਾਈਨ ਪੇ ਕਰਨਾ ਪੈਂਦਾ ਹੈਗਾ। ਹੁਣ ਅਸੀਂ ਨਵੇਂ, ਸਾਨੂੰ ਕੀ ਪਤਾ ਕਿ ਉਹ ਜ਼ੋਨ ਕਿਹੜਾ ਹੈਗਾ, ਲੋਕਲ ਬੰਦਿਆਂ ਨੂੰ ਤਾਂ ਪਤਾ ਹੈਗਾ। ਸੋ ਮੈਂ ਕੀ ਕਰਦਾ ਸੀ, ਮੈਂ ਉਹ 3 ਜ਼ੋਨ ਦੇ ਤਿੰਨਾਂ ਦੀ ਜਿੰਨੇ ਪੈਸੇ ਲੱਗਦੇ ਸੀ ਉਹ 35 ਪਾਉਂਡ ਦੇ ਕਰੀਬ ਲੱਗਦੇ ਸੀ, ਉਹ ਮੈਂ ਰੋਜ਼ ਪੇ ਕਰਦਾ ਸੀ। ਮੈਂ ਕਿਹਾ ਭਾਵੇਂ ਜਾਈਏ ਨਾ ਜਾਈਏ ਤਾਂ ਕਿ ਸੇਫ ਰਹੀਏ। ਉਹਦਾ ਉਹ ਕਿਉਂ ਸੇਫ ਰਹੀਏ, ਕਿਉਂਕਿ ਅਸੀਂ ਐਮਬੈਸੀ ਨੇ ਸਾਨੂੰ ਦੱਸਿਆ ਸੀਗਾ ਕਿ ਵੀ ਇੱਕ ਬੰਦਾ ਨਾ ਇਸ ਤਰ੍ਹਾਂ ਉੱਥੇ ਆਇਆ, ਉਹਨੇ ਪੇ ਨਹੀਂ, ਜਿਹੜੇ ਵੀ ਟੋਲਸ ਹੋਣਗੇ ਉਹਨੇ ਪੇ ਨਹੀਂ ਕੀਤੇ। 1 ਸਾਲ ਤੋਂ ਬਾਅਦ ਉਹ ਦੁਬਾਰਾ ਆਪਣੀ ਗੱਡੀ ਲੈ ਕੇ ਆਇਆ ਤੇ ਉੱਥੇ ਇਹਨਾਂ ਦੇ ਰਡਾਰ ਤੇ ਆ ਗਈ, ਉਹਨਾਂ ਨੇ ਚੁੱਕ ਕੇ ਉਹਨੂੰ ਅੰਦਰ ਕਰਤਾ। ਦੈਨ ਐਮਬੈਸੀ ਹੈਜ਼ ਟੂ ਇੰਟਰਵੀਨ। ਸੋ ਬੰਦਾ 4-5 ਦਿਨ ਬੰਦ ਰਿਹਾ ਜੇਲ੍ਹ ਸੀ। ਬਿਲਕੁਲ, ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਯੂ ਹੈਵ ਟੂ ਬੀ ਕੇਅਰਫੁਲ। ਓਕੇ, ਹਰ ਇੱਕ ਚੀਜ਼ ਦੇ ਵਿੱਚ ਰਾਕਟ ਸਾਇੰਸ ਕੰਮ ਨਹੀਂ ਆਉਂਦੀ ਹੈ ਨਾ, ਤੇ ਕਿਤੇ ਤੁਸੀਂ ਜੁਗਾੜ ਵੀ ਲਾ ਲੈਣਾ ਹੁੰਦਾ। ਤੇ ਜੁਗਾੜ ਕਈ ਵਾਰੀ ਇੱਦਾਂ ਹੁੰਦਾ ਵੀ ਕੋਈ ਸਿਚੁਏਸ਼ਨ 'ਚ ਤੁਸੀਂ ਫਸੇ ਹੋਵੋ ਤੇ ਤੁਸੀਂ ਸਮਾਰਟਲੀ escape ਕਰ ਲਿਆ ਹੋਵੇ। ਨਹੀਂ, ਸਮਾਰਟਲੀ escape ਤਾਂ ਨਹੀਂ ਕੀਤਾ, ਪਰ ਮੈਂ ਨਾ honest, ਮੈਨੂੰ ਇਹ honesty ਬੜੀ ਕੰਮ ਆਈ ਹੈਗੀ। honesty ਬੜੀ ਕੰਮ ਆਈ ਹੈਗੀ। ਤੇ ਜਿੱਥੇ ਵੀ ਮੈਂ honest ਸੀਗਾ ਜੀ, people helped me। ਤੇ ਹੁਣ ਅਸੀਂ ਸ਼ਾਇਦ ਕਜ਼ਾਕਿਸਤਾਨ ਹੀ ਸੀਗੇ ਤੇ ਉੱਥੇ ਹੁਣ ਉਹ ਕਸਟਮ ਵਾਲੇ ਜਿਹੜੇ ਨੇ ਉੱਥੇ ਵੀ ਉਹ ਇੰਡੀਆ ਵਰਗੇ ਹੀ ਨੇ। ਤੇ ਸਾਡੀ ਦੂਜੀ ਗੱਡੀ ਜਿਹੜੀ ਸੀ, ਉਹ ਮੈਨੂੰ ਆ ਕੇ ਮੈਨੂੰ ਕਹਿੰਦੇ ਨੇ ਜਿਹੜੇ ਸਾਡੇ ਕਲਾਇੰਟ ਸੀ ਕਿ ਵੀ ਉਹ ਤਾਂ ਬੰਦਾ ਆਫਿਸਰ ਜਿਹੜਾ ਪੈਸੇ ਮੰਗ ਰਿਹਾ। ਮੈਂ ਕਿਹਾ ਕਿੰਨੇ ਪੈਸੇ ਮੰਗ ਰਿਹਾ? ਕਹਿੰਦਾ ਜੀ $50। ਮੈਂ ਕਿਹਾ ਮਿੰਟ ਨਾਲ ਲਗਾ ਦੋ, ਫਟਾਫਟ ਦੇ। ਕਿਉਂਕਿ ਉਹ ਪੈਸੇ ਦੇ ਕੇ ਨਹੀਂ ਦੇਗਾ ਤੇ ਉਹ ਤੈਨੂੰ ਪਰੇਸ਼ਾਨ ਕਰੇਗਾ ਖਾਮ ਖਾ ਜੀ, ਤੇ ਸਾਰਾ ਸਮਾਨ ਤੇਰਾ ਖੁਲਵਾਏਗਾ, ਕੁਛ ਨਹੀਂ ਕਰੇਗਾ, ਤੇਰਾ ਟਾਈਮ ਦੇ ਵੇਸਟ ਕਰੇਗਾ। ਸਾਡੇ ਕੋਲ ਇਲੀਗਲ ਕੋਈ ਚੀਜ਼ ਤਾਂ ਹੈ ਨਹੀਂ। ਠੀਕ ਹੈ। ਤੇ ਉਹਨੂੰ ਪੈਸੇ ਦੇ ਦਿੱਤੇ। ਉਹਦੇ ਬਾਅਦ ਮੇਰੀ ਵਾਰੀ ਆਈ ਤੇ ਉਹ ਮਤਲਬ ਆਫਿਸਰ ਦੂਜਾ ਸੀਗਾ ਤੇ ਅਸੀਂ ਉੱਥੇ ਗਏ ਤੇ ਉਹ 7 ਫੁੱਟਾ ਜਵਾਨ ਕਮਾਂਡੋ ਸੀਗਾ। ਫਿਰ ਉਹ ਮੈਨੂੰ ਅੰਦਰ ਲੈ ਗਿਆ। ਦੈਨ ਹੀ ਬਿਕੇਮ ਫਰੈਂਡ। ਫਿਰ ਉੱਥੇ ਇੱਕ ਆਫਿਸਰ ਬੈਠੀ ਸੀ, ਜਿਹੜੀ ਲੇਡੀ ਸੀਗੀ, ਸ਼ੀ ਵਾਜ਼ ਅਬਾਊਟ ਮੇਰੇ ਖਿਆਲ 60 ਸਾਲ ਦੀ ਹੋਣੀ, ਬਟ ਸ਼ੀ ਵਾਜ਼ ਵੈਰੀ ਬਿਊਟੀਫੁਲ। ਉਹ ਮੈਂ ਉਹਨੂੰ ਕਮੈਂਟ ਵੀ ਦਿੱਤੇ, ਮੈਂ ਕਿਹਾ ਸਾਡੇ ਐਕਟਰੈਸ ਹੈਗੀ ਨੀਤੂ ਸਿੰਘ, ਉਹਦੇ ਵਰਗੀ ਲੱਗਦੀ ਸੀ ਬਿਲਕੁਲ ਡਿਟੋ, ਉਸ ਤਰ੍ਹਾਂ ਵਾਲ ਉਹਨੇ ਬਣਾਇਆ ਹੋਇਆ। ਸੋ ਉਹਦੇ ਬਾਅਦ ਉਹ ਬਾਹਰ ਆਇਆ। ਇਸ ਤੋਂ ਬਾਅਦ ਮੇਰੇ ਕੋਲ ਗੱਡੀ ਮੈਨੂੰ ਸੀ ਆਫ ਕਰਨਾ ਸੀ, ਫੋਟੋ ਖਿਚਾਈ, ਸਾਈਨ ਕੀਤੇ ਨੇ ਮੇਰੀ ਗੱਡੀ 'ਤੇ। ਅਤੇ ਉਹਨੂੰ ਪੁੱਛਿਆ ਵੀ ਤੁਸੀਂ ਕਦੋਂ ਕਿੱਥੇ ਜਾਣਾ? ਮੈਂ ਕਿਹਾ ਹੁਣ ਅਸੀਂ ਤਾਂ ਜਾਣਾ ਅੱਗੇ ਨੈਕਸਟ ਉਜ਼ਬੇਕਿਸਤਾਨ। ਉਹ ਸਿਟੀ ਸੀਗੀ ਤੇ ਉਹ ਕਹਿੰਦਾ ਕਿ ਕਿੰਨੀ ਦੇਰ 'ਚ ਪਹੁੰਚ ਜਾਏਗਾ? ਮੈਂ ਕਿਹਾ ਲੱਗਣਗੇ 5-6 ਘੰਟੇ। ਕਹਿੰਦਾ 5-6 ਘੰਟੇ ਕਿਉਂ ਲੱਗਣਗੇ? ਉਹ ਤਾਂ ਮੈਂ ਤਾਂ 3 ਘੰਟੇ ਪਹੁੰਚ ਜਾਣਾ।
ਤੇ ਮੈਂ ਕਿਹਾ ਤੂੰ ਕਿਹਦਾ 3 ਘੰਟੇ 'ਚ ਪਹੁੰਚ ਜਾਣਾ ਭਾਈ, ਸਪੀਡ ਲਿਮਿਟ ਹੀ 120 ਹੈਗੀ। ਕਹਿੰਦਾ ਮੈਂ 170 ਤੋਂ ਥੱਲੇ ਚਲਾਉਂਦਾ ਹੀ ਨਹੀਂ। ਉਹਨੂੰ ਦੱਸੋ ਜਿਹੜਾ ਪੁਲਿਸ ਆਫਿਸਰ ਹੈਗਾ ਉਹ ਆਪ ਮੈਨੂੰ ਕਹਿੰਦਾ ਤੂੰ ਚਲਾ 170, ਕੋਈ ਫਿਕਰ ਹੀ ਨਾ ਕਰ, ਕੋਈ ਚੱਕਰ ਨਹੀਂ। ਕਹਿੰਦਾ ਮੇਰਾ ਨੰਬਰ ਲੈ ਲੈ, ਕੋਈ ਰੋਕੇ ਮੈਨੂੰ ਦੱਸੀ ਤੂੰ। ਸੋ ਇਸ ਤਰ੍ਹਾਂ ਤੁਹਾਨੂੰ ਬਥੇਰੇ ਬੰਦੇ ਮਿਲ ਜਾਂਦੇ ਨੇ, ਮਤਲਬ ਦੇ ਬਿਕਮ, ਅੱਛਾ ਮਜ਼ੇ ਦੀ ਗੱਲ ਹੈਗੀ ਦੇ ਬਿਕਮ ਸੋ ਫਰੈਂਡਲੀ। ਮੈਨੂੰ ਕਿਸੇ ਨੂੰ ਵੀ ਨਾ ਮਤਲਬ ਅੱਜ ਤੱਕ ਕਿਸੇ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ ਪਈ ਬਿਕੋਜ਼ ਆਫ ਮਾਈ ਟਰਬਨ, ਜੀ ਮਾਈ ਕਲਰਫੁਲ ਕਲੋਥਸ ਇਹੀ ਗੱਲ ਕਹਿਣ ਮਾਈ ਲੱਗੀ ਕਲਰਫੁਲ ਸੀ ਕਾਰ। ਜੀ ਜਦੋਂ ਤੁਸੀਂ ਪਿੰਡ ਚੋਂ ਨਿਕਲ ਜਾਂਦੇ ਹੋ, ਪਿੰਡ ਚੋਂ ਨਿਕਲਣਾ ਇੱਕ ਵੱਖਰੀ ਗੱਲ ਹੈ, ਪਰ ਪਿੰਡ ਤੁਹਾਡੇ ਚੋਂ ਕਦੇ ਨਹੀਂ ਨਿਕਲਦਾ। ਇਸੇ ਤਰ੍ਹਾਂ ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਹੋ ਤੇ ਤੁਸੀਂ ਪੂਰੇ ਪੰਜਾਬ ਨੂੰ, ਤੁਸੀਂ ਸਿੱਖੀਜ਼ਮ ਨੂੰ ਰਿਪਰੈਜ਼ੈਂਟ ਕਰਦੇ ਹੋ। ਮੋਰਓਵਰ ਜਿਹੜੀ ਟਰਬਨ ਹੈ ਤੁਹਾਡੇ ਸਿਰ ਤੇ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਨਾ। ਤੇ ਇਹ ਜਿਹੜਾ ਤੁਹਾਡਾ ਓਵਰਆਲ ਸਰੂਪ ਹੈ ਤੇ ਇਸ ਨੇ ਤੁਹਾਨੂੰ ਕਿੰਨੀ ਹੈਲਪ ਕੀਤੀ? ਤੁਹਾਨੂੰ ਬੜੇ ਸਾਰੇ ਸਿੱਖ ਲੋਕ ਮਿਲੇ ਹੋਣਗੇ, ਇੱਕ ਟਰਬਨੇਟਰ ਦੀ ਲੋਕ ਕਿਸ ਤਰ੍ਹਾਂ ਕਦਰ ਕਰਦੇ ਆ? ਬਹੁਤ ਜ਼ਿਆਦਾ ਮੈਨੂੰ ਬਹੁਤ ਐਡਵਾਂਟੇਜ ਮਿਲਿਆ। ਮੈਨੂੰ ਕਈ ਲੋਕਾਂ ਨੇ ਕਿਹਾ, ਖਾਸ ਤੌਰ 'ਤੇ ਬੱਚੇ ਹੁੰਦੇ ਨੇ, ਕਿ ਸਾਨੂੰ ਡਿਸਕ੍ਰਿਮੀਨੇਟ ਕੀਤਾ ਜਾਂਦਾ ਉੱਥੇ, ਠੀਕ ਹੈ ਨਾ, ਪਰ ਮੇਰੇ ਨਾਲ ਐਸੀ ਕੋਈ ਡਿਸਕ੍ਰਿਮੀਨੇਸ਼ਨ ਦੀ ਇੱਕ ਵੀ ਘਟਨਾ ਨਹੀਂ ਘਟੀ। ਪੂਰੇ ਇੰਨੇ ਸਾਲ ਦਾ ਮੈਂ ਟਰੈਵਲ ਕਰ ਰਿਹਾ, ਬਲਕਿ ਇਹ ਮੇਰੇ ਨਾਲ ਵਾਧਾ ਸੀਗਾ। ਅਸੀਂ ਦੇ ਕਾਲ ਇਟ ਹੈਡ, ਸਾਡੇ ਵਾਸਤੇ ਤੇ ਸਾਡਾ ਤਾਜ ਹੈਗਾ ਸਿਰ ਤੇ, ਹੈ ਨਹੀਂ, ਸਾਡਾ ਦਸਤਾਰ ਜਿਹੜੀ ਸੀ ਸਜਾਈ ਹੈਗੀ। ਸੋ ਲੋਕ ਜਦ ਦੇਖਦੇ ਸੀਗੇ ਤੇ ਉਹਨਾਂ ਨੂੰ ਯੂ 3 ਚੀਜ਼ਾਂ ਸੀਗੀਆਂ। ਪਹਿਲਾ ਉਹਦਾ ਐਕਸਪ੍ਰੈਸ਼ਨ ਹੁੰਦਾ ਸੀਗਾ ਵਾਓ ਵੈਨ ਦੇ ਲੁੱਕ ਐਟ ਅਸ, ਫਿਰ ਹੁੰਦਾ ਸੀ ਪਤਾ ਲੱਗਦਾ ਸੀ ਵੀ ਇੰਡੀਆ ਤੋਂ ਗੱਡੀ ਲੈ ਕੇ ਆਏ ਨੇ, ਫਿਰ ਹੁੰਦਾ ਸੀ ਹਾਓ, ਵਾਓ ਐਂਡ ਹਾਓ। ਫਿਰ ਤੀਜਾ ਸਵਾਲ ਹੁੰਦਾ ਸੀ ਵਾਈ। ਅੱਛਾ ਵਾਈ ਇਸ ਕਰਕੇ ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਸੀਗੇ ਵੀ ਮੇਰਾ ਬਚਪਨ ਦਾ ਡਰੀਮ ਸੀਗਾ ਤੇ ਡਰੀਮ ਪੂਰਾ ਕਰਨ ਲਈ ਮੈਂ ਆਇਆ। ਉੱਥੇ ਨਾ ਡਰੀਮ ਦੀ ਬੜੀ ਵੈਲਿਊ ਹੈਗੀ ਤੇ ਉਹ ਲੋਕਾਂ ਨੂੰ ਐਕਸਾਈਟ ਕਰਦਾ ਸੀਗਾ ਕਿ ਦੇਖੋ ਇੱਕ ਬੰਦੇ ਦਾ 40 ਸਾਲ ਨਾਨਾ ਜੀ ਨੂੰ ਡ੍ਰੀਮ ਕਦੋਂ ਕੁ ਸਮਝ ਆਇਆ ਫਿਰ? ਨਾਨਾ ਜੀ ਦੇ ਖੈਰ ਪੂਰੇ ਹੋਏ ਉਸ ਤੋਂ ਬਾਅਦ, ਪਰ ਮੇਰੇ ਫਾਦਰ ਨੂੰ, ਉਹਨਾਂ ਨੂੰ ਲੱਗਿਆ ਕਿ ਬਈ he was on the right my track, son whatever he decides he do it completely, ਛੱਡ ਕੇ ਨਹੀਂ ਆਉਂਦਾ, ਪੂਰਾ ਕਰਕੇ ਆਉਂਦਾ ਹੈ ਸਾਰਾ ਕੰਮ। ਤੇ ਮੈਂ ਜਾਣ ਤੋਂ ਪਹਿਲੇ ਆਪਣੇ ਫਾਦਰ ਨੂੰ ਪੁੱਛਿਆ ਸੀਗਾ ਕਿ ਮੈਂ ਕਿਹਾ ਜੀ ਡੈਡ ਮੈਂ ਇਸ ਤਰ੍ਹਾਂ ਜਾ ਰਿਹਾ, ਜਾਣਾ ਚਾਹੁੰਦਾ। ਤੇ ਉਹਨੇ ਕਿਹਾ ਦੇਖ ਲੈ ਆਪਣੀ ਸਿਹਤ ਨੂੰ, ਦੇਖ ਲੈ ਤੂੰ ਕਰ ਲਏਗਾ। ਮੈਂ ਕਿਹਾ ਜੀ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਰ ਲਾਂਗਾ ਕਿ ਨਹੀਂ ਕਰ ਲਾਂਗਾ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਮੈਂ ਕਰਨਾ ਹੈਗਾ। ਪਰ ਹੋ ਰਿਹਾ ਨਾ। ਹਾਂ, ਸੋ ਮੇਰੀ ਡਿਟਰਮੀਨੇਸ਼ਨ ਜਿਹਨੂੰ ਕਹਿੰਦੀ, ਕਈ ਲੋਕ ਇਹਨੂੰ ਮੈਨੀਫੈਸਟੇਸ਼ਨ ਕਹਿੰਦੇ ਨੇ, ਪਰ ਮੈਂ ਜੋ ਚੀਜ਼ ਡਿਸਾਈਡ ਕਰ ਲਵਾਂ ਕਿ ਮੈਂ ਕਰਨੀ ਹੈ, ਫਿਰ ਮੈਨੂੰ ਪੂਰਾ ਕਰਨਾ, ਫਿਰ ਮੈਂ ਵਿੱਚ ਨਹੀਂ ਛੱਡਦਾ। ਬਿਲਕੁਲ, ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ, ਉਹੀ ਗੱਲ ਹੈ ਨਾ। ਇਸ ਇੰਨੇ ਲੰਬੇ ਟਰੈਵਲ ਦੌਰਾਨ ਜਾਂ ਨੰਬਰ ਆਫ ਟਰੈਵਲਸ ਦੌਰਾਨ ਬੜੇ ਸਾਰੇ ਖਰਾਬ ਰਸਤੇ ਮਿਲੇ ਹੋਣਗੇ, ਬੜੇ ਸਾਰੇ ਐਕਸੀਡੈਂਟਸ ਦੇਖੇ ਹੋਣਗੇ ਤੁਸੀਂ, ਜ਼ਿੰਦਗੀ ਨੂੰ ਮੌਤ ਨਾਲ ਲੜਦਿਆਂ ਵੇਖਿਆ ਹੋਵੇਗਾ। ਸੋ ਉਹ ਕੁਝ ਐਗਜ਼ੈਕਟਲੀ ਕੁਝ ਨੈਰੋ ਐਸਕੇਪਸ ਤੇ ਕੁਝ ਜਦੋਂ ਜ਼ਿੰਦਗੀ ਮੌਤ ਤੋਂ ਹਾਰ ਜਾਂਦੀ ਹੈ, ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਖੀਆਂ ਹੋਣਗੀਆਂ। ਕੀ ਸੀ? ਇੱਕ ਤੇ ਹੁਣ ਰੀਸੈਂਟਲੀ ਹੋਇਆ ਸੀ ਜਿਸ ਵਕਤ ਅਸੀਂ ਚਾਈਨਾ ਜਾ ਰਹੇ ਸੀਗੇ ਤੇ ਆਪਣਾ ਜਿਹੜਾ ਕਾਠਮਾਂਡੂ ਤੋਂ ਲੈ ਕੇ ਜਿਹੜਾ ਚਾਈਨਾ ਦਾ ਬਾਰਡਰ ਹੈਗਾ ਜੀ, ਚਾਂਗਲਾ ਪਾਸ ਦੇ ਆਸ-ਪਾਸ? ਨਹੀਂ, ਚਾਂਗਲਾ ਪਾਸ ਤੇ ਦੂਜਾ ਪਾਸੇ ਹੋ ਗਿਆ, ਜਿਰੋਂਗ ਇੱਕ ਜਗ੍ਹਾ ਹੈਗੀ। ਓਕੇ। ਤੇ ਜਿਹੜਾ ਉਹ ਐਕਚੁਅਲੀ ਬਾਰਡਰ ਇੰਡੀਆ ਦਾ ਨਹੀਂ ਹੈਗਾ, ਉਹ ਹੈਗਾ ਨੇਪਾਲ ਤੇ ਚਾਈਨਾ ਦਾ ਬਾਰਡਰ। ਇੰਡੀਆ ਤੋਂ there is no direct route for China। ਤੇ ਉਹ ਸੜਕ ਜਿਹੜੀ ਸੀਗੀ, ਅਸੀਂ ਪਹਿਲੀ ਵਾਰ ਗਏ ਸੀ ਤਦ ਵੀ ਬਹੁਤ ਖਰਾਬ ਸੀਗੀ। ਪਹਿਲੀ ਵਾਰ ਤੇ ਸਾਡੇ ਨਾਲ ਉਹ 130 ਕਿਲੋਮੀਟਰ ਦਾ ਰਸਤਾ ਹੈ, ਸਾਨੂੰ ਪੂਰਾ ਕਰਨ ਵਾਸਤੇ 3 ਦਿਨ ਲੱਗ ਗਏ ਸੀਗੇ। ਲੋਟ ਆਫ ਰੇਨ, ਲੈਂਡਸਲਾਈਡ, 3 ਦਿਨ ਲੱਗ ਗਏ ਕਿਉਂਕਿ ਰਸਤਾ ਬਲੌਕ ਸੀਗਾ। ਲੈਂਡਸਲਾਈਡ ਹੋਈਆਂ ਪਈਆਂ ਸੀਗਾ, ਹਰ ਥੋੜ੍ਹੇ ਦੂਰ ਬਾਅਦ ਲੈਂਡਸਲਾਈਡ ਹੋਈ ਪਈ ਸੀਗੀ, ਫਿਰ ਰੇਨ ਹੋ ਰਹੀ ਸੀਗੀ, ਫਿਰ ਉਹ ਡਰ ਲੱਗਦਾ ਸੀ ਕਿ ਇੱਕਦਮ ਪਹਾੜ ਨਾ ਡਿੱਗ ਪਵੇ। ਤੇ ਉਹ ਸਾਨੂੰ 3 ਦਿਨ ਲੱਗੇ ਸੀ, ਰੁਕੇ ਰਹੇ ਰਸਤੇ 'ਚ। ਇਸ ਵਾਰ ਕੀ ਸੀਗਾ, ਇਸ ਵਾਰ ਫੋਰਚੂਨੇਟਲੀ ਰੇਨ ਨਹੀਂ ਸੀਗੀ, ਲੇਕਿਨ ਰੇਨ ਹੋ ਕੇ ਗੁਜ਼ਰੀ ਸੀਗੀ ਤੇ ਕਿੱਚੜ ਬੜਾ ਸੀਗਾ। ਉਹ ਇੰਨੇ ਕਿ ਅੱਛਾ, ਦੂਜਾ ਕਿ ਉੱਥੇ ਟਰੱਕ ਪਾਸ ਹੁੰਦੇ ਨੇ, ਚਾਈਨਾ ਤੋਂ ਨਾ ਟਰੱਕਸ ਆਉਂਦੇ ਨੇ, ਕਮਰਸ਼ੀਅਲ ਉੱਥੇ ਉਹ ਹੈਗਾ ਵਪਾਰ ਦਾ ਉਹਨਾਂ ਦਾ। ਤੇ ਉਹ ਸਾਰਾ ਰਸਤਾ ਜਿਹੜਾ ਸੀਗਾ ਉਹਦੇ ਅੰਦਰ ਕਿੱਚੜ, ਇਹਨਾਂ ਨੇ 2-2 ਫੁੱਟ ਉਹ ਹੁਣ ਮਤਲਬ ਨਾਲੀਆਂ ਬਣ ਜਾਂਦੀ ਸੀਗੀਆਂ। ਹੁਣ ਸਾਡੀ ਗੱਡੀਆਂ ਦੇ ਟਰੱਕਾਂ ਦੇ ਮੁਕਾਬਲੇ ਤੇ ਨੀਵੀਆਂ ਹੁੰਦੀਆਂ ਨੇ, ਤੇ ਉਹ ਹੁਣ ਸਟੀਅਰਿੰਗ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਸੀਗਾ। ਨਹੀਂ ਤਾਂ ਸਲਿੱਪ ਕਰਦੀ ਸੀ ਗੱਡੀ। ਤੇ ਇੱਥੇ ਸਾਡੀ ਤੇ ਚਲੋ 4x4 ਸੀ, ਬਚਾਅ ਹੋ ਗਿਆ। ਤੇ ਉਹ ਗੱਡੀ ਸਲਿੱਪ ਕੀਤੀ, ਉਹ ਆ ਕੇ ਨਾ ਇੱਕਦਮ ਐਜ 'ਤੇ ਆ ਗਈ। ਇਹ ਮੇਰੇ ਨਾਲ ਦੂਜੀ ਦਫਾ ਹੋਇਆ ਸੀ। ਪਹਿਲੀ ਵਾਰ ਫਸਟ ਟ੍ਰਿਪ 'ਤੇ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ। ਫਸਟ ਟ੍ਰਿਪ ਦੇ ਉੱਤੇ ਗੱਡੀ ਦਾ ਪਿਛਲਾ ਟਾਇਰ ਫਟ ਗਿਆ ਸੀਗਾ, ਤੇ ਗੱਡੀ ਕੋਈ ਹੋਰ ਚਲਾ ਰਿਹਾ ਸੀ, ਤੇ ਉਹ ਗੱਡੀ ਇਸ ਤਰ੍ਹਾਂ ਸਕੇਟ ਕਰਕੇ ਬਿਲਕੁਲ ਤੇ ਆ ਕੇ ਐਜ 'ਤੇ ਆ ਗਈ। ਉੱਥੇ ਥੱਲੇ ਪਿੱਛੇ ਟ੍ਰੈਂਚ ਸੀਗੀ, 1000 ਫੁੱਟ ਮੇਰੇ ਥੱਲੇ ਨੀਵੀਂ ਹੋਣੀ ਹੈਗੀ ਜੀ। ਤੇ ਉਹ ਉੱਥੇ ਆ ਕੇ ਰੁਕ ਗਈ। ਤੇ ਫਿਰ ਅਸੀਂ ਇੱਕਦਮ ਬਾਹਰ ਨਿਕਲੇ ਤੇ ਉੱਥੇ ਦੇਖਿਆ, ਤੇ ਫਿਰ ਚਾਈਨਾ ਸੀਗਾ, ਲੈਂਗੁਏਜ ਦੀ ਪ੍ਰੋਬਲਮ ਸੀਗੀ, ਪਰ ਉਹ ਇਸ਼ਾਰੇ ਨਾਲ ਟਰੱਕ ਵਾਲਾ ਸਮਝਦਾ ਸੀਗਾ। ਉਹਨੂੰ ਰਿਕੁਐਸਟ ਕੀਤੀ, 20 ਮਿੰਟ ਦੇ ਅੰਦਰ ਅਸੀਂ ਗੱਡੀ ਖਿੱਚ ਕੇ ਬਾਹਰ ਵੀ ਆ ਗਈ, ਉਹਦਾ ਟਾਇਰ ਵੀ ਚੇਂਜ ਕਰ ਲਿਆ, ਤੇ ਵੀ ਆਰ ਬੈਕ ਔਨ ਦਾ ਰੋਡ। ਤੇ ਇੱਥੇ ਵੀ ਇਸ ਤਰ੍ਹਾਂ ਹੀ ਹੋਇਆ ਕਿ ਸਕਿਡ ਕਰਕੇ ਗੱਡੀ ਬਿਲਕੁਲ ਐਜ 'ਤੇ ਆ ਗਈ।
ਤੇ ਇਹ ਤੇ ਅੱਛਾ ਉਹ ਐਸੇ ਮੌਕੇ ਤੇ ਸੀਗੀ, ਉੱਥੋਂ ਨਾ ਹੁਣ ਕੋਈ ਸਾਨੂੰ ਖਿੱਚਣ ਵਾਲਾ ਸੀਗਾ ਤੇ ਗੱਡੀ ਕੱਢਣੀ, ਕਿਉਂਕਿ 4x4 ਗੱਡੀ ਸੀਗੀ, ਇਸ ਕਰਕੇ ਤੇ ਚਾਰੋਂ ਪਹੀਏ ਕੰਮ ਕਰ ਰਹੇ ਸੀਗੇ। तो फिर ਅਸੀਂ ਅੱਗੇ ਪਿੱਛੇ ਕਰ ਗਏ ਤੇ ਉਹਨੂੰ ਪਿੱਛੇ ਅਸੀਂ ਖਿੱਚ ਕੇ ਪਿੱਛੇ ਲਾਇਆ ਗੱਡੀ ਨੂੰ ਆਪਣੀ, ਤੇ बचाव हो गया। राहत इंदौरी साहब कहते हैं सिर्फ इतना सा फासला है ज़िंदगी से मौत का कि शाख से तोड़े हुए गुलदान में रखे हैं, बस ਉਹਨਾਂ ਕੀ ਹੈ। ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਖਦੇ ਹੋ, ਜਿਵੇਂ ਤੁਸੀਂ ਆਪਣੇ ਫਾਸਟ ਫਰੈਂਡ ਕਮਲ ਦੀ ਗੱਲ ਕਰ ਰਹੇ ਸੀ ਔਰ ਉਹਨਾਂ ਮੁਤਲਕ ਇੱਕ ਬੜੀ ਖੂਬਸੂਰਤ ਪੋਇਟਰੀ ਤੁਸੀਂ ਸੁਣਾਈ ਸੀ, ਤੇ ਉਹ ਤੁਹਾਡੀ ਜ਼ਿੰਦਗੀ ਦਾ ਇੱਕ ਇਸ ਤਰ੍ਹਾਂ ਦਾ ਨਾ ਭੁੱਲਿਆ ਜਾਣ ਵਾਲਾ ਦੌਰ ਸੀ ਜਿਹਨੂੰ ਤੁਸੀਂ ਹੁਣ ਵੀ ਯਾਦ ਕਰਦੇ ਹੋ ਤੇ ਤੁਸੀਂ ਭਾਵੁਕ ਹੋ ਜਾਂਦੇ ਹੋ, ਹੈ ਨਾ। ਤਾਂ ਜਦੋਂ ਤੁਸੀਂ ਇੱਦਾਂ ਦੇਖਦੇ ਹੋ ਵੀ ਉਹ ਵੀ ਮਰ ਗਿਆ, ਉਹ ਵੀ ਚਲਾ ਗਿਆ ਤੇ ਮੈਂ ਵੀ ਚਲੇ ਜਾਣਾ ਹੈ, ਫਿਰ ਤੁਹਾਨੂੰ ਲੱਗਦਾ ਵੀ ਜ਼ਿੰਦਗੀ ਤਾਂ ਬਹੁਤ ਛੋਟੀ ਹੈ, ਪਿਆਰ ਕਰਨ ਲਈ ਬਹੁਤ ਛੋਟੀ ਹੈ, ਤੇ ਅਸੀਂ ਕਿੰਨਾ ਗੱਲਾਂ 'ਚ ਪਏ ਹਾਂ। ਮੇਰਾ ਤਾਂ ਮੰਨਣਾ ਹੈ, ਕਹਿੰਦੇ ਨਾ ਕਿ ਜ਼ਿੰਦਗੀ ਹੈ तो दर्द भी होगा। जब से ये समझ में आने लगा तब से दर्द में भी मज़ा आने लगा। तो ऐसे पार्ट ऑफ लाइफ है, लोगों ने आना जाना लग्या रहेगा। ਤੁਹਾਡੇ ਦੋਸਤ ਕਮਲ ਨਾਲ ਕਿਸ ਤਰ੍ਹਾਂ ਦੀ ਖੂਬਸੂਰਤ ਕਿੱਸੇ ਸੀ ਤੇ ਉਹਨੂੰ ਕਿਵੇਂ ਮਿਸ ਕਰਦੇ ਹੋ? ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਕਦੀ ਕਦੀ, ਕਿਉਂਕਿ ਉਹਦੀ ਡੈਥ ਤੋਂ ਪਹਿਲੇ ਉਹਨੂੰ ਸਡਨਲੀ ਕੈਂਸਰ ਹੋਇਆ ਤੇ ਮੈਂ ਅਮਰੀਕਾ ਸੀਗਾ, ਮੈਂ ਐਟਲਾਂਟਾ ਸੀਗਾ, ਉਹ ਨਿਊ ਜਰਸੀ ਸੀਗਾ। ਸਡਨਲੀ ਵਨ ਡੇ ਆਈ ਗੋਟ ਅ ਫੋਨ ਕਾਲ ਫਰੋਮ ਵਨ ਆਫ ਮਾਈ ਫਰੈਂਡ ਇਨ ਫਰੀਦਾਬਾਦ, ਜਿਹੜਾ ਸਾਡਾ ਕਾਮਨ ਫਰੈਂਡ ਸੀ। ਉਹ ਕਹਿੰਦਾ ਤੈਨੂੰ ਪਤਾ ਕਮਲ ਨੂੰ ਕੈਂਸਰ ਹੋ ਗਿਆ? ਮੈਂ ਕਿਹਾ ਨਾ। ਤੇ ਕਹਿੰਦਾ ਉਹਨੇ ਮੈਨੂੰ ਕਿਹਾ ਵੀ ਆਯੁਰਵੈਦਿਕ ਉਹਨੇ ਕੁਝ ਇਲਾਜ ਕਰਾਉਣਾ ਹੈ ਤੇ ਬੰਦਾ ਤੂੰ ਲੱਭ ਕੇ ਰੱਖ, ਤੇ ਮੈਂ ਉਹ ਇੰਡੀਆ ਆ ਰਿਹਾ ਹੈਗਾ। ਤੇ ਮੈਂ ਕਿਹਾ ਅੱਛਾ। ਉਸ ਤੋਂ ਬਾਅਦ ਮੇਰੇ ਕੋਲ ਟਾਈਮ ਸੀਗਾ, ਉਹ ਇੱਕ ਹਫ਼ਤਾ ਪਹਿਲੇ ਦੀ ਗੱਲ ਹੈ ਉਹਦੀ ਡੈਥ ਤੋਂ, ਤੇ ਮੈਂ ਜਾ ਸਕਦਾ ਸੀਗਾ। ਮੈਂ ਅਮਰੀਕਾ 'ਚ ਕਾਫੀ ਟਾਈਮ ਤੋਂ ਸੀਗਾ, ਮੇਰੇ ਕੋਲ 4-5 ਮਹੀਨੇ ਮੱਥੇ ਹੀ ਸੀਗਾ। ਮੈਂ ਰੋਜ਼ ਸੋਚਦਾ ਸੀ ਮੈਂ ਜਾਣਾ, ਉਹਨੂੰ ਮਿਲਣਾ, ਤੇ ਉਹ ਨਹੀਂ ਮੈਂ ਜਾ ਸਕਿਆ। ਤੇ ਉਹ ਹਫ਼ਤਾ ਤੇ ਮੈਨੂੰ ਪਤਾ ਸੀਗਾ ਉਹਨੂੰ ਕੈਂਸਰ ਹੈ ਤੇ ਮੈਂ ਜਾ ਸਕਦਾ ਸੀਗਾ। ਤਾਂ ਮੈਨੂੰ ਉਹ ਚੀਜ਼ ਕਦੀ ਕਦੀ ਬੜੀ ਤਕਲੀਫ ਦਿੰਦੀ ਹੈਗੀ ਕਿ ਮੈਨੂੰ ਪਤਾ ਹੋਣ ਦੇ ਬਾਵਜੂਦ ਵੀ ਆਈ ਮਿਸ ਦੈਟ ਓਪਰਚੁਨਿਟੀ ਟੂ ਮੀਟ ਹਿਮ ਜੀ। ਐਂਡ ਵਨ ਫਾਈਨ ਮਾਰਨਿੰਗ ਆਈ ਗੋਟ ਅ ਕਾਲ ਫਰੋਮ ਅਰੁਣ, ਜਿਹੜਾ ਇੱਥੇ ਸਾਡਾ ਫਰੈਂਡ ਸੀ, ਦੈਟ ਹੀ ਡਾਈਡ। ਤੇ ਉਸ ਤੋਂ ਬਾਅਦ ਮੈਂ ਇਹ ਚੀਜ਼ ਸਿੱਖ ਲਈ ਕਿ ਵੀ ਜਦ ਵੀ ਤੁਹਾਨੂੰ ਕਿਸੇ ਨੂੰ ਮਿਲਣ ਦੀ ਚਾਹ ਹੋਵੇ ਨਾ, ਜਾ ਕੇ ਮਿਲਣਾ ਚਾਹੀਦਾ। ਅੱਛਾ, ਇਜ਼ देयर एनी ਪਾਸਟ ਲਾਈਫ ਰਿਗਰੈਸ਼ਨਸ ਵਿਦ ਯੂ? ਨਹੀਂ, ਪਾਸਟ ਲਾਈਫ ਦੇ ਰਿਗਰੈਸ਼ਨ ਤਾਂ ਨਹੀਂ ਹੈਗੇ, ਪਰ ਮੈਂ ਹੁਣ ਆਪਣੇ ਸਕੋਰ ਜ਼ਰੂਰ ਪੂਰੇ ਕਰ ਰਿਹਾ। ਜਿਨ੍ਹਾਂ ਲੋਕਾਂ ਨਾਲ ਮੇਰੇ ਕੋਈ ਵੀ ਡਿਫਰੈਂਸ ਆਫ ਓਪੀਨੀਅਨ ਸੀਗੇ ਜਾਂ ਗ੍ਰਜਿਸ ਸੀਗੇ ਜੀ, ਤੇ ਉਹ ਮੈਂ ਲਿਸਟ ਬਣਾਈ ਸੀਗੀ ਕਿ ਵੀ ਐਸੇ ਬੰਦੇ ਨੂੰ, ਚਾਹੇ ਗਲਤੀ ਮੇਰੀ ਸੀ ਜਾਂ ਉਹਨਾਂ ਦੀ ਸੀ, ਇਨ ਸਪਾਈਟ ਆਫ ਦਾ ਫੈਕਟ, ਮੈਂ ਜਾ ਕੇ ਨਾ ਸਭ ਨੂੰ ਮਾਫੀ ਮੰਗ ਕੇ, ਸਭ ਨੂੰ ਅਪੋਲੋਜਾਈਜ਼ ਕਰਕੇ, ਤੇ ਮੈਂ ਕਿਹਾ ਜੀ ਮੇਰੇ ਕੋਲ ਗਲਤੀ ਹੋਈ ਹੈ, ਮੈਨੂੰ ਮਾਫ ਕਰੋ। ਤਾਂ ਉਹਦੇ ਬਾਅਦ ਹੋਇਆ ਕਿ ਆਈ ਫੀਲ ਸੋ ਰਿਲੈਕਸਡ। ਯੂ ਕੇਮ ਆਊਟ ਆਫ ਦ ਗਿਲਟ? ਮੈਂ ਗਿਲਟ ਤੋਂ ਬਾਹਰ ਆ ਗਿਆ। ਹੁਣ ਇੱਕ ਬੰਦਾ ਹੈਗਾ ਜਿਹਨੂੰ ਮੈਂ ਕਰਨਾ, ਮੈਂ ਕੈਨੇਡਾ 'ਚ ਹੈਗਾ। ਨਾਮ ਲੈ ਲਓ ਫਿਰ, ਹੁਣ ਆਪਣੇ ਆਪ ਹੁਣੇ ਆ ਜਾਓਗੇ। ਤੇ ਉਹ ਉਹਨਾਂ ਨਾਲ ਬਸ ਉਹ ਕਰਨਾ। ਬਾਕੀ ਮੈਂ ਜੈਨਸ 'ਚ ਨਾ ਬੜਾ ਖੂਬਸੂਰਤ ਹੈਗਾ, ਜਿਹੜੇ ਜੈਨੀ ਹੁੰਦੇ ਨੇ ਨਾ ਜੀ, ਉਹਨਾਂ ਦੇ ਅੰਦਰ ਉਹ ਡੈਥ ਤੋਂ ਪਹਿਲੇ ਨਾ ਆਪਣਾ ਜਿਸ ਕੋ ਡੈਥ ਤੇ ਹੁੰਦੇ ਨੇ, ਤਾਂ ਉਹ ਸਭ ਨੂੰ ਬੁਲਾ ਕੇ ਹੱਥ ਜੋੜ ਕੇ ਮਾਫੀ ਮੰਗਦੇ ਨੇ। ਉਹਨੂੰ ਕੁਝ ਕਹਿੰਦੇ ਨੇ, ਮੈਨੂੰ ਭੁੱਲ ਗਿਆ ਉਹ ਸਭ ਤੋਂ ਮਾਫੀ ਮੰਗਦੇ ਨੇ ਕਿ ਸਾਡੇ ਕੋਲ ਜ਼ਿੰਦਗੀ 'ਚ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਮਾਫ ਕਰ ਦੇਣਾ। ਸੋ ਦਿਸ ਇਜ਼ ਵੈਰੀ ਬਿਊਟੀਫੁਲ ਥਿੰਗ, ਜਿਵੇਂ ਕ੍ਰਾਈਸਟ ਦਾ ਲਾਸਟ ਸਪਰ ਸੀ। ਹਾਂਜੀ, ਸੋ ਇਹ ਬੜਾ ਜ਼ਰੂਰੀ ਹੈ ਹਰ ਬੰਦੇ ਨੂੰ, ਕਿਉਂਕਿ ਕਿਸੇ ਨਾਲ ਅੰਦਰ ਮਨ ਦੇ ਅੰਦਰ ਭੇਦਭਾਵ ਰੱਖਣਾ ਨਹੀਂ ਚਾਹੀਦਾ ਜੀ, ਕਿਉਂਕਿ ਤੁਸੀਂ ਦੂਜੇ ਦਾ ਨੁਕਸਾਨ ਨਹੀਂ ਕਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਤਕਲੀਫ ਦੇ ਰਹੇ ਹੋ। ਓਕੇ, 87 ਕੰਟਰੀਜ਼ ਨੂੰ ਟਰੈਵਲ ਕਰਨ ਤੋਂ ਬਾਅਦ ਤੁਸੀਂ ਬੜੀਆਂ ਖੂਬਸੂਰਤ ਤੇ ਸੋਹਣੀਆਂ ਥਾਵਾਂ ਦੇਖੀਆਂ ਹੋਣਗੀਆਂ, ਬੜੇ ਸੋਹਣੇ ਤੇ ਮਾੜੇ ਲੋਕਾਂ ਨੂੰ ਵੀ ਮਿਲੇ ਹੋਗੇ, ਹੈ ਨਾ? ਮਾੜੇ ਲੋਕਾਂ ਨੂੰ ਇੱਕ ਵੀ ਨਹੀਂ ਮਿਲਿਆ। ਹਾਂ, ਵੰਡਰਫੁਲ। ਓਕੇ, ਜਦੋਂ ਤੁਸੀਂ ਦੇਖਦੇ ਹੋ ਨਾ ਵੀ ਵੈਨ ਇਟ ਕਮਸ ਟੂ ਦ ਡਿਵੈਲਪਮੈਂਟ ਐਂਡ ਵੈਨ ਇਟ ਕਮਸ ਟੂ ਕਿ ਸਾਡੇ ਨਾਲੋਂ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਨਾ, ਆਫਕੋਰਸ ਆਪਾਂ ਪੰਜਾਬ ਨੂੰ, ਆਪਾਂ ਇੰਡੀਆ ਨੂੰ ਕੰਪੇਅਰ ਕਰਾਂਗੇ ਦੂਜੀ ਕੰਟਰੀ ਨਾਲ, ਆਪਾਂ ਕਹਾਂਗੇ ਵੀ ਇਹਨਾਂ ਨੇ ਤਾਂ ਕਲਚਰ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਵੀ ਅਸੀਂ ਵੀ ਇਹ ਕਰ ਸਕਦੇ ਸੀ। ਤਾਂ ਉਦੋਂ ਤੁਸੀਂ ਕਿਵੇਂ ਕੰਪੈਰੀਜ਼ਨ ਕਰਦੇ ਹੋ? ਤੇ ਸਭ ਤੋਂ ਸੋਹਣੀ ਇਹ ਵਾਲੀ ਚੀਜ਼ ਜਿਹੜੀ ਉਹਨਾਂ ਨੇ ਕੋਈ ਆਪਣਾ ਸੱਭਿਆਚਾਰ ਸਾਂਭਿਆ ਹੋਵੇ ਜਾਂ ਬੜੀ ਛੋਟੀ ਚੀਜ਼ ਨੂੰ ਵੀ ਬੜੇ ਸੁਚੱਜੇ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਵੇ, ਉਹ ਕੀ ਸੀ? ਦੇਖੋ, ਹਰ ਕੰਟਰੀ 'ਚ ਆਪਣਾ ਇੱਕ ਅਲੱਗ ਕਲਚਰ ਹੈਗਾ, ਠੀਕ ਹੈ ਨਾ। ਉਹ ਕਲਚਰਲ ਲੈਵਲ ਦੇਖੋ, ਦੋ ਚੀਜ਼ਾਂ 'ਤੇ ਫਰਕ ਹੁੰਦਾ ਹੈਗਾ। ਇੱਕ ਖਾਣ ਪਾਣ ਦੇ ਉੱਤੇ, ਠੀਕ ਹੈ, ਉਹਨਾਂ ਦੇ ਖਾਣ ਪਾਣ ਦੇ ਤਰੀਕੇ ਫਰਕ ਹੋ ਸਕਦੇ ਨੇ। ਦੂਸਰਾ ਉਹ ਉਹਨਾਂ ਦਾ ਫੂਡ ਤੁਸੀਂ ਕਹਿ ਸਕਦੇ ਹੋ, ਪਰ ਮੋਰ ਫੂਡ ਤਕਰੀਬਨ ਮਿਲਦਾ ਜੁਲਦਾ ਹੈਗਾ। ਲੇਕਿਨ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਨਾ ਸਾਡੇ ਦੋਨਾਂ 'ਚ ਬੜੀ ਕਾਮਨ ਨੇ। ਅਸੀਂ ਕਹਿੰਦੇ ਕਿ ਹੱਥ ਬਲੱਡ ਕੱਢੋ ਤੇ ਇੱਕ ਵਰਗਾ ਹੈਗਾ, ਸਾਰੀ ਦੁਨੀਆ ਦੇ ਅੰਦਰ ਖੂਨ ਦਾ ਰੰਗ ਇੱਕੋ ਹੀ ਹੈਗਾ ਜੀ, ਪਰ ਦੋ ਚੀਜ਼ਾਂ ਹੋਰ ਵੀ ਨੇ ਜਿਹੜੀ ਸੇਮ ਹੈਗੀਆਂ। ਉਹ ਹੈਗੀ ਤੁਹਾਡੇ ਇਮੋਸ਼ਨਸ। ਜਿਸ ਵਕਤ ਅਗਰ ਮੇਰੇ ਘਰ 'ਚ ਕਿਸੇ ਦੀ ਕੋਈ ਦੁੱਖ ਤਕਲੀਫ ਕਿਸ ਨੂੰ ਹੈ, ਮੇਰਾ ਬੱਚਾ ਬਿਮਾਰ ਹੈ, ਤੇ ਜੋ ਮੇਰੀ ਅੱਖਾਂ 'ਚ ਅਥਰੂ ਹੋਣਗੇ ਨਾ,
ਉਹ ਜੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਹੋ ਤੇ ਤੁਹਾਡੇ ਨਾਲ ਵੀ ਸੇਮ ਸਿਚੁਏਸ਼ਨ ਹੋਏ, ਤੁਹਾਡੀ ਅੱਖਾਂ 'ਚ ਵੀ ਸੇਮ ਅਥਰੂ ਹੋਣਗੇ ਜੀ। ਐਂਡ ਇਫ ਯੂ ਆਰ ਹੈਪੀ, ਤੇ ਜਿਹੜੀ ਸਮਾਈਲ ਤੁਹਾਡੇ ਫੇਸ ਦੇ ਉੱਤੇ ਹੈਗੀ, ਇਫ ਆਈ ਐਮ ਹੈਪੀ ਆਈ ਵਿਲ ਸ਼ੇਅਰ ਦਾ ਸੇਮ ਸਮਾਈਲ। ਸੋ ਸਾਡੇ ਇਮੋਸ਼ਨਸ ਜਿਹੜੇ ਨੇ ਉਹ ਬਿਲਕੁਲ ਹੀ ਮੁਖਤਲਿਫ ਨਹੀਂ ਹੈਗੇ, ਬਿਲਕੁਲ ਸੇਮ ਨੇ। ਕੀ ਬਾਤ ਹੈ। ਤੇ ਉਹ ਪੂਰੀ ਦੁਨੀਆ 'ਚ ਕਾਮਨ ਹੈਗਾ, ਠੀਕ ਹੈ ਨਾ। ਬਾਕੀ ਇਹ ਕਲਚਰਲ ਫਰਕ ਥੋੜਾ ਮੋੜਾ ਜਿਹੜਾ ਹੈ ਨਾ, ਇਹ ਹਰ ਕੰਟਰੀ 'ਚ ਹੈਗਾ, ਲੇਕਿਨ ਉਹਦੇ ਤੁਸੀਂ ਕੋਈ ਐਸਾ ਬਹੁਤ ਵੱਡਾ, ਬੇਸਿਕਲੀ ਆਈ ਵਿਲ ਕਾਲ ਇਟ ਟ੍ਰੈਡੀਸ਼ਨ, ਜਿਹੜਾ ਟ੍ਰੈਡੀਸ਼ਨਲ ਵੇ ਹੈ ਕੋਈ ਬਿਲਕੁਲ ਹੀ ਡਿਫਰੈਂਟ ਟ੍ਰੈਡੀਸ਼ਨ ਜਾਂ ਬਿਲਕੁਲ ਹੀ ਡਿਫਰੈਂਟ ਕੋਈ ਫੈਸਟੀਵਲ ਦੇਖਿਆ ਹੋਵੇ, ਜਿਵੇਂ ਇੱਥੇ ਇੰਦੌਰ ਸਾਈਡ ਨਾ ਕੁਝ ਬੰਜਾਰੇ ਕਾਈਂਡ ਆਫ ਪੀਪਲ ਨੇ, ਹਾਂ ਉੱਥੇ ਵੀ ਹੈਗੇ। ਉਹ ਕੀ ਕਰਦੇ ਆ ਵੀ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਬੜੇ ਬੈਕਵਰਡ ਹੈ, ਪਰ ਉਹ ਕੀ ਕਰਦੇ ਆ ਵੀ ਹਰ ਸਾਲ ਇੱਕ ਮੇਲਾ ਲੱਗਦਾ, ਉੱਥੇ ਉਹ ਆਪਣੀ ਚੋਇਸ ਦੀ ਫੀਮੇਲ ਚੁਣਦੇ ਆ, ਫਿਰ ਬੰਦਾ ਫੀਮੇਲ ਨੂੰ ਭਜਾ ਕੇ ਲੈ ਜਾਂਦਾ ਤੇ ਉਹ ਭਜਾ ਕੇ ਵਿਆਹ ਕਰਾ ਕੇ ਵਾਪਸ ਆ ਜਾਂਦਾ, ਤੇ ਦੋਨੋਂ ਸੁਸਾਇਟੀਆਂ ਜਿਹੜੀਆਂ ਨੇ ਉਹ ਐਕਸੈਪਟ ਕਰ ਲੈਂਦੀਆਂ। ਤੇ ਉਹਨਾਂ ਨੂੰ ਮਤਲਬ ਤੁਸੀਂ ਦੇਖੋ, ਜਿਸ ਚੀਜ਼ ਨੂੰ ਅਸੀਂ ਹੁਣ ਤੱਕ ਅਡਾਪਟ ਨਹੀਂ ਕਰ ਸਕੇ, ਮਤਲਬ ਉਹ ਬੰਜਾਰੇ ਜਾਂ ਉਹ ਨੋਮੈਡਸ ਜਾਂ ਉਹ ਟ੍ਰਾਈਬ ਜਿਹੜੀ ਹੈ, ਮੈਂ ਐਗਜ਼ੈਕਟ ਵਰਡ ਵਰਤਾਂ ਤਾਂ ਉਹ ਟ੍ਰਾਈਬ ਇਹ ਚੀਜ਼ ਕਰ ਰਹੀ ਹੈ। ਇੰਦੌਰ ਦੇ ਆਸ-ਪਾਸ ਕੋਈ ਇਲਾਕਾ, ਉੱਥੇ ਇਹ ਇੱਕ ਫੈਸਟ ਹੁੰਦਾ ਮਾਗੀ ਦੇ ਆਸ-ਪਾਸ। ਸੋ ਬਿਊਟੀਫੁਲ। ਸੋ ਤੁਸੀਂ ਇਦਾਂ ਦੀ ਕੋਈ ਡਿਫਰੈਂਟ ਹੀ ਕੋਈ ਟ੍ਰੈਡੀਸ਼ਨ ਜਾਂ ਕੋਈ ਡਿਫਰੈਂਟ ਡਿਸ਼ ਦੇਖਿਓ ਵੀ ਇਹ ਕੀ ਵਰਸਟ ਜੀ ਡਿਸ਼ ਹੈ, ਵੀ ਉਹਨਾਂ ਵਾਸਤੇ ਉਹ ਬੜੀ ਬਲੈਸਡ ਹੈ। ਹਾਂ, ਡਿਫਰੈਂਟ ਡਿਸ਼ ਤਾਂ ਨਹੀਂ ਮੈਂ ਦੇਖੀ, ਪਰ ਮੈਂ ਇਸ ਤਰ੍ਹਾਂ ਦੇ ਉੱਥੇ ਨਾ ਕਿਰਗਿਸਤਾਨ ਦੇ ਅੰਦਰ ਇੱਕ ਫੈਸਟੀਵਲ ਹੁੰਦਾ ਹੈਗਾ, ਸਾਲ 'ਚ ਇੱਕ ਵਾਰੀ ਹੁੰਦਾ ਹੈ, ਜਿਹੜੇ ਕਿ ਜਿੰਨੇ ਵੀ ਨੋਮੈਡਸ ਨੇ ਉਹਨਾਂ ਦੇ ਇੱਕ ਤੇ ਜਿਹੜੇ ਮਕਾਨ ਬਣਾਏ ਹੁੰਦੇ ਨੇ, ਉਹ ਸੋ ਬਿਊਟੀਫੁਲ, ਉਹ ਹੱਥ ਨਾਲ ਬਣਾਉਂਦੇ ਨੇ। ਓਕੇ। ਉਹ ਜਿਹੜੇ ਜਿਹਦੇ ਰਹਿੰਦੇ ਨੇ ਉਹ ਜੀ, ਤੇ ਉਸ ਫੈਸਟੀਵਲ ਦੇ ਅੰਦਰ ਫਿਰ ਉਸ ਪੂਰੀ ਕਮਿਊਨਿਟੀ ਜਿਹੜੀ ਇਕੱਠੀ ਹੁੰਦੀ ਹੈਗੀ, ਉਹਦੇ ਅੰਦਰ ਉਹਨਾਂ ਦੇ ਗੇਮਸ ਹੁੰਦੇ ਨੇ, ਜਿਹੜੀ ਘੋੜੇ ਦੀ ਰਾਈਡਸ ਨੇ ਉਹ ਹੁੰਦੀਆਂ ਹੈਗੀਆਂ, ਲੇਡੀਜ਼ ਡਾਂਸ ਕਰਦੀਆਂ ਨੇ, ਉਹ ਬਿਲਕੁਲ ਮੇਰੀ ਇੱਕ ਵੀਡੀਓ ਵੀ ਹੈਗੀ ਉਹਦੀ ਮੈਂ ਬਣਾਈ ਹੈਗੀ। ਸੋ ਆਈ ਵਿਲ ਸ਼ੇਅਰ ਵਿਦ ਯੂ, ਮੇਬੀ ਯੂ ਕੈਨ ਯੈਸ ਫॉर ਸ਼ੋਰ। ਸੋ ਦੈਟ ਵਾਸ ਸੋ ਕਲਰਫੁਲ, ਸੋ ਬਿਊਟੀਫੁਲ ਐਂਡ ਵੈਰੀ ਨਾਈਸਲੀ ਡਨ। ਓਕੇ। ਉਹ ਤੁਹਾਨੂੰ ਲੱਗਦੇ ਅੱਛਾ, ਉਹਨਾਂ ਦਾ ਮਿਊਜ਼ਿਕ ਜਿਹੜਾ ਥੋੜਾ ਡਿਫਰੈਂਟ ਹੈਗਾ, ਸੋ ਉਹਦੇ ਅੰਦਰ ਉੱਥੇ ਦਾ ਮਿਊਜ਼ਿਕ ਵੀ ਹੈਗਾ। ਸੋ ਉਹ ਬੜਾ ਐਕਸਾਈਟਿੰਗ ਸੀਗਾ ਉਹ ਦੇਖਣਾ, ਤੇ ਉਹਨਾਂ ਦੇ ਜਿਹੜੇ ਡਿਫਰੈਂਟ ਕਾਈਂਡ ਆਫ ਡਰੈਸਿਸ, ਜਿਹੜੇ ਉਹ ਹੈਟ ਪਾਉਂਦੇ ਨੇ, ਉਹ ਵੀ ਡਿਫਰੈਂਟ ਹੈਟਸ ਨੇ, ਉੱਤੇ ਵੱਡੇ ਹੈਟਸ ਹੁੰਦੇ ਨੇ। ਸੋ ਜਿਸ ਤਰ੍ਹਾਂ ਸੂਫੀ ਹੈਟ ਨਹੀਂ ਹੁੰਦੇ ਸੀ, ਹਾਂ ਜੇ ਤੁਸੀਂ ਦੇਖੇ ਹੋਣੇ, ਮੌਲਾਨਾ ਰੂਮੀ, ਹਾਂ ਮੌਲਾਨਾ, ਉਸ ਤਰੀਕੇ ਦੇ ਉਹ ਹੈਟ ਸੀਗੇ। ਐਂਡ ਓਬਵੀਅਸਲੀ देयर ਫੂਡ ਇਜ਼ ਉਹ ਬਹੁਤ ਫੂਡ ਹੀ ਨੇ ਬਹੁਤ ਵੱਡੇ, ਤੇ ਉਹ ਜੋ ਉਹਨਾਂ ਦਾ ਜਿਹੜਾ ਦਸਤਰਖਾਨ ਸਜਦਾ ਹੈਗਾ, ਤੇ ਉਹ ਪੂਰਾ ਲੈਵਿਸ਼ ਬੁਫੇ ਹੁੰਦਾ ਹੈਗਾ। ਬਿਲਕੁਲ। ਔਰ ਦੇਖੋ ਉਹਨਾਂ ਦਾ ਡੇਲੀ ਦਾ ਦਸਤਰਖਾਨ ਹੀ ਐ ਹੁੰਦਾ, ਜਿਵੇਂ ਆਪਾਂ ਵੱਡੇ 5 ਸਟਾਰ ਹੋਟਲਸ ਵਿੱਚ ਬੁਫੇ ਦੇਖਦੇ ਆ, ਉਹਨਾਂ ਵੱਡਾ ਮੈਨੂ, ਔਰ ਘਰ ਦੀਆਂ ਔਰਤਾਂ ਹੀ ਤਿਆਰ ਕਰਦੀਆਂ ਨੇ। ਬੜੀ ਖੂਬਸੂਰਤ ਗੱਲ ਇਹ ਹੈ। ਇੱਥੇ ਤਾਂ ਮਤਲਬ ਕਿ ਦਾਲ ਬਣਾਉਣੀ ਹੋਵੇ ਤਾਂ ਵਕਤ ਪੈ ਜਾਂਦਾ। ਇੱਕ ਫੈਮਿਲੀ ਹੈਗੀ, ਮੈਂ ਉਹਨਾਂ ਦੇ ਘਰ ਗਿਆ ਸੀ, ਉਹਨਾਂ ਨੂੰ ਬੁਲਾਇਆ ਸੀ ਮੈਨੂੰ, ਤੇ ਉਹ ਹਿੰਦੀ ਸੌਂਗਸ ਗਾਉਂਦਾ ਹੈ ਮੁੰਡਾ, ਉਹਨਾਂ ਦਾ ਬੇਟਾ ਜਿਹੜਾ ਹੈਗਾ। ਸੋ ਜਿੰਨੇ ਵੀ ਇੰਡੀਅਨ ਮੈਸੇਜ, ਜਿੰਨੇ ਵੀ ਸੌਂਗ ਹੁੰਦੇ ਸੀਗੇ, ਮਤਲਬ ਕੋਈ ਫੰਕਸ਼ਨ ਹੁੰਦਾ ਸੀਗਾ, ਸੋ ਦੇ ਯੂਜ਼ਡ ਟੂ ਕਾਲ them। ਤੇ ਉਹ ਸੋਨੂ ਨਿਗਮ ਦੀ ਆਵਾਜ਼ ਦੇ ਅੰਦਰ ਉਹਨੇ ਗਾਣੇ ਜਿਹੜਾ ਉਹ ਗਾਉਂਦਾ ਸੀਗਾ, ਬਿਲਕੁਲ ਇੰਨਾ ਵਧੀਆ ਹਿੰਦੀ ਬੋਲਦਾ ਸੀਗਾ ਮੁੰਡਾ। ਤੇ ਆਈ ਵਾਸ ਸਰਪ੍ਰਾਈਜ਼ ਕਿ ਬਈ ਕਿਰਗਿਸਤਾਨ ਦੇ ਅੰਦਰ ਉਹ ਵੀ ਹਿੰਦੀ ਗਾਣੇ, ਉਹ ਵੀ ਉੱਥੇ ਦਾ ਕਿਰਗਿਜ਼ ਬੰਦਾ ਗਾ ਰਿਹਾ ਹੋਵੇ। ਸੋ ਉੱਥੇ ਵੀ ਇਹਦਾ ਟ੍ਰੈਡੀਸ਼ਨ ਹੈਗਾ ਕਿ ਦੇ ਅਡਾਪਟ ਦ ਕਲਚਰ, ਐਸਾ ਨਹੀਂ ਹੈਗਾ। ਅੱਛਾ, ਇੱਕ ਚੀਜ਼ ਹੋਰ ਵੀ ਮੈਨੂੰ ਬੜਾ ਚੰਗਾ ਲੱਗਿਆ ਉੱਥੇ, ਕਿ ਬੀਇੰਗ ਅ ਮੁਸਲਿਮ ਕੰਟਰੀ ਦੇ ਵਰ ਵੈਰੀ ਮਾਡਰਨ। ਮਤਲਬ ਉੱਥੇ ਦੀ ਜਿਹੜੀ ਜਨਾਨੀਆਂ ਜਿਹੜੀ ਸੀਗੀਆਂ, ਬੁਰਕਾ ਜਿਹੜਾ ਪੂਰਾ ਫੇਸ ਕਵਰ ਨਹੀਂ ਕਰਦੀਆਂ ਸੀ, ਉਹਨਾਂ ਫੇਸ ਵਿਜ਼ੀਬਲ ਹੁੰਦਾ ਸੀਗਾ, ਤੇ ਉਹ ਉਹਨਾਂ ਨੂੰ ਆਪਣਾ ਵਰਸ਼ਿਪ ਕਰਨ ਦਾ ਪੂਰਾ ਉਹ ਸੀਗਾ, ਲੇਕਿਨ ਬਟ ਯੈਟ ਦੇ ਵਰ ਵੈਰੀ ਮਾਡਰਨ। ਆਪਾਂ ਅਕਸਰ ਗੱਲ ਕਰਦੇ ਹਾਂ ਵੀ ਜੇ ਤੁਸੀਂ ਘੁੰਮਣ ਜਾਣਾ ਹੈ, ਤੁਹਾਡੇ ਨਾਲ ਕੰਪਨੀ ਹੋਣੀ ਚਾਹੀਦੀ ਹੈ, ਫਿਰ ਤੁਸੀਂ R&D ਕਰਕੇ ਜਾਓ ਵੀ ਉੱਥੇ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ, ਕੋਈ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਥ੍ਰੈਟ ਤਾਂ ਨਹੀਂ ਹੋ ਜਾਏਗਾ, ਕੋਈ ਤੁਹਾਡੀ ਲੁੱਟ ਖੋਹ ਤਾਂ ਨਹੀਂ ਹੋ ਜਾਏਗੀ। ਹੁਣ ਤੁਸੀਂ ਕਹਿ ਰਹੇ ਹੋ ਵੀ ਮਤਲਬ ਇੰਨੇ ਵੱਡੇ ਟਰੈਵਲ ਦੇ ਵਿੱਚ ਤੁਹਾਡੇ ਨਾਲ ਤੁਹਾਨੂੰ ਕੋਈ ਵੀ ਮਾੜਾ ਬੰਦਾ ਨਹੀਂ ਮਿਲਿਆ। ਮੇਰੇ ਨਾਲ ਨਹੀਂ ਹੋਇਆ, ਪਰ ਐਸਾ ਮੇਰੇ ਕਲਾਇੰਟਸ ਨਾਲ ਹੋਇਆ ਜੀ, ਮੇਰੇ ਫਰੈਂਡ ਨਾਲ ਵੀ ਹੋਇਆ। ਕੀ ਹੋਇਆ? ਉਹ ਮੇਰੇ ਉਹ ਸੀਗੇ ਇਟਲੀ ਸੀਗੇ, ਤੇ ਉੱਥੇ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਤਾ ਕਿਸੇ ਨੇ, ਬੈਗ ਦਾ ਸ਼ੀਸ਼ਾ ਤੋੜਤਾ, ਅੱਗੇ ਉਹਦਾ ਕੰਪਿਊਟਰ ਵਗੈਰਾ ਸੀਗਾ, ਲੈਪਟਾਪ ਸੀਗਾ, ਸਾਰਾ ਕੁਝ ਕੱਢ ਕੇ ਲੈ ਗਏ। ਹੋਰ ਕਿਸ ਕਿਸਮ ਦੇ ਕ੍ਰਾਈਮਸ ਹੁੰਦੇ ਨੇ ਜਿਹੜੇ ਬੜੇ ਵਰਸਟ ਹੈ? ਇਸ ਤਰ੍ਹਾਂ ਦੇ ਕ੍ਰਾਈਮ ਹੁੰਦੇ ਨੇ। ਦੂਜਾ ਮੇਰਾ ਇੱਕ ਕਲਾਇੰਟ ਸੀਗੇ, ਉਹ ਉੱਥੇ ਸੀਗੇ ਬੈਲਜੀਅਮ ਵਿੱਚ ਸੀਗੇ। ਹੁਣ ਬੈਲਜੀਅਮ ਵਿੱਚ ਕੀ ਹੈਗੇ ਕਿ ਜਿਹੜੇ ਇਲੀਗਲ ਇਮੀਗ੍ਰੈਂਟਸ ਬਹੁਤ ਨੇ ਇੱਥੇ, ਤੇ ਉੱਥੇ ਉਹਨਾਂ ਦੀ ਉਹ ਤੇ ਪਿਓ ਪੁੱਤਰ ਦੋਨੋਂ ਆਪਣਾ ਗੱਡੀ ਸਮਾਨ ਰੱਖ ਰਹੇ ਸੀ, ਤੇ ਉਹਦਾ ਪਾਊਚ ਸੀਗਾ ਜਿਹੜਾ ਬੈਲਟ ਪਾਊਚ ਜਿਹੜਾ ਹੁੰਦਾ ਹੈਗਾ, ਉਹਦੇ ਅੰਦਰ ਪੈਸੇ, ਪਾਸਪੋਰਟ ਸਭ ਕੁਝ ਸੀਗਾ, ਤੇ ਉਹਨੇ ਚੁੱਕ ਕੇ ਆਪਣੀ ਗੱਡੀ ਦੀ ਪਿਛਲੀ ਸੀਟ 'ਤੇ ਰੱਖਤਾ। ਤੇ ਬੇਟਾ ਅੰਦਰ ਸੀ, ਉਹ ਗਿਆ ਉੱਥੇ ਲਾ ਕੇ ਚਾਚੀ ਲਿਆਉਣ ਵਾਸਤੇ,
ਪਿੱਛੇ ਆਇਆ ਤਾਂ ਦੇਖਿਆ ਪਾਉਚ ਗਾਇਬ ਹੋ ਗਿਆ। ਦੈਨ ਦੇ ਵੈਂਟ ਟੂ ਦ ਪੁਲਿਸ ਸਟੇਸ਼ਨ, ਉਹਦੇ ਅੰਦਰ ਪੈਸੇ ਵੀ ਸੀਗੇ, ਪਾਸਪੋਰਟ ਵੀ ਸੀਗਾ। ਦੈਨ ਆਈ ਹੈਲਪ them ਟੂ ਗੈਟ ਦ ਨਿਊ ਪਾਸਪੋਰਟ ਫਰੋਮ ਐਮਬੈਸੀ। ਪਰ ਉਹ ਪੁਲਿਸ ਕਹਿੰਦੀ ਹੈ ਜੀ ਤੁਸੀਂ ਰਿਪੋਰਟ ਲਿਖਾ ਜਾਓ ਪਰ ਹੋਣਾ ਕੁਛ ਨਹੀਂ। ਹੁਣ ਪੁਲਿਸ ਵਾਲੇ ਇੱਥੇ ਕਹਿੰਦੇ ਪਏ ਨੇ ਤੇ ਉਹ ਕਿਹਾ ਜੀ ਕਿਉਂ ਹੋਣਾ ਕੁਛ ਨਹੀਂ। ਉਹ ਕਹਿੰਦੇ ਜੀ ਦੇਖੋ ਜੀ ਇੱਥੇ ਤੇ ਇਹਨਾਂ ਦਾ ਕੋਈ ਰਿਕਾਰਡ ਤਾਂ ਹੈ ਨਹੀਂ, ਇਹ ਦੂਜੇ ਮੁਲਕਾਂ ਤੋਂ ਆਏ ਹੋਏ ਨੇ, ਕੋਈ ਸੀਰੀਅਨ ਨੇ, ਕੋਈ ਕਿੱਥੇ ਦਾ ਕੋਈ ਕਿੱਥੇ ਦਾ ਹੈਗਾ, ਤੇ ਇਹਨਾਂ ਦਾ ਕੋਈ ਰਿਕਾਰਡ ਹੈ ਨਹੀਂ। ਅਸੀਂ ਰਿਪੋਰਟ ਲਿਖ ਲਾਂਗੇ ਪਰ ਫੈਕਟ ਹੀ ਹੈਗਾ ਕਿ ਕੁਝ ਹੋਏਗਾ, ਕਿਉਂ ਟ੍ਰੇਸੇਬਲ ਹੀ ਨਹੀਂ ਹੈਗੇ। ਕੋਈ ਇਹਨਾਂ ਦਾ ਰਿਕਾਰਡ ਹੋਵੇ ਤਾਂ ਅਸੀਂ ਟ੍ਰੇਸ ਕਰੀਏ ਜੀ। ਤਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਨਾ ਇਹਨਾਂ ਕੰਟਰੀਆਂ 'ਚ ਹੁੰਦੀਆਂ ਨੇ, ਮਤਲਬ ਐਸਾ ਨਹੀਂ ਕਿ ਨਹੀਂ ਹੁੰਦੀਆਂ ਜੀ। ਪਰ ਉਹ ਤੁਸੀਂ ਹੁਣ ਡਿਪੈਂਡ ਕਰਦਾ ਕਿ ਟੱਚਵੁੱਡ ਮੇਰੇ ਨਾਲ ਕੋਈ ਐਸਾ ਇਤਫਾਕ ਨਹੀਂ ਹੋਇਆ। ਠੀਕ ਹੈ, ਕੋਈ ਇਸ ਤਰ੍ਹਾਂ ਦਾ ਇਤਫਾਕ ਨਹੀਂ ਹੋਇਆ, ਪਰ ਇੰਨੀ ਲੰਬੀ ਜਰਨੀ 'ਚ ਕਦੇ ਐਵੇਂ ਹੋਇਆ ਵੀ ਤੁਹਾਡੀ ਸਿਹਤ ਬਹੁਤ ਖਰਾਬ ਹੋ ਗਈ, ਕਦੇ ਫੂਡ ਪੋਇਜ਼ਨਿੰਗ ਹੋ ਗਈ ਤੇ ਉਸ ਕਰਕੇ ਤੁਹਾਨੂੰ ਕਿਤੇ ਰੁਕਣਾ ਪਿਆ, ਕੋਈ ਐਵੇਂ ਦਾ ਕਿੱਸਾ? ਨਹੀਂ, ਮੇਰੇ ਨਾਲ ਪੋਜ਼ਿਟਿਵ ਚੀਜ਼ਾਂ ਹੋਈਆਂ। ਮੈਂ ਦੱਸਾਂ, ਹੁਣ ਮੈਨੂੰ ਬਹੁਤ ਸਾਰੀ ਹੈਲਥ ਪ੍ਰੋਬਲਮਸ ਹੈਗੀਆਂ। ਸਟਨ ਮੇਰੇ ਪਿਆ ਹੋਇਆ ਹੈਗਾ, ਠੀਕ ਹੈ, ਮੇਰੇ ਪਿੱਠ ਦੇ ਅੰਦਰ L2 L3 L5 ਦੇ ਅੰਦਰ ਵਲਜ ਹੈਗਾ। ਜਿਸ ਵਕਤ ਮੈਂ ਹੁਣ ਟਰੈਵਲ ਕਰ ਰਿਹਾ ਸੀ, ਹੁਣ ਜਿਹੜਾ ਲਾਸਟ ਟਰੈਵਲ ਮੈਂ ਕੀਤਾ ਹੈ 15 ਅਗਸਤ ਨੂੰ ਲਾਸਟ ਈਅਰ ਜਿਹੜਾ ਸ਼ੁਰੂ ਕੀਤਾ ਸੀਗਾ, ਜਿਸ ਦਿਨ ਮੈਂ ਅੱਛੇ ਕਲਚਰਲ ਮਿਨਿਸਟਰੀ ਦੇ ਜਿਹੜੇ ਮਿਨਿਸਟਰ ਸੀਗੇ ਗਜਿੰਦਰ ਸ਼ੇਖਾਵਤ, ਉਹਨਾਂ ਦੇ ਘਰੋਂ ਜਰਨੀ ਫਲੈਗ ਆਫ ਹੋਈ ਤੇ ਮੈਂ ਜਿਸ ਵਕਤ ਗੱਡੀ 'ਚ ਬੈਠਾ ਹੈ ਨਾ ਤੇ ਮੈਨੂੰ ਆਪਣੀ ਟੰਗ ਨੂੰ ਐਸਾ ਚੁੱਕ ਕੇ ਗੱਡੀ 'ਚ ਰੱਖਣਾ ਪਿਆ, ਇੰਨਾ ਪੇਨ ਸੀਗਾ ਮੇਰੇ। ਪਰ ਫਿਰ ਵੀ ਮੈਂ ਐਡਮੈਂਟ ਸੀਗਾ ਕਿ ਮੈਂ ਜਰਨੀ ਕਰਨੀ ਹੈਗੀ। ਤੇ ਉਹ ਸਾਰੀ ਜਰਨੀ ਮਤਲਬ ਮੈਂ ਪੇਨ 'ਚ ਗੱਡੀ, ਬਿਕੋਜ਼ ਵਾਂਸ ਆਈ ਸਿਟ ਔਨ ਦਾ ਡਰਾਈਵਿੰਗ ਸੀਟ ਫਿਰ ਮੈਨੂੰ ਕੁਝ ਨਹੀਂ ਲੱਗਦਾ। ਫਿਰ ਕਿਉਂਕਿ ਮੈਂ ਕਮਿਟਡ ਹੈ। ਫਿਰ ਮੈਂ ਪਰ ਸਿਹਤ ਦਾ ਖਿਆਲ ਰੱਖਣਾ ਵੀ ਬੜਾ ਇੰਪੋਰਟੈਂਟ ਹੈ। ਸਿਹਤ ਦਾ ਹੈਗਾ, ਜ਼ਰੂਰੀ ਹੈਗਾ, ਪਰ ਉਹ ਮੈਨੂੰ ਨਾ ਆਈ ਐਮ ਫੋਰਚੂਨੇਟ ਕਿ ਜਿਸ ਵਕਤ ਮੈਂ ਆਪਣੀ ਗੱਡੀ ਡਰਾਈਵ ਕਰਨਾ, ਮੇਰੇ ਘਰ ਦੇ ਵੀ ਸਾਰੇ ਕਹਿੰਦੇ ਨੇ ਕਿ ਤੁਸੀਂ ਥੋੜ੍ਹਾ ਉਹ ਆਪਣੀ ਸਿਹਤ ਦਾ ਖਿਆਲ ਰੱਖੋ। ਪਰ ਜਿਸ ਵਕਤ ਮੈਂ ਗੱਡੀ 'ਤੇ ਬਹਿਣਾ ਫਿਰ ਮੇਰੀ ਸਿਹਤ ਮੈਨੂੰ ਕੁਝ ਨਹੀਂ ਕਹਿੰਦੀ, ਫਿਰ ਮੈਨੂੰ ਕੁਝ ਪਤਾ ਨਹੀਂ ਲੱਗਦਾ। ਓਕੇ। ਹੁਣ ਮੇਰੇ ਇੱਥੇ ਲੈਫਟ ਸਾਈਡ ਦਾ ਟੀਅਰ ਟੁੱਟੇ ਹੋਏ ਨੇ ਜਿਹੜੇ ਸ਼ੋਲਡਰ ਦੇ, ਉਹਦੇ ਬਾਅਦ ਵੀ ਮੈਂ ਗੱਡੀ ਚਲਾਉਣਾ ਮੈਨੂੰ ਕੋਈ ਇਸ਼ੂ ਨਹੀਂ ਹੁੰਦਾ। ਓਕੇ। ਪਾਤਰ ਸਾਹਿਬ ਨਾ ਬੜੀ ਖੂਬਸੂਰਤ ਚੀਜ਼ ਕਹਿੰਦੇ ਨੇ ਕਿ ਖੋਲ ਦਿੰਦਾ ਜੇ ਦਿਲ ਤੋਂ ਲਫ਼ਜ਼ਾਂ ਵਿੱਚ ਯਾਰਾਂ ਦੇ ਨਾਲ, ਖੋਲਣਾ ਨਾ ਪੈਂਦਾ ਇਹ ਔਜ਼ਾਰਾਂ ਦੇ ਨਾਲ। ਤੇ ਜਦੋਂ ਇਹ ਸਟੰਟ ਪਿਆ ਤੇ ਇਹ ਕੀ ਸੀਨ ਬਣਿਆ? ਸਟੰਟ ਦਾ ਤਾਂ ਮੈਂ ਤਾਂ ਇਟ ਵਾਜ਼ ਅ ਪਲਾਨ। ਮੈਨੂੰ ਲੱਗਦਾ ਸੀਗਾ, ਮੈਂ ਇਸਕਾ ਵਾਕ ਕਰਦਾ ਸੀ, ਮੈਨੂੰ ਲੱਗਦਾ ਸੀ ਥੋੜ੍ਹਾ ਜਿਹਾ ਹੈਵੀ ਬਣੇਗਾ। ਸੋ ਆਈ ਵੈਂਟ ਟੂ ਮਾਈ ਫਰੈਂਡ ਆਫ ਮਾਈਂਡ, ਹੀ ਵਾਜ਼ ਅ ਡਾਕਟਰ ਸਰਜਨ ਸੀਗਾ। ਉਹ ਕਹਿੰਦਾ ਵੀ ਅੱਛਾ, ਇਹ ਪ੍ਰੋਬਲਮ ਅਗਰ ਹੋਣ ਤੋਂ ਪਹਿਲਾਂ ਹੀ ਤੁਸੀਂ ਦਿਖਾ ਲਿਆ ਸੀ? ਹਾਂ, ਮੈਂ ਗਿਆ ਸਿੱਧਾ ਉੱਥੇ ਦਿਖਾਉਣ ਵਾਸਤੇ। ਉਹਨੇ ਆਪਣੇ ਫਰੈਂਡ ਨੂੰ ਰਿਕਮੈਂਡ ਕਰਤਾ, ਹੀ ਵਾਜ਼ ਇਨ ਦੁਬਈ, ਉਹ ਰਿਕਮੈਂਡ ਕਰਤਾ। ਓਕੇ। ਉਹਨਾਂ ਕੋਲ ਡਾਕਟਰ ਭੱਲਾ ਸੀ, ਉਹਨਾਂ ਕੋਲ ਮੈਂ ਗਿਆ। ਉਹ ਕਹਿੰਦੇ ਜੀ ਤੁਸੀਂ ਆ ਜਾਓ ਤੇ ਤੁਹਾਡਾ ਦੇਖ ਲੈਂਦੇ ਹਾਂ। ਤੁਹਾਡੀ ਦਿਨਚਰਿਆ ਵਿੱਚ ਹੁਣ ਕੁਝ ਖਾਸ ਚੀਜ਼ਾਂ ਕੀ ਨੇ? ਮਤਲਬ ਤੁਸੀਂ ਹੁਣ ਸ਼ਰਾਬ ਤੇ ਨਾਨ ਵੈਜ ਤਾਂ ਬਹੁਤ ਸਾਲ ਹੋ ਗਏ, 17-18 ਸਾਲ ਹੋ ਗਏ ਛੱਡ ਚੁੱਕੇ ਹੋ, ਤੇ ਤੁਸੀਂ ਕੀ ਕਰਦੇ ਹੋ? ਐਕਸਰਸਾਈਜ਼ ਕਰਦੇ ਹੋ? ਖਾਣ ਪੀਣ ਦੇ ਵਿੱਚ ਕੁਝ ਖਾਸ ਚੀਜ਼ਾਂ ਪਿਕੀ ਹੋ, ਚੂਜ਼ੀ ਹੋ, ਕੀ ਹੋ? ਨਹੀਂ, ਮੇਰੀ ਲਾਈਫ ਵਿੱਚ 3 ਚੀਜ਼ਾਂ ਨੇ, ਟਰੈਵਲ ਐਂਡ ਟਰੈਵਲ। ਹੋਰ ਕੁਝ ਨਹੀਂ ਹੈਗਾ। ਬਾਕੀ ਖਾਣ ਪੀਣ ਦਾ ਹਾਂ ਥੋੜ੍ਹਾ ਜਿਹਾ ਹੁਣ ਪ੍ਰੀਕਾਸ਼ਨ ਲੈਣੇ ਪੈਂਦੇ ਨੇ। ਸੋ ਮਿਰਚਾਂ ਮੈਂ ਨਹੀਂ ਖਾਂਦਾ ਤੇ ਬੋਇਲ ਫੂਡ ਆਈ ਪ੍ਰੈਫਰ। ਓਕੇ। ਪਰ 250 ਗ੍ਰਾਮ ਤੋਂ ਮੇਰੇ ਤੋਂ ਜ਼ਿਆਦਾ ਘਟਿਆ ਨਹੀਂ। ਬਿਲਕੁਲ ਠੀਕ ਹੈ। ਓਕੇ, ਬਸ ਆਪਾਂ ਬਹੁਤ ਲੰਬੀ ਗੱਲਬਾਤ ਕੀਤੀ ਹੈ ਔਰ ਬੜੀ ਮਜ਼ੇਦਾਰ ਕਨਵਰਸੇਸ਼ਨ ਸੀ ਆਈ ਐਵਰ ਹੈਡ, ਮਤਲਬ ਆਈ ਮਸਟ ਕੰਪਲੀਮੈਂਟ ਦਿਸ। ਤਾਂ ਮੈਨੂੰ ਆਖਰ ਵਿੱਚ ਇਹ ਦੱਸੋ, ਜਿਵੇਂ ਗੁਰੂ ਸਾਹਿਬ ਨਾਲ ਸੰਬੰਧਿਤ, ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਤੁਸੀਂ ਇੰਨੀ ਸਾਰੀਆਂ ਜਰਨੀਜ਼ ਕੀਤੀਆਂ, ਥਾਂ ਤੇ ਗਏ, ਗੁਰੂ ਸਾਹਿਬ ਨੇ ਇੰਡੀਆ ਵਿੱਚ ਜਿੱਥੇ ਟਰੈਵਲ ਕੀਤਾ ਸੀ ਉਸ 'ਤੇ ਤੁਸੀਂ ਬੜੀ ਬਾਕਮਾਲ ਸੀਰੀਜ਼ ਲਾਂਚ ਕੀਤੀ। ਹੁਣ ਤੁਹਾਡੇ ਅਪਕਮਿੰਗ ਪਲਾਨਸ ਕੀ ਨੇ? ਮੈਂ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਹੋਰ ਦੱਸ ਦੇਵਾਂ ਕਿ ਇਹ ਜਿਹੜੀ ਮੈਂ ਗੁਰੂ ਸਾਹਿਬ ਦੀ ਜਰਨੀ ਜਿਹੜੀ ਕੀਤੀ ਨਾ, ਇਹ ਹੁਣ ਮੈਂ ਇਸ ਤਰ੍ਹਾਂ ਰਹਿ ਗਿਆ ਐਜ਼ ਅ ਵਿਟਨੈਸ ਅਗਰ ਚੀਜ਼ ਨੂੰ ਦੇਖਣਾ ਪਿਆ ਤੇ ਇਹ ਮੇਰੀ ਲਾਈਫ ਦੇ ਜਿਹੜਾ ਸਰਕਲ ਸੀਗਾ ਕਿ ਪਹਿਲੇ ਮੈਂ ਟਰੈਵਲ ਕੀਤਾ, ਪਹਿਲੇ ਮੈਂ ਸ਼ਰਾਬ ਛੱਡੀ ਜੀ, ਇਹ ਵੀ ਗੁਰੂ ਸਾਹਿਬ ਨੇ ਕਰਾਈ। ਉਸ ਤੋਂ ਬਾਅਦ ਮੈਂ ਟਰੈਵਲ ਕੀਤਾ, ਲੰਡਨ ਮੈਂ ਗਿਆ ਤੇ ਉਸ ਤੋਂ ਬਾਅਦ ਮੈਂ ਗੁਰੂ ਸਾਹਿਬ ਦੀ ਜਰਨੀ ਕੀਤੀ। ਤਾਂ ਮੈਨੂੰ ਲੱਗਦਾ ਕਿ ਇਹ ਉਹ ਦੇਖ ਰਹੇ ਸੀ ਵੀ ਮੇਰਾ ਇਹ ਪੁੱਤਰ ਜਿਹੜਾ ਹੈਗਾ ਇਹ ਮੇਰੀ ਯਾਤਰਾ ਕਰ ਸਕੇਗਾ ਕਿ ਨਹੀਂ ਕਰ ਸਕੇਗਾ, ਤੇ ਮੈਂ ਕਮਿਟਡ ਸੀਗਾ ਉਹਨਾਂ ਦੀ ਜਰਨੀ ਵਾਸਤੇ। ਤੇ ਬਾਕੀ 10 ਗੁਰੂਆਂ ਦੀ ਜਰਨੀ ਵਾਸਤੇ ਮੈਂ ਕਮਿਟਡ ਹੈਗਾ ਕਿ ਮੈਂ 10 ਗੁਰੂਆਂ ਦੀ ਜਰਨੀ ਕਰਨੀ ਹੈਗੀ। ਤੇ ਰਹਿ ਗਿਆ ਹੁਣ ਮੇਰੇ ਨੈਕਸਟ ਪਲਾਨ ਜਿਹੜੇ ਨੇ, ਉਹ ਪਲਾਨ ਜਿਹੜੇ ਨੇ ਕਿ ਮੈਂ ਜਿੱਥੇ ਤੱਕ ਮੇਰੀ ਗੱਡੀ ਜਿਹੜਾ ਕੰਟਰੀ ਜਾ ਸਕਦੀ ਹੈਗੀ, ਉਹ ਟੋਟਲ ਵੈਸੇ ਮਗਰ ਜਿਹੜੇ 193 ਦੇਸ਼ ਨੇ, ਹਾਲੇ 193 ਕੰਟਰੀ ਨੇ, ਵੈਸੇ 200 ਲੋਕ ਕਹਿੰਦੇ ਨੇ ਪਰ ਯੂਨਾਈਟਿਡ ਨੇਸ਼ਨ ਦੇ ਹਿਸਾਬ ਨਾਲ 193 ਸਰਟੀਫਾਈਡ ਕੰਟਰੀਜ਼ ਨੇ ਜੀ। ਸੋ ਉਹ ਸਾਰੇ ਕੰਟਰੀਜ਼ ਮੈਂ ਜਾਣਾ ਹੈ। ਜਿੱਥੇ ਨਹੀਂ ਜਾ ਸਕੇਗੀ ਉੱਥੇ ਮੈਂ ਗੱਡੀ ਪਾਰ ਕਰਕੇ ਆਈ ਫਲਾਈ ਐਂਡ ਟੇਕ ਅਨਦਰ ਕਾਰ ਦੇਅਰ। ਬਿਲਕੁਲ। ਸੋ ਮੇਰਾ ਤੇ ਮੇਰੀ ਵਾਈਫ ਦਾ ਦੋਨੋਂ ਦਾ ਉਹ ਹੈਗਾ, ਇਹ ਸਾਡਾ ਮਤਲਬ ਇੱਕ ਕਮਿਟਮੈਂਟ ਹੈਗਾ। ਸ਼ੀ ਇਜ਼ ਨਾਟ ਵੈਲ, ਹਲੇ ਥੋੜ੍ਹੀ ਉਹਨਾਂ ਦੀ ਪੈਰਿਜ ਪ੍ਰੋਬਲਮ ਹੈਗੀ। ਮੇਰੇ ਪੇਰੈਂਟਸ ਵੀ, ਉਹਨਾਂ ਦੇ ਵੀ ਕੁਛ ਨਾ ਕੁਛ ਸਿਹਤਾਂ ਦਾ ਲੱਗਿਆ ਰਹਿੰਦਾ, ਉੱਤੇ ਥੱਲੇ ਚੱਲਦਾ ਰਹਿੰਦਾ ਹੈਗਾ। ਸੋ ਮੇਰੇ ਕੋਲ ਜ਼ਿੰਮੇਵਾਰੀਆਂ ਵੀ ਹੈਗੀਆਂ।
ਤੇ ਨਾਲ ਮੇਰਾ ਪੈਸ਼ਨ ਵੀ ਹੈਗਾ। ਜੀ। ਸੋ ਮੇਰੇ ਵਾਸਤੇ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਟਫ ਹੈ ਦੋਨੋਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ। ਬਸ ਮੇਰੇ ਦਿਮਾਗ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਚੀਜ਼ ਆਈ ਹੋਏ ਆਈ ਵਿਲ ਲੈਟਸ ਵਾਈਂਡ ਅਪ ਦ ਪ੍ਰੋਗਰਾਮ। ਔਰ ਤੁਸੀਂ ਇਹ ਦੇਖੋ ਵੀ 87 ਕੰਟਰੀ ਤੁਸੀਂ ਘੁੰਮ ਲਏ, ਤੁਸੀਂ ਕਹਿ ਰਹੇ ਹੋ ਮੈਂ ਬਾਕੀ 193 ਕੰਪਲੀਟ ਕਰ ਲੈਣੇ ਆ, ਜੇ 87 ਹੋ ਗਏ ਤੇ ਬਾਕੀ ਵੀ ਹੋ ਜਾਣਗੇ, ਹੈ ਨਾ, 113 ਵੀ ਹੋ ਜਾਣਗੇ, ਦੈਟ ਇਜ਼ ਨਾਟ ਅ ਬਿਗ ਡੀਲ। ਪਰ ਤੁਸੀਂ ਸੋਚਦੇ ਹੋ ਵੀ ਘੁੰਮਣ ਨੂੰ ਤਾਂ ਦੁਨੀਆ ਹੀ ਹੈ, ਉਸਕੇ ਆਗੇ ਕਿਆ? उसके आगे फिर उत्ते चांद जावांगे। एक सरदार साहब ने साढ़े दोस्त ने वो मिस्टर बहल वो पिछे स्पेस हो गया है ने अमेरिकन, ही इज एन अमेरिकन। ਤੇ ਤੁਸੀਂ ਜਾਣਾ ਚਾਹੁੰਦੇ ਹੋ? नहीं मेरा तो हले तक तो कोई प्लान नहीं स्पेस च गड्डी नहीं जाती। मैं एक चीज़ जरूर करना चाहना, मैं अंटार्कटिका में गड्डी लैके जाना चाहना, पर मैं बड़ा रिसर्च किया है क्योंकि उत्थे खाली रिसर्च व्हीकल ही अलाउड ने। ਤੇ ਮੇਰੀ ਇੱਕ ਫਰੈਂਡ ਹੈਗੀ, ਉਹ ਵੀ ਬਾਈਕਰ ਹੈਗੀ ਤੇ ਉਹ ਮਿਡਲ ਈਸਟ ਤੋਂ ਕਿਸੇ ਕੰਟਰੀ ਤੋਂ ਹੈਗੀ, ਤੇ ਉਹਨੇ ਵੀ ਬੜਾ, ਉਹਨੇ ਤੇ $4-5,000 ਖਰਾਬ ਵੀ ਕੀਤੇ ਨੇ ਕਿ ਵੀ ਉਹ ਕਿਸੇ ਨੇ ਉਹਨੂੰ ਕਮਿਟ ਕੀਤਾ ਸੀਗਾ ਕਿ ਅਸੀਂ ਪਹੁੰਚਾ ਦਾਂਗੇ ਤੇਰੀ ਗੱਡੀ ਅੰਟਾਰਕਟਿਕਾ ਪਹੁੰਚਾ ਦਾਂਗੇ, ਪਰ ਨਹੀਂ ਹੋਇਆ, ਗੱਲ ਨਹੀਂ ਬਣੀ। ਤੇ ਭਾਵੇਂ ਮੈਨੂੰ 1 ਘੰਟੇ ਵਾਸਤੇ ਪਰਮਿਸ਼ਨ ਮਿਲੇਗੀ ਮੈਂ ਉੱਥੇ ਗੱਡੀ ਉਤਾਰ ਕੇ ਤੇ ਇੰਡੀਆ ਦਾ ਫਲੈਗ ਤੇ ਹੋਸਟ ਕਰਾਂ। ਵੰਡਰਫੁਲ। ਤੇ ਬਟ ਆਈ ਹੈਵ ਅ ਡ੍ਰੀਮ ਦੈਟ ਕਿ ਵੀ ਮੈਂ ਗੱਡੀ ਆਪਣੀ ਅੰਟਾਰਕਟਿਕਾ ਲੈ ਕੇ ਜਾਣਾ ਚਾਹੁੰਦਾ। ਡ੍ਰੀਮ ਨਹੀਂ, ਸੁਪਨਾ। ਸੁਪਨਾ। ਕਹਿੰਦੇ ਆਗਾਜ਼ ਅਗਰ ਅੱਛਾ ਹੋ ਤਾਂ ਅੰਜਾਮ ਕਿਉਂ ਖੁਦਾ ਜਾਣੇ। ਤੇ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਤੇ ਐਨ ਪੀਕ ਤੇ ਲਿਜਾ ਕੇ ਆਪਾਂ ਇਹਨੂੰ ਉੱਥੇ, ਮੈਨੂੰ ਲੱਗਦਾ ਹੁਣ ਇੱਥੇ ਕਿਉਰਿਓਸਿਟੀ ਬਣੀ ਰਹਿਣ ਦੇਣੀ ਚਾਹੀਦੀ ਹੈ। ਸੋ ਆਖਿਰ ਦੇ ਵਿੱਚ ਨਾ ਹੁਣ ਜਦੋਂ ਬਾਏ ਬਾਏ ਕਹਿਣਾ ਤਾਂ ਆਈ ਜਸਟ ਲਾਈਕ ਕਿ ਤੁਸੀਂ ਇੱਕ ਕੋਟ ਨਾਲ ਬਾਏ ਬਾਏ ਕਹੋ, ਕੋਈ ਸੋਹਣਾ ਜਿਹਾ ਸ਼ੇਅਰ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ ਜਾਂ ਖੁਸ਼ੀ ਦੇ ਮਾਇਨੇ। ਖੁਸ਼ੀ ਦੇ ਮਾਇਨੇ, ਹਾਂ ਖੁਸ਼ੀ ਦੇ ਮਾਇਨੇ ਸ਼ੇਅਰ ਸ਼ੂਰ ਤੇ ਥੋੜੇ ਮੁਸ਼ਕਿਲ ਯਾਦ ਹੁੰਦੇ ਨੇ, ਪੜ੍ਹਨੇ ਪੈਂਦੇ ਨੇ ਕੱਢ ਕੇ, ਪਰ ਖੁਸ਼ੀ ਦੇ ਮਾਇਨੇ ਮੇਰੇ ਵਾਸਤੇ ਜਿਹੜੇ ਨੇ ਨਾ ਉਹ ਬੜੇ ਇੰਪੋਰਟੈਂਟ ਨੇ ਐਂਡ ਬੜੀ ਮੁਸ਼ਕਿਲ ਨਾਲ ਸਿੱਖੇ ਨੇ ਮੈਂ। ਉਹ ਹੈਗਾ ਮੇਰੀ ਫਰੀडम, ਕਿਉਂਕਿ ਮੈਂ ਜਦ ਮੈਨੂੰ ਲੱਗਦਾ ਕਿ ਇਸ ਮਾਇਨੇ ਹਰ ਇਨਸਾਨ ਦੇ ਅੰਦਰ ਹੁੰਦੇ ਨੇ, ਲੇਕਿਨ ਉਹ ਉਸਨੂੰ ਨਾ ਉਹ ਕਨਫੈਸ ਨਹੀਂ ਕਰਦਾ ਕਿ ਕਿਉਂਕਿ ਇਹਦੇ ਅੰਦਰ ਤੁਹਾਨੂੰ ਓਪਨਲੀ ਗੱਲ ਕਰਨੀ ਪੈਂਦੀ ਹੈਗੀ ਜੀ। ਐਂਡ ਸਮ ਪੀਪਲ ਦੇ ਕਾਲ ਯੂ ਸੈਲਫਿਸ਼ ਇਫ ਯੂ ਟੈਲ ਦੈਮ ਕਿ ਮੈਨੂੰ ਫਰੀडम ਚਾਹੀਦੀ ਹੈਗੀ। ਤੇ ਯੈਸ ਯੂ ਨੀਡ ਅ ਫਰੀडम, ਆਈ ਨੀਡ ਮਾਈ ਸਪੇਸ। ਦੈਨ ਜਦ ਤੁਹਾਨੂੰ ਫਰੀडम ਹੁੰਦੀ ਹੈ, ਮੈਨੂੰ ਗੱਲ ਕਰਨ ਦੀ ਫਰੀडम ਚਾਹੀਦੀ ਹੈ, ਮੈਨੂੰ ਜੀਣ ਦੀ ਫਰੀडम ਚਾਹੀਦੀ ਹੈ, ਮੈਨੂੰ ਆਪਣੇ ਡਿਸੀਜਨ ਲੈਣ ਦੀ ਫਰੀडम ਕੁਝ ਚਾਹੀਦੀ ਨਹੀਂ ਹੈ। ਤਾਂ ਤੁਹਾਨੂੰ ਸਿਰਫ ਸਾਹ ਲੈਣ ਦੀ ਆਜ਼ਾਦੀ ਚਾਹੀਦੀ ਹੈ, ਇੰਨਾ ਕਾਫੀ ਹੁੰਦਾ ਹੈ। ਹਾਂ ਸਾਹ ਵੀ ਕਹਿ ਸਕਦੇ ਹੋ ਤੁਸੀਂ। ਬਿਲਕੁਲ, ਬਰੀਥਿੰਗ ਮੈਂ ਆਪਣੇ ਸਪੇਸ। ਤਰੀਕੇ ਨਾਲ ਜੀਣਾ ਚਾਹੁੰਦਾ ਆਪਣੀ ਜ਼ਿੰਦਗੀ ਤੇ ਇਹਦੇ ਵਾਸਤੇ ਚਾਹੇ ਭਾਵੇਂ ਮੈਨੂੰ ਕੋਈ ਸੈਲਫਿਸ਼ ਕਹੇ ਜਾਂ ਜੋ ਮਰਜ਼ੀ ਕਹੇ, ਆਈ ਐਮ ਰੈਡੀ ਟੂ ਐਕਸੈਪਟ ਦੈਟ। ਕਿਉਂਕਿ ਤੁਸੀਂ ਇਕੱਲੇ ਆਏ ਹੋ ਤੇ ਇਕੱਲੇ ਹੀ ਜਾਣਾ ਹੈ ਤੇ ਇੱਥੇ ਤਾਂ ਕੋਈ ਸੈਲਫਿਸ਼ਨੈਸ ਹੈ ਹੀ ਨਹੀਂ ਹੈ। ਸੋ ਤੁਹਾਨੂੰ ਆਪਣੀ ਜਿਹੜੀ ਵਿੱਚ ਵਿਚਾਲੇ ਵਾਲੀ ਜ਼ਿੰਦਗੀ ਉਹਨੂੰ ਵੀ ਆਪਣੇ ਤੌਰ ਤਰੀਕੇ ਨਾਲ ਜੀਣ ਦਾ ਤੁਹਾਨੂੰ ਪੂਰਾ ਹੱਕ ਹੈ। ਜ਼ਿੰਦਗੀ ਨਹੀਂ ਖੂਬਸੂਰਤ ਹੈ, ਜੇ ਅਸੀਂ ਆਪਣੇ ਤਰੀਕੇ ਨਾਲ ਨਾ ਜੀਤੀ ਤੇ ਫਿਰ ਕੀ ਜੀਤੀ। ਬਿਲਕੁਲ ਬਿਲਕੁਲ, ਅਸੀਂ ਵੇਸਟ ਕਰ ਦਾਂਗੇ। ਖੈਰ ਬੜਾ ਮਜ਼ਾ ਆਇਆ ਗੱਲਬਾਤ ਕਰਕੇ। ਸੋ ਇਟਸ ਅ ਟਾਈਮ ਟੂ ਸੇ ਬਾਏ ਬਾਏ। ਥੈਂਕ ਯੂ ਸੋ ਮਚ ਫॉर ਕਮਿੰਗ। ਔਰ ਬਹੁਤ ਹੀ ਵੰਡਰਫੁਲ ਕਨਵਰਸੇਸ਼ਨ ਸੀ। ਬੜੇ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਤੁਹਾਡੇ ਦਿਲ ਤੋਂ ਨਿਕਲਦਾ ਵੀ ਅੱਜ ਦੀ ਗੱਲਬਾਤ ਬੜੀ ਮਜ਼ੇਦਾਰ ਰਹੀ। ਸੋ ਦੋਸਤੋ ਪ੍ਰੋਗਰਾਮ ਸਲੀਕਾ 'ਚ ਫਿਲਹਾਲ ਇੰਨਾ ਹੀ। ਮੈਨੂੰ ਗੁਰਨੀਤ ਨੂੰ ਤੇ ਮਿਸਟਰ ਚਾਵਲਾ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਬਹੁਤ ਬਹੁਤ ਧੰਨਵਾਦ। ਥੈਂਕ ਯੂ।